प्रोफैसर जगीर सिंह कालों साडे नाल जुड़ गए ने उन्हां नाल असीं कुछ गल्लां बातां करनियां ने। कल तुहाडे नाल वादा कीता सी कि ਜਿਹੜੀਆਂ ਇਲੈਕਸ਼ਨ ਹੋਈਆਂ ਭਾਰਤ ਦੀਆਂ ਉਹਦੇ 'ਚ ਬਾਕੀ ਸਟੇਟਾਂ ਦੀ ਜ਼ਿਕਰ ਕਰਾਂਗੇ ਕਿਉਂਕਿ ਕੱਲ ਬੰਗਾਲ ਜਿਹੜੀ ਆ ਮਮਤਾ ਬੈਨਰਜੀ ਚੀਜ਼ ਦੀ ਵੱਡੀ ਜਿੱਤ ਜਿਹੜੀ ਆ TMC ਦੀ ਉੱਤੇ ਆਪਾਂ ਗੱਲਬਾਤ ਕੀਤੀ ਸੀ। ਬਾਕੀ ਰਹਿੰਦੀਆਂ ਸਟੇਟਾਂ ਬਾਰੇ ਅੱਜ ਥੋੜਾ ਜਿਹਾ ਗੱਲਬਾਤ ਕਰਾਂਗੇ ਤੇ ਉਹਨਾਂ ਕੋਲੋਂ ਵਿਸ਼ਲੇਸ਼ਣ ਲੈਣ ਦਾ ਕੋਸ਼ਿਸ਼ ਕਰਾਂਗੇ ਪੂਰਾ ਉਹਦਾ ਐਨਾਲਿਸਿਸ ਕਿ ਅਸਲ ਵਿੱਚ ਬਾਕੀ ਸਟੇਟਾਂ 'ਚ ਸਥਿਤੀ ਕੀ ਰਹੀ ਆ। ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਕਹਿੰਦੇ ਆ ਜੀ, ਸਵਾਗਤ ਹੈ। बहुत मेहरबानी गिल साहब। ਪ੍ਰੋਫੈਸਰ ਤੁਹਾਡਾ ਮੈਂ ਕਹਿ ਤੇ ਰਿਹਾ ਕਿ ਆਪਾਂ ਕਰਦੇ ਆ ਇਲੈਕਸ਼ਨ ਤੇ ਗੱਲ, ਪਰ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਸਭ ਤੋਂ ਪਹਿਲਾਂ 2 ਦਿਨ ਪਹਿਲਾਂ ਖਬਰਾਂ ਆ ਰਹੀਆਂ ਸੀ ਕਿ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ, ਕਿਉਂਕਿ ਆਪਾਂ ਸਾਰੇ ਜਾਣੇ ਪਿਛੋਕੜ ਸਾਡਾ ਜਿਹੜਾ ਸਰਵਿਸਿਜ਼ ਦੇ ਨਾਲ ਰਿਹਾ ਹੈ ਤੇ ਉਹ ਇਹਨਾਂ ਨੇ ਫਿਲਹਾਲ ਪੋਸਟਪੋਨ ਕਰ ਦਿੱਤਾ, ਪਰ ਅੱਜ 6ਵੀਂ ਤਨਖਾਹ ਕਮਿਸ਼ਨ ਦੀ ਰਿਪੋਰਟ ਆ ਵੀ ਗਈ ਔਰ ਕਿਹਾ ਜਾਂਦਾ ਹੈ ਕਿ ਬੜੇ ਭਾਰੀ ਗੱਫੇ ਦਿੱਤੇ ਗਏ ਨੇ। ਜੇ ਤੁਸੀਂ ਖਬਰ ਦੇਖੀ ਹੋਵੇ ਤਾਂ बिल्कुल जी, असल दे विच जिहड़े मुलाजम आ जां पेंशनर आ जी वो तां काफी देर दे मंग करदे आ रहे सीगे ते सरकारां जिहड़ियां आ वो आम तौर ते ये देखदियां आ कि किहड़ी मंग जे मन्नी जाएगी मुलाजमां नूं, पेंशनरां नूं जां बाकी जिहड़े वर्ग हैगे आ उन्हां नूं जे कुछ देना तां कदों देना है। सो ये ਜਿਹੜੇ 2022 ਦੀ ਇਲੈਕਸ਼ਨ ਹੈ ਨਾ ਜੀ ਪੰਜਾਬ ਦੇ ਵਿੱਚ, ਉਹਨੇ ਇਹ ਤੇਜ਼ੀ ਲਿਆਂਦੀ ਆ। ਨਹੀਂ ਤਾਂ ਪਹਿਲਾਂ ਸਾਲਾਂ ਦੇ ਸਾਲ ਪੋਸਟਪੋਨ ਕਰਤਾ, ਫਿਰ ਮਹੀਨਿਆਂ ਦੇ ਹਿਸਾਬ ਨਾਲ ਕਰ ਦਿੱਤਾ ਤੇ ਅੱਜ ਜਿਹੜੀ ਆਈ ਆ ਜੀ ਇਹਦੇ ਵਿੱਚ ਜਿਵੇਂ ਵੀ ਆ ਮਤਲਬ ਇਹਦੇ ਚ ਮੁਲਾਜ਼ਮਾਂ ਨੂੰ ਤੇ ਪੈਨਸ਼ਨਰਾਂ ਨੂੰ ਜ਼ਰੂਰ ਲਾਭ ਹੋਏਗਾ ਔਰ ਇਹਦੇ ਵਿੱਚ ਡਿਟੇਲ ਦੇ ਵਿੱਚ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਬਾਤ ਵੀ ਕਰਦੇ ਰਵਾਂਗੇ। ਪਰ ਹਾਲ ਦੀ ਘੜੀ मैं महसूस करदा भी देर आए दुरुस्त आए, ये भावें किसी कारण भी सरकार ने यह तेजी लियांदी आ, ये फिर भी एक चंगा कदम आ, भावें कि बहुत देर नाल पुट्टिया होया कदम आ, क्योंकि पंजाब सरकार दे मुलाजम और पेंशनर बड़ी देर तो इहदी उड़ीक कर रहे सीगे ते मैं समझना भी ये मुलाजमां ने और पंजाब दे पेंशनरां ने जिहड़ियां जद्दोजहदां कीतीआं आ मुख तौर ते ਉਹਦਾ ਨਤੀਜਾ ਆ, ਭਾਵੇਂ ਕਿ ਸਰਕਾਰ ਦੀ ਜਿਹੜੀ ਰੂਲਿੰਗ ਪਾਰਟੀ ਆ ਉਹਨਾਂ ਦੀ ਵੀ ਜ਼ਰੂਰਤ ਬਣੀ ਹੋਵੇ। ਇਹਦੇ ਨਾਲ ਨਿਸ਼ਚਿਤ ਤੌਰ ਤੇ ਹੀ ਜਿਹੜੇ ਮੁਲਾਜ਼ਮ ਨੇ ਔਰ ਜਿਹੜੇ ਪੈਨਸ਼ਨਰ ਨੇ ਪੰਜਾਬ ਸਰਕਾਰ ਦੇ, ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲਾਭ ਹੋਣਗੇ। ਔਰ ਇਹਨਾਂ ਨੇ ਕਿਹਾ ਹੈਗਾ ਕਿ ਬਈ ਪਹਿਲਾਂ ਇਹ ਖਦਸ਼ਾ ਜ਼ਾਹਰ ਕੀਤਾ ਜਾਂਦਾ ਸੀਗਾ ਕਿ ਇਹ ਸ਼ਾਇਦ ਕਰੰਟ ਈਅਰ ਤੋਂ ਹੀ ਲਾਗੂ ਕਰਨਗੇ, ਪਰੰਤੂ ਉਹਨਾਂ ਨੇ ਐਲਾਨ ਕਰਤਾ ਅੱਜ ਬਈ ਇਹ 1/16 ਭਾਵ 1 ਜਨਵਰੀ 2016 ਤੋਂ ਲਾਗੂ ਕੀਤੇ ਜਾਣਗੇ, ਜਿਵੇਂ ਕਿ ਕਮਿਸ਼ਨ ਨੇ ਰਿਕਮੈਂਡ ਕੀਤਾ ਸੀਗਾ। ਸੋ ਇਹਦੇ ਚੋਂ ਉਮੀਦ ਰੱਖਣੀ ਚਾਹੀਦੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਹੁੰਦੀ ਆ। ਉਹਨਾਂ ਨੇ ਪੰਜਾਬ ਸਰਕਾਰ ਨੇ ਹਾਲ ਦੀ ਘੜੀ ਇਹ ਕਿਹਾ ਹੈਗਾ ਕਿ ਵੀ ਅਸੀਂ ਜੁਲਾਈ ਤੋਂ ਇਹਨੂੰ ਲਾਗੂ ਕਰ ਦੇਣਾ ਆ, ਹੁਣ ਅਸੀਂ ਇਹਨੂੰ ਕੈਬਨਿਟ ਦੇ ਵਿੱਚ ਪਾਸ ਕਰ ਦੇਣਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ ਜੁਲਾਈ ਦੇ ਵਿੱਚ ਉਹਨਾਂ ਨੇ ਲਾਗੂ ਕਰਨ ਦੀ ਪੰਜਾਬ ਸਰਕਾਰ ਨੇ ਜਿਹੜੀ ਆ ਉਹ ਯਕੀਨ ਦਹਾਨੀ ਕੀਤੀ ਆ। ਸੋ ਮੁਲਾਜ਼ਮ ਪੰਜਾਬ ਸਰਕਾਰ ਦੇ ਤੇ ਪੰਜਾਬ ਸਰਕਾਰ ਦੇ ਪੈਨਸ਼ਨਰਸ ਜਿਨ੍ਹਾਂ 'ਚ ਹਰਜੀਤ ਸਿੰਘ ਗਿੱਲ ਤੇ ਮੈਂ ਵੀ ਆਉਂਦੇ ਆ, ਉਹ ਇਸ ਤੋਂ ਚੰਗੀ ਆਸ ਕਰ ਸਕਦੇ ਆ। ਪੈਸਾ ਬਿਲਕੁਲ ਤੁਸੀਂ ਠੀਕ ਕਿਹਾ, ਪਰ ਇੱਥੇ ਕਈ ਸਵਾਲ ਵੀ ਨੇ। ਜਿਸ ਤਰ੍ਹਾਂ ਦੀਆਂ ਸਿਫਾਰਿਸ਼ਾਂ ਕੀਤੀਆਂ ਨੇ, ਕੀ ਸਰਕਾਰ ਬਾਉਂਡ ਹੁੰਦੀ ਹੈ ਸਿਫਾਰਿਸ਼ਾਂ ਮੰਨਣ ਲਈ ਜਾਂ ਇਹਨਾਂ ਨੂੰ ਕੋਈ ਵਧਾ ਘਟਾ ਵੀ ਸਕਦੀ ਹੁੰਦੀ ਹੈ ਜੀ? ਇਹਦੇ 'ਚ ਵਾਧਾ ਘਾਟਾ ਕਰ ਸਕਦੀ ਹੈ ਜੀ, ਪਰ ਹੁਣ ਕੋਈ ਵਾਧੇ ਘਾਟੇ ਦੀ ਸੰਭਾਵਨਾ ਇਸ ਕਰਕੇ ਨਹੀਂ ਗੀ ਕਿ ਕਮੇਟੀ ਜਿਹੜੀ ਹੈਗੀ ਆ ਉਹਨੂੰ ਭਾਵੇਂ ਕਿਹਾ ਤੇ ਜਾਂਦਾ ਆ ਵੀ ਇਹ ਆਜ਼ਾਦਾਨਾ ਹੈਗੀ ਆ, ਪਰ ਉਹਨੂੰ ਵੀ ਕੁਝ ਹਦਾਇਤਾਂ ਜਿਹੜੀਆਂ ਉਹ ਜਿਹਨੂੰ ਆਪਾਂ ਹਿਡਨ ਏਜੰਡਾ ਕਈ ਵਾਰੀ ਕਹਿ ਦਿੰਦੇ ਆ ਨਾ ਕਿਸੇ ਦਾ, ਉਹਦੇ ਮੁਤਾਬਕ ਦਿੱਤੀਆਂ ਹੁੰਦੀਆਂ ਆ। ਸੋ ਉਮੀਦ ਕੀਤੀ ਜਾਂਦੀ ਆ ਕਿ ਜਿਹੜੀਆਂ ਸਿਫਾਰਿਸ਼ਾਂ ਆ ਉਹਨਾਂ ਨੂੰ ਵੱਧ ਤੋਂ ਵੱਧ ਲਾਗੂ ਕੀਤਾ ਜਾ ਸਕਦਾ। ਪੈਸਾ ਜਿਹੜੀ ਪੰਜਾਬੀ ਟ੍ਰਿਬਿਊਨ ਨੇ ਖਬਰ ਲਾਈ ਆ ਉਹਦੇ ਮੁਤਾਬਕ ਜਿਹੜੀ ਘੱਟ ਤੋਂ ਘੱਟ ਤਨਖਾਹ ਵਾ ਉਹ 6950 ਰੁਪਏ ਤੋਂ ਵਧਾ ਕੇ 18000 ਪ੍ਰਤੀ ਮਹੀਨਾ ਹਰ ਇੱਕ ਦੀ ਤਨਖਾਹ ਜਿਹੜੀ ਉਹ ਕੀਤੀ ਗਈ ਆ ਤੇ 1 ਜਨਵਰੀ 16 ਤੋਂ ਲਾਗੂ ਹੋਊਗਾ। ਤੇ ਜਿਹੜੀ ਪੈਨਸ਼ਨ ਆ ਉਹਦੇ ਵਿੱਚ ਅੰਦਾਜ਼ਨ ਜਿਹੜਾ ਔਸਤਨ ਵਾਧਾ ਆ 20% ਦੇ ਕਰੀਬ ਹੋਣ ਦੀ ਸੰਭਾਵਨਾ ਹੈ ਤੇ ਪੰਜਵੇਂ ਤਨਖਾਹ ਕਮਿਸ਼ਨ ਨਾਲੋਂ ਜਿਹੜਾ ਤਨਖਾਹ 'ਚ ਵਾਅਦਾ ਕੀਤਾ ਹੈ 2.59 ਗੁਣਾ, ਮਤਲਬ ਪੌਣੇ 3 ਗੁਣਾ ਦੇ ਕਰੀਬ ਜਿਹੜਾ ਇਹ ਵਾਅਦਾ ਕੀਤਾ ਗਿਆ ਜੀ। ਤੇ ਜਿਹੜੇ ਭੱਤੇ ਜਿਹੜੇ ਵਗੈਰਾ ਨੇ ਉਹ 1.5 ਗੁਣਾ ਵਧਾਉਣ ਦਾ ਪ੍ਰਸਤਾਵ ਹੈ
ਤੇ ਮੁੱਖ ਮੰਤਰੀ ਦੇ ਬੁਲਾਰੇ ਜਿਹੜੇ ਆ ਦਫ਼ਤਰ ਦੇ, ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਡੀਏ ਦੇ ਵਿੱਚ ਵੀ ਪ੍ਰਭਾਵਸ਼ਾਲੀ ਵਾਧੇ ਦਾ ਪ੍ਰਸਤਾਵ ਆ, ਪੱਕੇ ਮੈਡੀਕਲ ਭੱਤੇ, ਡੈਥ ਕਮ ਰਿਟਾਇਰਮੈਂਟ ਗ੍ਰੈਜੂਟੀ ਦੁੱਗਣੀ ਕਰਨ ਦਾ ਪ੍ਰਸਤਾਵ ਆ, ਤੇ ਮੁਲਾਜ਼ਮਾਂ ਨਾਲ ਪੈਨਸ਼ਨਰਾਂ ਲਈ ਵੀ ਇੱਕੋ ਜਿਹੇ 1000 ਰੁਪਏ ਦੇ ਮੈਡੀਕਲ ਭੱਤਾ, ਮਤਲਬ ਜਿਹੜੇ ਪੈਨਸ਼ਨਰ ਨੇ ਉਹਨਾਂ ਨੂੰ 1000 ਰੁਪਇਆ ਮੈਡੀਕਲ ਭੱਤਾ ਜਿਹੜਾ ਉਹ ਮਿਲੇਗਾ। ਤੇ ਜਿਹੜੀ ਡੈਥ ਕਮ ਰਿਟਾਇਰਮੈਂਟ ਗ੍ਰੈਜੂਟੀ ਹੈ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕਰਨ ਦਾ ਵੀ ਪ੍ਰਸਤਾਵ ਹੈ। ਸੋ ਕੁੱਲ ਮਿਲਾ ਕੇ ਜਿਹੜਾ ਹੈ ਮੁਲਾਜ਼ਮਾਂ ਲਈ ਇਹ ਚੰਗੀ ਖਬਰ ਹੈ। ਪਰ ਸਵਾਲ ਇੱਥੇ ਇਹ ਆ ਕਿ ਜਿਹੜੀ ਵਿੱਤੀ ਹਾਲਤ ਹੈ ਪੰਜਾਬ ਦੀ, ਜਿਹਨੂੰ ਸਾਡੇ ਵਿੱਤ ਮੰਤਰੀ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਕਿ ਪੰਜਾਬ ਜਿਹੜਾ ਹੈ ਉਹ ਬਹੁਤ ਜ਼ਿਆਦਾ ਬੁਰੀ ਹਾਲਤ ਚੋਂ ਲੰਘ ਰਿਹਾ, ਸੈਂਟਰ ਜਿਹੜਾ ਉਹ ਮਦਦ ਕਰ ਨਹੀਂ ਰਿਹਾ, ਜਿਹੜੇ ਇਹਨਾਂ ਦੇ GST ਵਗੈਰਾ ਦੇ ਪੈਸੇ ਉਹ ਵੀ ਸੈਂਟਰ ਨੇ ਰੋਕੇ ਹੋਏ ਆ। ਇਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਇੱਕ ਪਾਸੇ ਇਲੈਕਸ਼ਨ ਦੇ ਵਿੱਚ ਲੱਡੂ ਦਿਖਾਉਣ ਵਾਲੀ ਗੱਲ ਤੇ ਨਜ਼ਰ ਆ ਰਹੀ ਆ, ਪਰ ਕੀ ਸੱਚਮੁੱਚ ਇਹ ਲਾਗੂ ਕਰਨ 'ਚ ਦਿੱਕਤਾਂ ਨਹੀਂ ਆਉਣਗੀਆਂ? ਉਹਦੇ 'ਚ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਬੇਨਤੀ ਕੀਤੀ ਹੈ ਨਾ ਜੀ, ਇਹਦੇ ਨਾਲ ਇਲੈਕਸ਼ਨ ਜੁੜਿਆ ਹੈਗਾ। ਤੇ ਦੂਜੀ ਗੱਲ ਆ ਕਿ ਜਿਹੜੇ ਮੁਲਾਜ਼ਮ ਹੈ ਨਾ, ਉਹ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੇ ਆ, ਕਿਉਂਕਿ ਇਲੈਕਸ਼ਨਾਂ ਜਿਹੜੀਆਂ ਆ ਉਹ ਸਰਕਾਰ ਨੇ ਜਾਂ ਪਾਰਟੀ ਨੇ ਨਹੀਂ ਕੰਡਕਟ ਕਰਨੀਆਂ ਹੁੰਦੀਆਂ, ਉਹ ਕੰਡਕਟ ਕਰਨੀਆਂ ਹੁੰਦੀਆਂ ਹੇਠਲੇ ਪੱਧਰ ਦੇ ਉੱਤੇ ਮੁਲਾਜ਼ਮਾਂ ਨੇ ਜੀ। ਔਰ ਮੁਲਾਜ਼ਮ ਡੈਫੀਨੇਟਲੀ ਬਹੁਤ ਵੱਡਾ ਅਸਰ ਜਿਹੜਾ ਆ ਉਹ ਪਾ ਸਕਦੇ ਆ। ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਕਿ ਬਈ ਖਰਚਾ ਆਉਣਾ ਹੈਗਾ, ਖਰਚਾ ਦੇਖੋ ਮੁਲਾਜ਼ਮਾਂ ਦੀਆਂ ਤਨਖਾਹਾਂ ਔਰ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਨਾਲ ਬਹੁਤੇ ਘਾਟੇ ਨਹੀਂ ਗੇ ਪੈਂਦੇ ਸਰਕਾਰ ਨੂੰ ਘਾਟੇ ਪੈਂਦੇ ਆ ਜਿਹੜੇ ਹੋਰ ਘੁਟਾਲੇ ਹੁੰਦੇ ਹੈਗੇ ਆ, ਜਿਹੜੇ ਗੈਰ ਜ਼ਰੂਰੀ ਖਰਚ ਹੁੰਦੇ ਆ। ਜਿੱਦਾਂ ਉਦਾਹਰਨ ਦੇ ਤੌਰ ਤੇ ਜੇ ਆਪਾਂ ਗੱਲ ਕਰੀਏ ਕਿ ਜਿਹੜਾ ਬਰਗਾੜੀ ਕਾਂਡ ਸੀਗਾ ਆਪਣਾ ਕੋਟਕਪੂਰੇ ਵਾਲਾ ਗੋਲੀ ਕਾਂਡ, ਜਿਹਦੀ ਇਨਕੁਆਇਰੀ ਜਿਹੜੀ ਆ ਉਹ ਕੁੰਵਰ ਵਿਜੇ ਪ੍ਰਤਾਪ ਹੋਰਾਂ ਵਾਲੀ ਸਿੱਟ ਜਿਹੜੀ ਆ ਉਹ ਕਰ ਰਹੀ ਸੀਗੀ, ਉਹਦੇ ਲਈ ਵਕੀਲ ਜਿਹੜੇ ਕੀਤੇ ਸੀਗੇ ਜੀ, ਉਹ ਜਿੱਦਾਂ ਤੁਹਾਨੂੰ ਪਤਾ ਵੀ ਇੱਕ ਦਿਨ ਦੇ ਕਿੰਨੇ ਲੱਖ ਰੁਪਏ ਜਿਹੜੇ ਆ ਉਹ ਖਰਚੇ ਕੀਤੇ ਜਾਂਦੇ ਸੀਗੇ, ਤੇ ਸਾਰੇ ਟੋਟਲ ਮਿਲਾ ਕੇ ਕਿੰਨੇ ਕਰੋੜ ਰੁਪਏ ਖਰਚ ਕੀਤੇ ਗਏ ਹੋਣਗੇ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੱਤੀ ਹੈ, ਮਤਲਬ ਟਿਪ ਆਫ ਐਨ ਆਈਬਰਗ ਇਹਨੂੰ ਆਪਾਂ ਕਹਿ ਸਕਦੇ ਹਾਂ ਨਾ, ਵੀ ਇਦਾਂ ਦੇ ਜਿਹੜੇ ਖਰਚੇ ਹੈਗੇ ਆ ਉਹਨਾਂ ਦੇ ਮੁਕਾਬਲੇ ਤੇ ਮੁਲਾਜ਼ਮ ਜਿਹੜੇ ਹੈਗੇ ਆ ਜਾਂ ਪੈਨਸ਼ਨਰ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਖਰਚਾ ਕਰਨਾ ਜਿਹੜਾ ਹੈਗਾ ਉਹ ਉਹਦੇ ਮੁਕਾਬਲੇ ਦੇ ਉੱਤੇ ਬਹੁਤ ਥੋੜਾ ਆ ਜੀ। ਬਿਲਕੁਲ। ਹੁਣ ਆਉਣੇ ਜੀ ਆਪਾਂ ਜਿਹੜੀਆਂ ਗੱਲ ਆਪਾਂ ਪਹਿਲਾਂ ਕਰਨੀ ਚਾਹ ਰਹੇ ਸੀਗੇ, ਜਿਹੜੀਆਂ ਸਟੇਟਾਂ ਦੇ ਇਲੈਕਸ਼ਨ ਰਿਜ਼ਲਟ ਆਪਾਂ ਡਿਸਕਸ ਨਹੀਂ ਸੀ ਕੀਤੇ, ਉਹਨਾਂ ਤੇ ਥੋੜੀ ਜਿਹੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਕਾਲੋ ਸਾਹਿਬ ਆਪਾਂ ਗੱਲ ਕਰੀਏ ਜੇ ਤਾਮਿਲਨਾਡੂ ਦੀ, ਫਿਰ ਆਪਾਂ ਕੇਰਲਾ ਵੱਲ ਵੀ ਚੱਲਦੇ ਹਾਂ, ਕਿਉਂਕਿ ਪੌਂਡੀਚੇਰੀ ਤਾਂ ਬਹੁਤ ਛੋਟੀ ਜਿਹੀ ਸਟੇਟ ਹੈ, ਇੱਕ ਸ਼ਹਿਰ ਹੀ ਕਿਹਾ ਜਾ ਸਕਦਾ ਹੈ। ਜਿਵੇਂ ਚੰਡੀਗੜ੍ਹ ਆਪਣਾ ਕਹਿ ਲਈਏ ਕਿ ਉਹਨੂੰ ਬਣਾ ਦਿੱਤਾ ਜਾਵੇ ਇੱਕ ਸਟੇਟ ਦਾ ਦਰਜਾ ਤੇ ਉੱਥੇ ਇਲੈਕਸ਼ਨ ਹੋ ਜਾਣ, ਤੇ ਉਹਦਾ ਕੋਈ ਰੋਲ ਹੈ ਵੀ ਨਹੀਂ, ਪਰ ਕਿਉਂਕਿ ਡੈਮੋਕ੍ਰੇਸੀ ਆ ਉਹਦੇ ਵਿੱਚ ਇੱਕ ਵੋਟ ਦਾ ਜਿਹੜਾ ਉਹ ਬਹੁਤ ਮੁੱਲ ਹੁੰਦਾ। ਸੋ ਆਪਾਂ ਜੇ ਤਾਮਿਲਨਾਡੂ ਦੀ ਗੱਲ ਕਰੀਏ ਤਾਂ ਉੱਥੇ 234 ਸੀਟਾਂ ਨੇ ਜੀ, ਤੇ 118 ਵਾਲੇ ਵਿਅਕਤੀ ਜਿਹੜੇ ਆ ਉਹ ਮੈਜੋਰਟੀ ਲੈਂਦੇ ਆ। ਸੋ ਉੱਥੋਂ ਦੀ ਪੋਜੀਸ਼ਨ ਜੇ ਆਪਾਂ ਡਿਸਕਸ ਕਰੀਏ ਤਾਂ ਫਿਰ ਕਿਸ ਤਰ੍ਹਾਂ ਦੀ ਲੱਗਦਾ ਤੁਹਾਨੂੰ, ਜਿਹੜੀ DMK ਆ ਸਟਾਲਿਨ ਦੀ ਅਗਵਾਈ ਹੇਠ ਜਿਹੜੀ ਪਾਰਟੀ ਆ ਕਰੁਣਾਨਿਧੀ ਵਾਲੀ ਪਾਰਟੀ, ਉਹਨਾਂ ਨੇ 133 ਸੀਟਾਂ ਜਿੱਤ ਲਈਆਂ ਨੇ ਉੱਥੇ ਜੀ। ਉਹਦੇ ਚ ਇਦਾਂ ਹੈ ਜੀ, ਦੇਖੋ ਇਹ ਇੱਕ ਕੋਇਨਸੀਡੈਂਸ ਇਹਨਾਂ ਨੂੰ ਕਹਿ ਲਈਏ ਭਾਵੇਂ, ਇਹ ਸਟਾਲਿਨ ਜਿਹੜਾ ਹੈਗਾ ਉਹ M ਕਰੁਣਾਨਿਧੀ ਦਾ ਬੇਟਾ ਹੈਗਾ, ਔਰ M ਕਰੁਣਾਨਿਧੀ ਉਹਨਾਂ ਨੇਤਾਵਾਂ ਚੋਂ ਸੀਗਾ ਜਿਨ੍ਹਾਂ ਨੇ ਤਾਮਿਲਨਾਡੂ ਜਿਹੜਾ ਹੈਗਾ, ਜਿਹਨੂੰ ਪਹਿਲਾਂ ਮਦਰਾਸ ਸਟੇਟ ਕਿਹਾ ਜਾਂਦਾ ਸੀਗਾ, ਉਹਦੇ ਲਈ ਜਿਹੜੀ ਦਰਾਵੜ ਮੁਨੇਤਰ ਕੜਗਮ ਜਿਹੜੀ ਉਹਨਾਂ ਦੀ ਪਾਰਟੀ ਆ ਉਹ ਕਾਫੀ ਮਜ਼ਬੂਤ ਪਾਰਟੀ ਆ, ਔਰ ਇਹ ਕੇਂਦਰ ਨਾਲ ਇੱਕ ਕਿਸਮ ਦਾ ਇਹਨਾਂ ਦਾ ਟਕਰਾਓ ਇਸ ਗੱਲੋਂ ਵੀ ਰਹਿੰਦਾ ਰਿਹਾ ਹੈਗਾ ਕਿ ਜਿਹੜੀਆਂ ਸਾਡੀਆਂ ਦਰਾਵੜ ਭਾਸ਼ਾ ਬੋਲਣ ਵਾਲੀਆਂ ਸਟੇਟਾਂ ਆ, ਜਿਨ੍ਹਾਂ ਦੇ ਵਿੱਚ ਤਾਮਿਲਨਾਡੂ, ਕੇਰਲਾ, ਕਰਨਾਟਕਾ ਔਰ ਆਂਧਰਾ ਆਉਂਦੇ ਹੈਗੇ ਆ, ਇਹਨਾਂ ਦੇ ਵਿੱਚੋਂ DMK ਜਿਹੜੀ ਤਾਮਿਲਨਾਡੂ ਵਾਲੀ ਵੱਲੋਂ ਹੈਗੀ ਆ ਇਹ ਸਟੇਟ ਆ, ਇਹਨਾਂ ਦਾ ਹਿੰਦੀ ਵਰਸਸ ਮਾਤ ਭਾਸ਼ਾ ਦਾ ਅੰਦੋਲਨ ਵੀ ਰਿਹਾ ਹੈਗਾ। ਕੇਂਦਰ ਵੱਲੋਂ ਇਹਨਾਂ ਨੇ ਜਿਹੜੀ ਕੇਂਦਰ ਤੋਂ ਜ਼ਬਰਦਸਤੀ ਠੋਸੀ ਜਾਣ ਵਾਲੀ ਗੱਲ ਸੀਗੀ ਹਿੰਦੀ ਦੀ, ਉਹਦਾ ਵਿਰੋਧ ਕਰਦੇ ਰਹੇ ਆ, ਔਰ ਕਲਚਰ ਦਾ ਵੀ ਬਹੁਤ ਫਰਕ ਹੈਗਾ। ਇਸੇ ਕਰਕੇ ਹੀ ਇਸ ਸਟੇਟ ਦੇ ਵਿੱਚ ਇਹ DMK ਦੀ ਅਗਵਾਈ ਵਾਲੀ, ਜਿਹਦੇ ਵਿੱਚ ਕਾਂਗਰਸ ਤੇ ਲੈਫਟ ਵੀ ਸ਼ਾਮਲ ਹੈਗਾ, ਇਹਨਾਂ ਦੇ ਵਿੱਚ ਜਿਹੜੀ BJP ਦੀ ਹਿੰਦੂਤਵ ਦੀ ਨੀਤੀ ਹੈਗੀ ਆ, ਜਿਹੜਾ ਹਿੰਦੂ ਜਾਂ ਜਾਤ ਪਾਤ ਦਾ ਪੱਤਾ ਖੇਡਣਾ ਜਾਂ ਜਿਹੜਾ ਧਰਮ ਦਾ ਪੱਤਾ ਖੇਡਣਾ, ਉਹਦਾ ਇਸ ਸਟੇਟ ਦੇ ਉੱਤੇ ਕੋਈ ਅਸਰ ਨਹੀਂ ਪਿਆ। ਔਰ ਗਾਂ ਇਹ ਜਿਹੜੀ ਜਿੱਤ ਹੋਈ ਹੈਗੀ ਆ
MK ਸਟਾਲਿਨ ਦੀ, ਇਹਦੇ ਨਾਲ ਜਿਹੜੀਆਂ ਫੈਡਰਲ ਤਾਕਤਾਂ ਮੰਗਣ ਵਾਲੀਆਂ ਕਿ ਸਟੇਟਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ, ਉਹਨਾਂ ਲੋਕਾਂ ਦੀ, ਉਹਨਾਂ ਪਾਰਟੀਆਂ ਦੀ ਉਸ ਸਿਆਸਤ ਦੇ ਵਿੱਚ ਵੀ ਇਹਦਾ ਇੱਕ ਬਹੁਤ ਵੱਡਾ ਰੋਲ ਹੋਏਗਾ ਜੀ MK ਸਟਾਲਿਨ ਦਾ, ਕਿਉਂਕਿ ਇਹਦੇ ਪਿਤਾ ਜੀ ਸਵਰਗਵਾਸੀ ਜਿਹੜੇ ਕਰੁਣਾਨਿਧੀ ਸੀਗੇ, ਉਹ ਦੂਜੀਆਂ ਸਟੇਟਾਂ ਨਾਲ, ਦੂਜੇ ਰਾਜਾਂ ਨਾਲ ਰਲ ਕੇ ਇਸ ਗੱਲ ਦੀ ਹਾਮੀ ਭਰਦੇ ਰਹੇ ਆ, ਮੁੱਦਾ ਉਠਾਉਂਦੇ ਰਹੇ ਆ ਕਿ ਰਾਜਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਆ ਜੀ। ਆਪਣੇ ਪ੍ਰੋਫੈਸਰ ਸਾਹਿਬ, ਜਿੱਥੋਂ ਤੱਕ ਸੰਬੰਧ ਹੈ, ਜਿਵੇਂ ਤੁਸੀਂ ਕਿਹਾ ਯਾਰ ਕਿ ਦਰਾਵੜ ਭਾਸ਼ਾਵਾਂ ਜਿਹੜੀਆਂ ਨੇ ਤੇ ਉੱਥੋਂ ਦਾ ਜਿਹੜਾ ਸੱਭਿਆਚਾਰ ਹੈ ਉਹਦੀ ਪ੍ਰੋਟੈਕਸ਼ਨ ਵਾਸਤੇ ਹੀ ਇਹ ਜਿਹੜੀ ਪਾਰਟੀ ਆ, ਇਹ ਜਿਹੜੀਆਂ ਰੀਜਨਲ ਪਾਰਟੀਆਂ ਕੰਮ ਕਰਦੀਆਂ ਸੀ ਲਗਾਤਾਰ, ਔਰ ਬਾਕੀ ਦੀਆਂ ਰੀਜਨਲ ਪਾਰਟੀਆਂ ਨਾਲ ਮਿਲ ਕੇ ਉਹਨਾਂ ਨੇ ਕਈ ਵਾਰ ਫਰੰਟ ਵੀ ਬਣਾਇਆ ਔਰ ਉਹਦੇ ਚੰਗੇ ਰਿਜ਼ਲਟ ਵੀ ਆਏ। ਪਰ ਜਿਹੜਾ ਪਿਛਲੀ ਕਾਂਗਰਸ ਸਰਕਾਰ ਵੇਲੇ ਕਾਫੀ ਸਾਰੇ ਐਲੀਗੇਸ਼ਨ ਲੱਗੇ ਸੀ, ਡੀ ਰਾਜਾ ਉਹਨਾਂ ਦਾ ਖਿਆਲ ਇਸ ਤਰ੍ਹਾਂ ਦਾ ਨਾਂ ਸੀ, ਇੱਕ ਕਾਮਰੇਡ ਲੀਡਰ ਸੀ ਡੀ ਰਾਜਾ, ਇੱਕ ਇਹਨਾਂ ਦੇ ਵੀ ਲੀਡਰ ਸੀਗੇ ਇਸੇ ਨਾਂ ਦੇ ਸ਼ਾਇਦ, ਜਿਨ੍ਹਾਂ ਦੇ ਵਿੱਚ ਸਪੈਕਟਰਮ ਘਟਾਲੇ ਦਾ ਤੇ ਕਨੀ ਮੋਦੀ ਜਿਹੜੀ ਇਹਨਾਂ ਦੀ ਸਿਸਟਰ ਹੈ, ਸਟਾਲਿਨ ਦੀ ਸਿਸਟਰ, ਉਹਨਾਂ ਦੇ ਉੱਤੇ ਕਾਫੀ ਦੋਸ਼ ਲੱਗੇ ਸੀ, ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ। ਤੇ ਜਿਹੜੇ ਸਟਾਲਿਨ ਨੇ, ਇਹ ਮੇਰੇ ਖਿਆਲ ਪਹਿਲਾਂ ਇਹਨਾਂ ਦਾ ਕੋਈ ਟੀਵੀ ਚੈਨਲ ਵੀ ਆ ਔਰ ਮੀਡੀਆ ਦੇ ਸਰਗਰਮ ਸੀਗੇ ਲਗਾਤਾਰ, ਤੇ ਇਹਨਾਂ ਦਾ ਬਿੰਬ ਵੀ ਕੋਈ ਬਹੁਤਾ ਨੈਸ਼ਨਲ ਪੋਲਿਟਿਕਸ 'ਚ ਵਧੀਆ ਨਹੀਂ ਸੀ ਗਿਣਿਆ ਜਾਂਦਾ। ਪਰ ਹੁਣ ਕਹਿੰਦੇ ਆ ਇਹਨਾਂ ਨੇ ਬੜੀ ਮਿਹਨਤ ਕੀਤੀ, ਲਗਾਤਾਰ 2-2.5 ਸਾਲ ਲਗਾਤਾਰ ਮਿਹਨਤ ਕੀਤੀ ਤੇ ਫਿਰ ਇਸ ਜਿਹੜਾ ਇਹਦਾ ਸਿਟਾਏ ਨਿਕਲਿਆ ਕਿ ਉਹ ਫਿਰ ਜੇਤੂ ਬਣ ਕੇ ਉੱਭਰੇ ਨੇ। ਇਹ ਬਿਲਕੁਲ ਤੁਹਾਡੀ ਠੀਕ ਗੱਲ ਆ ਜੀ ਕਿ MK ਸਟਾਲਿਨ ਕੋਲ ਜਿਹੜੀ ਵਿਰਾਸਤ ਹੈ ਕਰੁਣਾਨਿਧੀ ਦੀ, ਕਰੁਣਾਨਿਧੀ ਇਹ ਜਿਹੜੇ ਸਾਰੇ ਦੇ ਸਾਰੇ ਆ ਨਾ, ਇਹ ਸਾਊਥ ਵਾਲੇ ਜਿਹੜੇ ਸਟੇਟਾਂ ਦੇ ਵਿੱਚ ਬਹੁਤੇ ਜਿਹੜੇ ਰਾਜਨੀਤਿਕ ਨੇਤਾ ਆ, ਇਹ ਕਲਾਕਾਰ ਵੀ ਆ, ਇਹ ਇਧਰੋਂ ਆਪਣਾ ਇਹਨਾਂ ਦਾ ਵੀ ਇੱਕ ਇਹ ਵੀ ਪੱਖ ਹੈਗਾ। ਸਟਾਲਿਨ ਦੇ ਜੇ ਟੀਵੀ ਚੈਨਲ ਹੈਗੇ ਆ ਤੇ ਜੇ ਉਹਦੇ ਉੱਤੇ ਦੋਸ਼ ਲੱਗੇ ਸੀਗੇ ਤਾਂ ਇਹ ਜ਼ਰੂਰੀ ਨਹੀਂ ਕਿ ਉਹ ਦੋਸ਼ ਜਿਹੜੇ ਆ ਜਾਂ ਜਿਹੜੀ ਉਹਨਾਂ ਦੀ ਆਦਤ ਆ ਉਹਨੂੰ ਨਾਲ ਹੀ ਲਈ ਫਿਰਨਾ ਆ। ਇਹ ਤੋਂ ਸਿੱਖਦੇ ਵੀ ਆ ਕਿ ਲੋਕ ਕਿਹੜੀਆਂ ਚੀਜ਼ਾਂ ਨੂੰ ਪਸੰਦ ਕਰਦੇ ਆ, ਕਿਹੜੀਆਂ ਚੀਜ਼ਾਂ ਨੂੰ ਨਹੀਂ ਪਸੰਦ ਕਰਦੇ, ਜਾਂ ਲੋਕਾਂ ਦੀ ਜਿਹੜੀ ਆਵਾਜ਼ ਹੈਗੀ ਆ ਉਹ ਕਿਹੜੇ ਤਰੀਕੇ ਨਾਲ ਉਠਾਈ ਜਾ ਸਕਦੀ ਆ। ਸੋ ਜਿਵੇਂ ਤੁਸੀਂ ਕਿਹਾ ਕਿ ਇਹਨਾਂ ਨੇ ਪਿਛਲੇ 2 ਸਾਲਾਂ 'ਚ ਮਿਹਨਤ ਕੀਤੀ ਆ, ਤਾਂ ਕਰਕੇ ਹੀ ਹੁਣ ਉਹ ਇੱਕ ਵੱਡੀ ਜਿੱਤ ਜਿਹੜੀ ਆ ਉਹ ਪ੍ਰਾਪਤ ਕਰ ਸਕੇ ਆ। ਔਰ ਮੈਂ ਮਹਿਸੂਸ ਕਰਦਾ ਹਾਂ ਕਿ ਜਿਹੜੇ ਇਹ ਦੋਸ਼ ਹੈਗੇ ਆ, ਜੇ ਇਹਨਾਂ ਨੂੰ ਲਾਂਭੇ ਕਰਦੀ ਹੈ ਤਾਂ ਉਹਨਾਂ ਦਾ ਜਿਹੜੀ ਫੈਡਰਲ ਢਾਂਚਾ ਤਗੜਾ ਕਰਨ ਦੀ ਮੁਹਿੰਮ ਹੈਗੀ ਆ ਆਉਣ ਵਾਲੇ ਦਿਨਾਂ 'ਚ, ਜਿਹਦੀ ਚੱਲਣ ਦੀ ਸੰਭਾਵਨਾ ਆ ਔਰ ਉਹਨਾਂ ਲੀਡਰਾਂ ਦੇ ਇਕੱਠੇ ਹੋਣ ਦੀ ਵੀ ਸੰਭਾਵਨਾ ਹੈ, ਉਹਦੇ ਵਿੱਚ ਮੇਰਾ ਖਿਆਲ ਹੈ ਕਿ MK ਸਟਾਲਿਨ ਚੰਗਾ ਰੋਲ ਨਿਭਾ ਸਕਦੇ ਆ ਜੀ। ਅੱਛਾ, ਦੂਜਾ ਇਹਨਾਂ ਨੂੰ ਇੱਕ ਬੈਨੀਫਿਟ ਇਹ ਵੀ ਲੱਗਦਾ ਹੋਇਆ ਜੀ, ਜਿਹੜੀ AIDMK ਦੀ ਜਿਹੜੀ ਅੰਮਾ ਜਿਹੜੀ ਬੜੀ ਸਟਰੋਂਗ ਲੀਡਰ ਸੀ, ਉਹਦੇ ਜਾਣ ਤੋਂ ਬਾਅਦ ਜਿਹੜੀ ਪਾਰਟੀ ਆ ਉਹਦੇ ਵਿੱਚ ਕਾਫੀ ਫੁੱਟ ਰਹੀ ਆ ਔਰ ਉਹਦੇ 2 ਧੜੇ ਬਣੇ ਜਿਹਦੇ ਤੋਂ ਲੈ ਕੇ ਕਾਫੀ ਜ਼ਿਆਦਾ ਚਰਚਾ ਰਹੀ, ਪਰ ਅਲਟੀਮੇਟਲੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪਿਛਲੇ ਤੇ ਸਮਾਂ ਆਪਣਾ ਕੱਢ ਗਏ। ਪਰ ਅਗਲੇ ਪਾਸੇ ਲੋਕਾਂ ਨੂੰ ਨਜ਼ਰ ਆ ਰਿਹਾ ਸੀਗਾ ਕਿ ਇਹ ਪਾਰਟੀ ਜਿਹੜੀ ਆ ਹੁਣ ਲੋਕਾਂ ਦੇ ਪੂਰਾ ਵਾਅਦੇ ਦੇ ਉੱਤੇ ਨਹੀਂ ਉੱਪਰ ਸਕਦੀ। ਹਾਲਾਂਕਿ ਜਦੋਂ ਜੈ ਲਲਿਤਾ ਹੀ ਜਿਉਂਦੇ ਸੀ ਤੇ ਉਹਨਾਂ ਨੇ ਅੰਮਾ ਰਸੋਈ ਨਾਂ ਤੇ ਗਰੀਬਾਂ ਲਈ ਬਹੁਤ ਸਸਤਾ ਭੋਜਨ ਤੇ ਇਸ ਤਰ੍ਹਾਂ ਦੇ ਕੰਮ ਕੀਤੇ ਸੀ। ਮਤਲਬ ਲੋਕ ਲੁਭਾਊ ਚੀਜ਼ਾਂ ਜਿਹੜੀਆਂ ਸਾਰੀਆਂ ਹੀ ਪਾਰਟੀਆਂ ਕਰਦੀਆਂ ਨੇ, ਜਿਵੇਂ ਪਿਛਲੇ ਇਲੈਕਸ਼ਨ ਵੇਲੇ ਆਪਾਂ ਸੁਣਦੇ ਰਹੇ ਆ, ਮੈਂ ਉਹਨਾਂ ਦਿਨਾਂ 'ਚ ਇੰਡੀਆ ਵਿੱਚ ਹੀ ਸੀ ਔਰ ਕਾਫੀ ਸਾਰੀਆਂ ਰੈਲੀਆਂ ਅਟੈਂਡ ਕਰਨ ਦਾ ਮੌਕਾ ਮਿਲਿਆ ਸੀਗਾ, ਟੀਵੀ ਚੈਨਲ ਵਾਸਤੇ ਵੀ ਮੈਂ ਕੁਝ ਕਵਰੇਜ ਵੀ ਕੀਤੀ ਸੀ। ਔਰ ਉੱਥੇ ਜਿਹੜੇ ਲੀਡਰ ਸੀ ਕਹਿੰਦੇ ਸੀਗੇ ਕਿ ਅਸੀਂ ਚਾਹ ਪੱਤੀ ਵੀ ਦੇਵਾਂਗੇ, ਘਿਓ ਵੀ ਦੇਵਾਂਗੇ। ਮਤਲਬ ਇੱਥੋਂ ਤੱਕ ਸਿਆਸਤ ਹੋ ਗਈ ਕਿ ਹੁਣ ਉਹ ਜਿਹੜਾ ਰਾਸ਼ਨ ਹੈ ਇਕੱਲਾ ਉਹ ਆਟਾ ਦਾਲ ਸਕੀਮ ਹੀ ਨਹੀਂ, ਉਹ ਤੋਂ ਅੱਗੇ ਇੱਕ ਦੂਜੇ ਨੂੰ ਵੱਧ ਕੇ ਦੱਸ ਰਹੇ ਸੀਗੇ। ਇਹਦੇ 'ਚ ਦੇਖੋ ਜੀ, ਗੱਲ ਇਹ ਆ ਵੀ ਇੱਕ ਗੱਲ ਤਾਂ ਜ਼ਰੂਰ ਮੰਨਣੀ ਪਏਗੀ ਕਿ ਲੀਡਰ ਜਿਹੜੇ ਆ ਉਹ ਪਾਰਟੀਆਂ ਬਿਲਡ ਕਰਦੇ ਆ ਤੇ ਪਾਰਟੀਆਂ ਜਿਹੜੀਆਂ ਉਹ ਲੀਡਰਾਂ ਨੂੰ ਬਿਲਡ ਕਰਦੀਆਂ ਆ। ਤੇ ਜਿੱਦਾਂ ਕਹਿੰਦੇ ਆ ਵੀ ਮਰਦ ਦੀ ਮਾਇਆ ਤੇ ਦਰਖਤ ਦੀ ਛਾਇਆ ਜਿਹੜੀ ਹੈ ਉਹਦੇ ਨਾਲ ਚੱਲ ਜਾਂਦੀ ਆ। ਜਿਹੜੀ ਅੰਨਾ DMK ਆ, ਜਿਹਦੀ ਲੀਡਰ ਜਿਹੜੀ ਆ ਜੈ ਲਲਿਤਾ ਸੀਗੀ, ਉਹਨੇ ਜੇ ਹਾਂ ਕੰਮ ਕੀਤੇ ਆ ਤਾਂ ਉਹਨੇ ਨਾਲ ਆਪਣੀ ਜਿਹੜੀ ਉਹ ਅਡਾਪਟਡ ਕੁੜੀ ਸੀਗੀ ਉਹਦੇ ਵਿਆਹ ਦੇ ਉੱਤੇ ਕਿੰਨਾ ਖਰਚ ਕੀਤਾ ਸੀਗਾ, ਕੀ ਕੀਤਾ ਸੀਗਾ, ਇਹ ਵੀ ਲੋਕਾਂ ਦੇ ਸਾਹਮਣੇ ਆ। ਤੇ ਨਾਲ ਦੀ ਨਾਲ ਇਹ ਆ ਕਿ ਉਸ ਪਾਰਟੀ ਦਾ ਜਿੱਦਾਂ ਤੁਸੀਂ ਦੱਸਿਆ ਵੀ ਫੁੱਟ ਪੈ ਗਈ, ਕੋਈ ਲੀਡਰ ਉੱਭਰ ਨਹੀਂ ਸਕਿਆ, ਜਦੋਂ ਕਿ MK ਸਟਾਲਿਨ ਜਿਹੜਾ ਹੈਗਾ ਉਹ M ਕਰੁਣਾਨਿਧੀ ਦੀ ਵਿਰਾਸਤ ਨੂੰ ਬਾਖੂਬੀ ਸਾਂਭ ਗਿਆ ਜੀ।
ਜੀ ਭਾਈ ਸਾਹਿਬ 100 ਮੈਂ ਜਿਵੇਂ ਜ਼ਿਕਰ ਕੀਤਾ ਕਿ 118 ਸੀਟਾਂ ਲੈ ਕੇ ਸਰਕਾਰ ਬਣਦੀ ਸੀ, ਪਰ ਡੀਐਮਕੇ ਕੋਲ 133 ਸੀਟਾਂ ਨੇ। ਚੰਗੀ ਬਹੁਗਿਣਤੀ ਵਾਲੀ ਸਰਕਾਰ ਉੱਥੇ ਬਣੀ ਆ ਤੇ ਉਮੀਦ ਰੱਖਣੀ ਚਾਹੀਦੀ ਆ ਕਿ ਉਹ ਵਾਕਿਆ ਹੀ ਆਉਣ ਵਾਲੇ ਭਾਰਤ ਦੀ ਜਿਹੜੀ ਸਿਆਸਤ ਆ ਜਿਹੜੇ ਉਹ ਚ ਰੱਦੋ-ਬਦਲ ਹੋਣਾ, ਉਹਦੇ ਵਿੱਚ ਉਹਨਾਂ ਦਾ ਇੱਕ ਨਿੱਘਰ ਰੋਲ ਜਿਹੜਾ ਉਹ ਜ਼ਰੂਰ ਹੋਏਗਾ। ਹੁਣ ਜੇ ਆਪਾਂ ਕੇਰਲਾ ਦੀ ਗੱਲ ਕਰ ਲਈਏ ਥੋੜੀ ਜੀ, ਕੇਰਲਾ ਦੀ ਸਿਆਸਤ ਜਿਹੜੀ ਆ ਉਹ ਕਿਹਾ ਜਾਂਦਾ ਹੈ ਕਿ ਬੰਗਾਲ, ਕੇਰਲਾ ਤੇ ਪੰਜਾਬ ਤਿੰਨੇ ਜਿਹੜੀਆਂ ਇਹ ਸਟੇਟਾਂ ਨੇ ਇਹ ਨਾਬਰ ਸਟੇਟਾਂ ਨੇ, ਨਾਬਰ ਨੇ, ਸੈਂਟਰ ਦੀ ਕਦੀ ਵੀ ਅਧੀਨਗੀ ਸਵੀਕਾਰ ਨਹੀਂ ਕਰਦੀਆਂ ਤੇ ਨਾ ਹੀ ਮੇਨ ਸਟ੍ਰੀਮ ਨਾਲ ਮਿਲ ਕੇ ਚੱਲਦੀਆਂ ਨੇ। ਜੇ ਸੈਂਟਰ 'ਚ ਕਾਂਗਰਸ ਹੁੰਦੀ ਆ ਤੇ ਇਹ ਸਟੇਟਾਂ ਵੱਖਰੀ ਤਰ੍ਹਾਂ ਦੀ ਰਾਜਨੀਤੀ ਕਰਦੀਆਂ ਨੇ ਤੇ ਇਦਾਂ ਦਾ ਹੀ ਜਿਹੜਾ ਉਭਾਰ ਹੈ ਹੁਣ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ 'ਚ ਭਾਵੇਂ ਬੜੀ ਨਿਖੇਧਕ ਸਰਕਾਰ ਸਾਬਤ ਹੋਈ ਆ ਕੈਪਟਨ ਦੀ, ਪਰ ਮੋਦੀ ਵੇਲੇ ਕੈਪਟਨ ਦਾ ਆਉਣਾ, ਕੇਰਲਾ 'ਚ ਲੈਫਟ ਵਾਲਿਆਂ ਦਾ ਦੁਬਾਰਾ ਜਿੱਤਣਾ ਤੇ ਮਮਤਾ ਬੈਨਰਜੀ ਰਾਂ ਦਾ ਐਡੀ ਵੱਡੀ ਟੱਕਰ ਦੇ ਕੇ ਇੱਕ ਹੀਰੋ ਬਣ ਕੇ ਉੱਭਰਨਾ ਜਿਹੜਾ ਇਹਦੇ ਬੜੇ ਵੱਡੇ ਮਾਇਨੇ ਜਿਹੜੇ ਆ ਉਹ ਭਾਰਤੀ ਸਿਆਸਤ 'ਚ ਨਜ਼ਰ ਆ ਰਹੇ ਜੀ। ਉਹਦੇ ਚੇਤਾ ਹੈ ਜੀ ਕਿ ਤੁਸੀਂ ਬਿਲਕੁਲ ਦਰੁਸਤ ਕਿਹਾ ਹੈਗਾ ਕਿ ਕੇਰਲ ਜਿਹੜਾ ਸੂਬਾ ਨਾ ਜੀ ਇਹਦੀ ਅੰਤਰਰਾਸ਼ਟਰੀ ਪੱਧਰ ਤੱਕ ਮਹੱਤਤਾ ਹੈਗੀ ਆ। ਕੇਰਲ ਐਸਾ ਸੂਬਾ ਆ ਜਿਹਦੇ ਵਿੱਚ 1957 ਦੇ ਵਿੱਚ EMS ਨਮੂਦਰੀਪਦ ਦੀ ਸਰਕਾਰ, ਜਦੋਂ ਕਿ ਭਾਰਤੀ ਕਮਿਊਨਿਸਟ ਪਾਰਟੀ ਇਕੱਠੀ ਹੁੰਦੀ ਸੀਗੀ, ਇਹਦੇ ਵੱਖਰੇ ਧੜੇ ਨਹੀਂ ਬਣੇ ਸੀਗੇ, ਉਹ ਦੁਨੀਆ ਦੇ ਵਿੱਚ ਪਹਿਲਾ ਇੱਕ ਰਾਜ ਸੀਗਾ ਜਿਹਦੇ ਵਿੱਚ ਨੰਬਰ 1 ਕਿ ਇੱਕ ਰਾਜ ਦੇ ਵਿੱਚ ਕਮਿਊਨਿਸਟਾਂ ਦੀ ਹਕੂਮਤ ਬਣੀ ਔਰ ਦੂਜਾ ਵੋਟਾਂ ਦੇ ਨਾਲ ਇੱਕ ਰਾਜ ਦੇ ਵਿੱਚ ਜਿਹੜੀ ਤਬਦੀਲੀ ਹੈਗੀ ਆ, ਜਿਹੜੀ ਹਕੂਮਤ ਬਣਾਉਣ ਦੇ ਵਿੱਚ ਉਹ ਕਾਮਯਾਬ ਹੋਏ। ਉਸ ਤੋਂ ਗਾਂ ਇਹ ਆ ਕਿ ਜਿਹੜੀ ਜਿੱਦਾਂ ਹੁਣ ਬੰਗਾਲ ਦੇ ਵਿੱਚ CPM ਜਿਹੜੀ ਆ ਉਹਦੇ 'ਚ ਹੋਰ ਗੱਲਾਂ ਤੋਂ ਬਿਨਾਂ ਇੱਕ ਵੱਡਾ ਘਾਟਾ ਇਹ ਆ ਕਿ ਉਹਨਾਂ ਕੋਲ ਹੁਣ ਕੋਈ ਜੋਤੀ ਬਾਸੂ ਦੇ ਕੱਦ ਦਾ ਲੀਡਰ ਹੈ ਨਹੀਂਗਾ, ਜਦੋਂ ਕਿ ਕੇਰਲ ਦੇ ਵਿੱਚ ਅਜੇ ਵੀ EMS ਨਮੂਦਰੀਪਾਦ, AK ਗੋਪਾਲਨ, EK ਨਾਇਨਾਰ ਉਹਨਾਂ ਦੇ ਵਾਰਸ ਦੇ ਤੌਰ ਤੇ ਇੱਕ ਵੱਡੇ ਕੱਦ ਵਾਲਾ ਨੇਤਾ ਜਿਹੜਾ ਹੈਗਾ P ਵਿਜਯਨ ਹੈਗਾ। ਔਰ ਇਹ ਜਿਹੜੇ ਲੀਡਰ ਪਹਿਲਾਂ ਮੈਂ ਨਾਂ ਦੱਸੇ ਆ, EMS ਨਮੂਦਰੀਪਾਦ ਦਾ ਨਾਂ ਜਿਹੜਾ ਉਹ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਲਿਆ ਜਾਂਦਾ ਆ। ਔਰ AK ਗੋਪਾਲਨ ਜਿਹੜੇ ਆ ਇਹ ਪਾਰਲੀਮੈਂਟ ਦੇ ਵਿੱਚ ਰਹੇ ਆ 1952 ਤੋਂ ਲੈ ਕੇ 1977 ਤੱਕ, ਆਪਣੀ ਯਾਨੀ ਅੰਤਮ ਸਵਾਸਾਂ ਤੱਕ ਉਹ ਲਗਾਤਾਰ ਪਾਰਲੀਮੈਂਟ 'ਚ ਆਉਂਦੇ ਰਹੇ ਆ। ਔਰ ਜਿਹੜੀ 1952 'ਚ ਇਲੈਕਸ਼ਨ ਹੋਈ ਸੀਗੀ ਉਹਦੇ 'ਚ AK ਗੋਪਾਲਨ ਦਾ ਜਿਹੜਾ ਮਾਰਜਨ ਸੀ ਜਿੱਤਣ ਦਾ ਉਹ ਪੰਡਿਤ ਜਵਾਹਰ ਲਾਲ ਨਹਿਰੂ ਨਾਲੋਂ ਵੀ ਵਧੇਰੇ ਸੀਗਾ। ਔਰ ਉਹਨਾਂ ਦੀ ਇੰਨੀ ਰਿਸਪੈਕਟ ਸੀਗੀ ਕਿ ਪਾਰਲੀਮੈਂਟ ਦੇ ਵਿੱਚ ਇੱਕ ਵਾਰੀ ਸੰਜੇ ਗਾਂਧੀ ਉਹਨਾਂ ਨੂੰ ਕੁਝ ਕਹਿਣ ਲੱਗਾ ਸੀਗਾ ਤਾਂ ਇੰਦਰਾ ਗਾਂਧੀ ਨੇ ਟੋਕ ਦਿੱਤਾ ਸੀਗਾ ਕਿ ਇਹ ਮੇਰੇ ਬਾਪ ਨਾਲੋਂ ਵੀ ਰਿਸਪੈਕਟੇਬਲ ਆ ਮੇਰੇ ਲਈ। ਇਦਾਂ ਦੇ ਲੀਡਰ ਜਿਹੜੇ ਸੀਗੇ ਉਹਨਾਂ ਕੋਲ। ਹੁਣ ਵਿਜਨ ਨੇ ਕੀ ਕੀਤਾ? ਵਿਜਨ ਨੇ ਦੇਖੋ ਜੇ ਹੜ੍ਹ ਆਇਆ ਤਾਂ ਉਹਦੇ ਮੰਤਰੀ ਜਿਹੜੇ ਆ ਉਹ ਹੜ੍ਹਾਂ ਦੇ ਵਿੱਚ ਲੁੰਗੀਆਂ ਟੰਗ ਕੇ ਲੋਕਾਂ ਦੇ ਨਾਲ ਜਿਹੜੇ ਆ ਉਹ ਪੇਸ਼ ਰਹੇ ਹੈਗੇ ਆ। ਔਰ ਜੇ ਕਰੋਨਾ ਦੀ ਗੱਲ ਆਈ ਆ ਤਾਂ ਉਹਨਾਂ ਦੀ ਜਿਹੜੀ ਹੈਲਥ ਮਿਨਿਸਟਰ ਆ ਉਹਨੇ ਸਭ ਤੋਂ ਪਹਿਲਾਂ ਉਹਨੂੰ ਜਿਹੜਾ ਕਾਬੂ ਕਰਨ ਲਈ, ਉਹਦਾ ਕੰਟਰੋਲ ਕਰਨ ਲਈ ਕੀਤਾ। ਹੁਣ ਵਿਜਨ ਨੇ ਇੱਕ ਬਹੁਤ ਨਵਾਂ ਤਜਰਬਾ ਕੀਤਾ ਹੈਗਾ। ਉਹਨੇ ਇਹ ਕੀਤਾ ਕਿ ਬਈ ਜਿਹੜੇ MLA 2 ਵਾਰੀ ਜਾਂ 3 ਵਾਰੀ MLA ਬਣ ਚੁੱਕੇ ਆ ਉਹਨਾਂ ਨੂੰ ਟਿਕਟ ਨਹੀਂ ਦੇਣੀ, ਟਿਕਟ ਨਵੇਂ ਬੰਦਿਆਂ ਨੂੰ ਦੇਣੀ ਹੈਗੀ ਆ। ਇਹਦੇ ਨਾਲ ਉਹਨੇ ਇੱਕ ਬੜਾ ਵੱਡਾ ਰਿਸਕ ਵੀ ਲਿਆ, ਜਿਹਦੇ ਨਾਲ ਇੱਕ ਬੰਦੇ ਦਾ ਰਾਜ ਕਹਿ ਲਓ ਕਿ ਕਾਂਸਟੀਚੁਐਂਸੀ 'ਚ ਜਾਂ ਕਿ ਪਰਿਵਾਰ ਦਾ ਰਾਜ, ਇਹਨੂੰ ਬਿਲਕੁਲ ਉਹਨੇ ਜੜ੍ਹਾਂ ਤੋਂ ਉਖਾੜ ਕੇ ਮਾਰਿਆ। ਤੇ ਰਿਸਕ ਲੈ ਕੇ ਬੜਾ ਫਿਕਰ ਵੀ ਸੀਗਾ ਕਿ ਬਈ ਇੱਕ ਵਾਰੀ 3 ਵਾਰੀ ਜਿੱਤਿਆ ਬੰਦਾ ਜਿਹੜਾ ਉਹਦੇ ਥਾਂ ਤੁਸੀਂ ਇੱਕ ਨਵੇਂ ਬੰਦੇ ਨੂੰ ਲਿਆ ਰਹੇ ਹੋ ਤੇ ਕੀ ਇਹ ਖਤਰੇ ਵਾਲੀ ਗੱਲ ਨਹੀਂ ਹੈ। ਪਰੰਤੂ ਉਹਨੇ ਸਾਬਤ ਕਰਤਾ ਕਿ ਨਵੀਂ ਜਨਰੇਸ਼ਨ ਜਿਹੜੀ ਹੈਗੀ ਆ ਉਹ ਜਿਹੜੀ ਪਹਿਲੇ ਜਿਹੜੇ ਹੈਗੇ ਆ ਉਹਨਾਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ। ਸੋ ਲੋਕਾਂ ਨਾਲ ਜੁੜਨ ਲਈ ਭਾਵੇਂ ਕੋਈ ਵੀ ਵਿਪਤਾ ਹੋਵੇ, ਹੜ੍ਹਾਂ ਦੀ ਹੋਵੇ, ਕਰੋਨਾ ਦੀ ਹੋਵੇ। ਔਰ ਵੈਸਟ ਬੰਗਾਲ ਦਾ ਤੇ ਕੇਰਲ ਦਾ ਇਹ ਵੀ ਰਿਹਾ ਹੈਗਾ, ਜਦੋਂ ਜੋਤੀ ਬਾਸੂ ਵੈਸਟ ਬੰਗਾਲ ਦੇ ਚੀਫ ਮਿਨਿਸਟਰ ਸੀਗੇ ਉਹ ਕੇਂਦਰ ਨਾਲ ਬਕਾਇਦਾ ਟੱਕਰ ਲੈਂਦੇ ਸੀਗੇ, ਰਾਜਾਂ ਲਈ ਵੱਧ ਅਧਿਕਾਰਾਂ ਦੀ ਮੰਗ ਕਰਦੇ ਸੀਗੇ ਤੇ ਨਾਲ ਦੀ ਨਾਲ ਆਪਣਾ ਹਿੱਸਾ ਜਿਹੜਾ ਬਣਦਾ ਹੈਗਾ ਸਟੇਟ ਦਾ ਉਹ ਵੀ ਲੈਂਦੇ ਸੀਗੇ। ਜਦੋਂ ਕਿ ਇਹ ਅਕਾਲੀ ਦਲ ਵੀ ਇੱਕ ਰੀਜਨਲ ਪਾਰਟੀ ਆ, ਅੱਗੇ ਵੀ ਕਈ ਵਾਰੀ ਆਪਾਂ ਗੱਲ ਕੀਤੀ ਆ ਕਿ ਪ੍ਰਕਾਸ਼ ਸਿੰਘ ਬਾਦਲ 1977 ਦੇ ਵਿੱਚ ਰਾਜਾਂ ਨੂੰ ਵੱਧ ਅਧਿਕਾਰ ਦੇਣ ਲਈ ਇੱਕ ਜਿਹੜੀ ਕਾਨਫਰੰਸ ਹੈਗੀ ਆ ਉਹ ਚੰਡੀਗੜ੍ਹ 'ਚ ਇਹਨਾਂ ਨੇ ਸੱਦ ਲਈ। ਮਰਾਰਜੀ ਦੇਸਾਈ ਉਦੋਂ ਹੁੰਦੇ ਸੀਗੇ ਪ੍ਰਧਾਨ ਮੰਤਰੀ। ਉਹਨਾਂ ਨੇ ਸੱਦੇ ਕੌਣ? JNK ਵਾਲਾ ਫਰੂਕ ਅਬਦੁੱਲਾ ਸੱਦਿਆ,
DMK ਵਾਲਾ ਕਰੁਣਾਨਿਧੀ ਸੱਦਿਆ, ਬੰਗਾਲ ਵਾਲਾ ਜੋਤੀ ਬਾਸੂ ਸੱਦਿਆ, ਕੇਰਲ ਦਾ ਮੁੱਖ ਮੰਤਰੀ ਸੱਦਿਆ, ਜਿਹੜੇ ਵੀ ਰਾਜਾਂ ਲਈ ਵੱਧ ਅਧਿਕਾਰਾਂ ਦੀ ਮੰਗ ਕਰਦੇ ਸੀਗੇ ਉਹ ਸੱਦੇ। ਮੁਰਾਰਜੀ ਦੇਸਾਈ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਦਬਕਾ ਮਾਰਿਆ, ਉਹ ਇਹ ਕੀ ਕਰਨ ਲੱਗੇ ਜੇ? ਉਹਨੇ ਕਿਹਾ ਜੀ ਜਨਾਬ ਇਹ ਵੱਧ ਅਧਿਕਾਰਾਂ ਲਈ ਅਸੀਂ ਕਨਵੈਨਸ਼ਨ ਕਰਨ ਲੱਗੇ ਆ, ਕਾਨਫਰੰਸ ਕਰਨ ਲੱਗੇ ਆ। ਉਹ ਕਹਿੰਦਾ ਵੀ ਬੰਦੇ ਦੇ ਪੁੱਤ ਬਣ ਕੇ ਇਹ ਛੱਡ ਦਿਓ। ਕਈ ਤਾਂ ਇਹ ਕਹਿੰਦੇ ਆ ਜੀ ਵੀ ਬਾਦਲ ਸਾਹਿਬ ਦਾ ਪਜਾਮਾ ਵੀ ਗਿੱਲਾ ਹੋ ਗਿਆ ਸੀਗਾ, ਇਹ ਤਾਂ ਚਲੋ ਆਪਾਂ ਕੋਈ ਦਰਿਆਫਤ ਨਹੀਂ ਕਰ ਸਕਦੇ, ਪਰੰਤੂ ਉਹਨਾਂ ਨੇ ਉਹ ਕਾਨਫਰੰਸ ਜਿਹੜੀ ਆ ਉਹ ਮੁਲਤਵੀ ਕਰ ਦਿੱਤੀ ਸੀਗੀ। ਤੇ ਇਹ ਜਿਹੜੇ ਲੀਡਰ ਸੀਗੇ ਆਪਣੇ ਕੇਰਲ ਵਾਲੇ ਜਾਂ ਬੰਗਾਲ ਵਾਲੇ ਜਾਂ ਆਪਣੇ ਤਾਮਿਲਨਾਡੂ ਵਾਲੇ, ਇਹ ਇਸ ਗੱਲ ਲਈ ਖੜੇ ਰਹੇ ਸੀਗੇ। ਔਰ ਹੁਣ ਮੈਨੂੰ ਲੱਗਦਾ ਇਹ ਆ ਕਿ ਵਿਜਯਨ ਸਟਾਲਿਨ ਔਰ ਜਿਹੜੀ ਮਮਤਾ ਵੀ ਇੱਕ ਰੀਜਨਲ ਪਾਰਟੀ ਦੀ ਲੀਡਰ ਤੌਰ ਤੇ ਉੱਭਰੀ ਆ, ਇਹਨਾਂ ਦੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਦੀ ਰਾਜਨੀਤੀ ਜਿਹੜੀ ਆ ਉਹਦੇ ਉੱਤੇ ਜ਼ਰੂਰ ਪੋਜ਼ਿਟਿਵ ਅਸਰ ਪਏਗਾ। ਇੱਕ ਅਸਰ ਤਾਂ ਪੈ ਗਿਆ ਕਿ ਜਿਹੜਾ ਇਹ ਪ੍ਰਚਾਰ ਕੀਤਾ ਜਾਂਦਾ ਸੀਗਾ BJP ਵੱਲੋਂ ਕਿ ਮੋਦੀ ਹੈ ਤਾਂ ਮੁਮਕਿਨ ਹੈ, ਉਹਨਾਂ ਨੇ ਕਹਿ ਦਿੱਤਾ ਵੀ ਏਦਾਂ ਦੀ ਕੋਈ ਗੱਲ ਨਹੀਂ ਹੈ, ਇਹ ਕੋਈ ਮੁਮਕਿਨ ਵਾਲੀ ਗੱਲ ਨਹੀਂ ਹੈ। ਔਰ ਇਸ ਗੱਲ ਨੇ ਖਾਸ ਕਰਕੇ ਕੇਰਲ ਦਾ ਔਰ ਤਾਮਿਲਨਾਡੂ ਦਾ ਜ਼ਿਕਰ ਇਸ ਕਰਕੇ ਘੱਟ ਹੁੰਦਾ ਰਿਹਾ ਕਿਉਂਕਿ DMK ਦਾ ਵੀ ਔਰ ਭਾਰਤ ਸਰਕਾਰ ਦਾ ਵੀ ਜ਼ਿਆਦਾ ਜ਼ੋਰ ਜਿਹੜਾ ਸੀਗਾ ਉਹ ਮਮਤਾ ਨੂੰ ਔਸਤ ਕਰਨ ਵਾਸਤੇ ਲੱਗਾ ਸੀਗਾ ਬੰਗਾਲ ਦੇ ਵਿੱਚ, ਔਰ ਇਸੇ ਕਰਕੇ ਉਧਰ ਜ਼ਿਆਦਾ ਇੰਪੋਰਟੈਂਸ ਮਿਲੀ। ਪਰ ਹੁਣ ਇਹ ਸਟੇਟਾਂ ਜਿਹੜੀਆਂ ਆ ਇਹ ਲਾਜ਼ਮੀ ਤੌਰ ਦੇ ਉੱਤੇ ਲੋਕਾਂ ਨਾਲ ਜੁੜੇ ਹੋਏ ਹੋਣ ਕਰਕੇ ਇਹ ਜਿੱਤੇ ਆ, ਤੇ ਇਹ ਲੋਕਾਂ ਦੇ ਮਸਲੇ ਹੱਲ ਕਰਨੇ ਜਾਣਦੇ ਵੀ ਆ, ਲੋਕਾਂ ਨਾਲ ਸਟੈਂਡ ਕਰਦੇ ਆ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ ਜਿਹੜੀ ਇੱਕ ਧਰਮ ਆਧਾਰਿਤ ਰਾਜਨੀਤੀ ਆ, ਜਿਹੜੀ ਜਾਤਾਂ ਦੇ ਆਧਾਰ ਤੇ ਵੰਡ ਕੇ, ਸਟੇਟਾਂ ਦੇ ਆਧਾਰ ਤੇ ਵੰਡ ਕੇ, ਲੈਂਗੁਏਜ ਦੇ ਆਧਾਰ ਤੇ ਵੰਡ ਕੇ ਜਿਹੜੀ ਇੱਕ ਫੈਸਿਜ਼ਮ ਵਰਗੀ ਨੀਤੀ ਚੱਲ ਰਹੀ ਸੀਗੀ, ਉਹਨੂੰ ਘੱਟੋ ਘੱਟ ਇਹਨਾਂ ਨੇ ਠੱਲ ਪਾਈ ਆ। ਔਰ ਗਾਂ ਜਿਹੜੀਆਂ ਡੈਮੋਕ੍ਰੈਟਿਕ ਤੇ ਜਿਹੜੀਆਂ ਲੋਕ ਪੱਖੀ ਤਾਕਤਾਂ ਆ ਉਹਨਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਹਿੱਸਾ ਹੋਏਗਾ। ਜੀ ਭਾਈ ਸਾਹਿਬ, ਥੋੜੀ ਜਿਹੀ ਗੱਲ ਮੈਂ ਤੁਹਾਡਾ ਹੋਰ ਕਰਨੀ ਚਾਹੁੰਦਾ ਆ, ਕਿਉਂਕਿ BJP ਪੂਰਾ ਜ਼ੋਰ ਲਾ ਰਹੀ ਸੀ ਕਿ ਜਿਹੜਾ ਦੱਖਣੀ ਭਾਰਤ ਆ ਉਹਦੇ ਵਿੱਚ ਕਿਤੇ ਨਾ ਕਿਤੇ ਉਹਦੇ ਪੈਰ ਲੱਗ ਜਾਣ, ਸਵਾਏ ਕਰਨਾਟਕਾ ਤੋਂ ਜਿੱਥੇ ਉਹਨਾਂ ਦਾ ਇੱਕ ਮਹਾਂ ਕਰਪਟਡ ਨੇਤਾ ਬਣ ਕੇ ਉੱਭਰਿਆ ਸੀ ਯੁੱਧਰਪਾ, ਉੱਥੇ BJP ਦੇ ਪੈਰ ਲੱਗਣ ਤੋਂ ਇਲਾਵਾ ਬਾਕੀ ਸਾਰੇ ਹੀ ਸਾਊਥ ਨੇ ਕਿਸੇ ਨਾ ਕਿਸੇ ਤਰੀਕੇ BJP ਨੂੰ ਨਕਾਰਿਆ। ਤੇ ਇੱਕ ਸੀਟ ਪਿਛਲੀ ਇਲੈਕਸ਼ਨ ਦੇ ਵਿੱਚ ਕੇਰਲਾ 'ਚ ਵੀ BJP ਜਿੱਤ ਗਈ ਸੀਗੀ, ਤੇ ਮੁੱਖ ਮੰਤਰੀ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ BJP ਦਾ ਇਹ ਕੈਂਡੀਡੇਟ ਜਿੱਤ ਕਿੱਦਾਂ ਗਿਆ, ਤੇ ਉਹਨਾਂ ਕਿਹਾ ਕੋਈ ਗੱਲ ਨਹੀਂ, ਅਸੀਂ ਅਗਲੀ ਵਾਰ ਜਿਹੜਾ ਉਹਨਾਂ ਨੇ ਉਦੋਂ ਹੀ ਕਹਿ ਦਿੱਤਾ ਕਿ ਇਹ ਪ੍ਰਬੰਧ ਕਰਾਂਗੇ ਕਿ ਇਸ ਤਰ੍ਹਾਂ ਦਾ ਦੁਬਾਰਾ ਇਹ ਗਲਤੀ ਨਾ ਹੋਵੇ। ਉਹਨਾਂ ਨੇ ਉਸ ਕੰਸਟੀਚੁਐਂਸੀ ਦੇ ਵਿੱਚ ਵਧੇਰੇ ਸਕੂਲ ਖੋਲੇ, ਵਧੇਰੇ ਲੋਕਾਂ ਨੂੰ ਐਜੂਕੇਟ ਕੀਤਾ, ਔਰ ਫਿਰ ਉਹਨਾਂ ਹੀ ਲੋਕਾਂ ਨੇ ਦੁਬਾਰਾ BJP ਨੂੰ ਨਕਾਰ ਦਿੱਤਾ। ਇੱਕ ਵੀ ਸੀਟ ਜਿਹੜੀ ਉੱਥੇ ਉਹ ਨਹੀਂ ਲੈ ਸਕੇ। ਬਿਲਕੁਲ ਸਹੀ ਗੱਲ ਹੈ ਜੀ। ਮੈਂ ਪਹਿਲਾਂ ਬੇਨਤੀ ਕੀਤੀ ਆ ਕਿ ਜੇ ਹੜ੍ਹ ਆਏ ਆ ਤੇ ਉਹ ਲੁੰਗੀਆਂ ਟੰਗ ਕੇ ਹੜ੍ਹਾਂ ਦੇ ਵਿੱਚ ਲੋਕਾਂ ਦੀ ਮਦਦ ਕਰ ਰਹੇ ਆ, ਜੇ ਕਰੋਨਾ ਆਇਆ ਤਾਂ ਕਰੋਨਾ ਦੇ ਵਿੱਚ ਲੋਕਾਂ ਦੇ ਨਾਲ ਉਹ ਖੜੇ ਆ, ਬਾਕੀ ਜਿਹੜੀਆਂ ਸਮੱਸਿਆਵਾਂ ਉਹਨਾਂ ਦੇ ਵਿੱਚ ਵੀ ਖੜੇ ਆ। ਔਰ ਹੁਣ ਉਹਨਾਂ ਨੇ ਕਿਹਾ ਬਈ ਅਸੀਂ ਆਪਣੇ ਆਕਸੀਜਨ ਦੇ ਪਲਾਂਟ ਲਾਉਣੇ ਆ, ਉਹ ਸਾਨੂੰ ਮਨਜ਼ੂਰੀ ਦਿੱਤੀ ਜਾਵੇ। ਯਾਨੀ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਆ। ਇਹ ਇੱਕ ਚੰਗੀ ਲੀਡਰਸ਼ਿਪ ਦੀ ਨਿਸ਼ਾਨੀ ਹੈਗੀ ਆ ਕਿ ਦੇਖੋ ਮਮਤਾ ਬੈਨਰਜੀ ਬੈੜੀ ਆ, ਅੜਬਿਆ, ਉਹ ਬੜੀ ਕਈਆਂ ਗੱਲਾਂ ਦੇ ਐਰੋਗੈਂਟ ਵੀ ਆ, ਪਰ ਇੱਕ ਗੱਲ ਇਹ ਆ ਕਿ ਉਹਨੇ 10 ਸਾਲ ਰਾਜ ਕੀਤਾ। ਉਹਦੀ ਐਡਮਿਨਿਸਟ੍ਰੇਸ਼ਨ ਦੇ ਕੁਝ ਬੰਦੇ, ਕੁਝ ਉਹਦੇ MLA, ਕੋਈ ਮੰਤਰੀ, ਹੋ ਸਕਦਾ ਕੋਈ ਥੋੜੇ ਬਹੁਤੇ ਕੋਈ ਉਹਨਾਂ ਦੇ ਵਿੱਚ ਨੁਕਸ ਆ ਗਏ ਹੋਣ, ਪਰੰਤੂ ਮਮਤਾ ਬੈਨਰਜੀ ਜਿਹੜੀ ਆ ਉਹਦਾ ਆਪਣਾ ਇਮੇਜ ਜਿਹੜਾ ਹੈਗਾ ਉਹ ਇਹ ਆ ਵੀ ਇਹ ਇਮਾਨਦਾਰ ਲੀਡਰ ਹੈਗੀ ਆ, ਧੜੱਲੇਦਾਰ ਲੀਡਰ ਆ। ਇਸੇ ਤਰ੍ਹਾਂ ਜਿਹੜੇ ਵਿਜਨ ਹੋਣੇ ਆ ਉਹਨਾਂ ਦਾ ਇਮੇਜ ਜਿਹੜਾ ਹੈਗਾ ਉਹ ਵੀ ਸਾਫ਼ ਸੁਥਰਾ ਆ। ਉਹ EMS ਨਮੂਦਰੀਪਾਲ ਦੀ, AK ਗੋਪਾਲਨ ਦੀ, EK ਨਾਇਨਾਰ ਦੀ ਜਿਹੜੀ ਵਿਰਾਸਤ ਹੈਗੀ ਆ ਉਹਨੂੰ ਲੈ ਕੇ ਉਹ ਚੱਲਣ ਡਏ ਨੇ। ਸੋ ਇਸ ਕਰਕੇ ਇਹ ਇੱਕ ਤਾਂ ਇਹਨਾਂ ਨੇ ਜਿਹੜੀ ਫੈਸਿਸਟ ਕਿਸਮ ਦੀ ਸਿਆਸਤ ਸੀਗੀ ਉਹਦਾ ਮੂੰਹ ਭੰਨਿਆ ਹੈਗਾ ਇਹਨਾਂ ਤਿੰਨਾਂ ਲੀਡਰਾਂ ਨੇ। ਔਰ ਨਾਲ ਦੀ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਕੁ ਅਸਰ ਪਏਗਾ ਉਹ ਗਾਂ ਦੀ ਗੱਲ ਆ। ਇਸ ਵੇਲੇ ਜਿਹੜੀਆਂ ਇਹਨਾਂ ਦੀ ਜਿੱਤ ਦੀਆਂ ਖੁਸ਼ੀਆਂ ਮਨਾਈਆਂ ਗਈਆਂ ਕਿ ਹੁਣ ਪੰਜਾਬ ਦੇ ਵਿੱਚ ਇਹਨਾਂ ਲੀਡਰਾਂ ਨੂੰ ਕਿੰਨੇ ਕੁ ਲੋਕ ਜਾਣਦੇ ਹੋਣਗੇ, ਕਿੰਨਾ ਕੁ ਉਹਨਾਂ ਦਾ ਵਾਸਤਾ ਆ, ਪਰ ਉਹ ਇਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਹੈਗੇ ਆ ਕਿ ਇਹਨਾਂ ਨੇ ਮੋਦੀ ਨਹੀਂ ਤਾਂ ਮੋਦੀ ਹੈ ਤਾਂ ਮੁਮਕਿਨ ਹੈ ਇਹ ਨਾਰਾ ਜਿਹੜਾ ਇਹਨੂੰ
ਮੋੜ ਕੇ ਦਿੱਲੀ ਵੱਲ ਨੂੰ ਉਹਨਾਂ ਨੂੰ ਵਾਪਸ ਕਰ ਦਿੱਤਾ ਹੈ ਜੀ। ਭਾਈ ਸਾਹਿਬ ਇੱਕ ਲਾਸਟ ਤੁਹਾਡੇ ਨਾਲ ਮੈਂ ਗੱਲ ਕਰਨੀ ਚਾਹੁੰਦਾ, ਤੁਸੀਂ ਹੁਣੇ ਕਿਹਾ ਆ ਕਿ ਇਹ ਜਿਹੜੀ ਵੈਸਟ ਬੰਗਾਲ 'ਚ ਲੈਫਟ ਦੀ ਲੀਡਰਸ਼ਿਪ ਆ ਉਹਨਾਂ ਕੋਲ ਕੋਈ ਚੰਗਾ ਲੀਡਰ ਨਹੀਂ ਸੀਗਾ, ਪਰ ਜਿਹੜੀ ਪੋਲਿਟ ਬਿਊਰੋ ਆ ਉਹਦੇ ਵਿੱਚ ਵਧੇਰੇ ਮੈਂਬਰ ਤਾਂ ਮੈਨੂੰ ਲੱਗਦਾ ਅਜੇ ਵੀ ਜਿਹੜੇ ਆ ਉਹ ਵੈਸਟ ਬੰਗਾਲ 'ਚੋਂ ਹੀ ਆ, ਔਰ ਬਰਿੰਦਾ ਕਰਾਤ ਵਰਗੇ ਸੀਤਾਰਾਮ ਜੈਚਰੀ ਵਰਗੇ ਜਿਹੜੇ ਵੱਡੇ ਲੀਡਰ ਨੇ, ਮੈਨੂੰ ਲੱਗਦਾ ਕਿ ਉਹ ਹੁਣ ਵਿਚਾਰੇ ਰਾਜ ਸਭਾ ਜਾਂ ਲੋਕ ਸਭਾ 'ਚ ਪਹੁੰਚਣ ਦੀ ਹੈਸੀਅਤ ਵੀ ਨਹੀਂ ਰੱਖਣਗੇ ਅਗਲੀ ਵਾਰ, ਜਿਹੜੇ ਹੁਣ ਮਾੜਾ ਮੋਟਾ ਉਹ ਬੈਠੇ ਨੇ। ਤੇ ਫਿਰ ਹੁਣ ਜਿਹੜੀ ਕਮਿਊਨਿਸਟ ਪਾਰਟੀ ਦੀ ਜਿਹੜੀ ਸੀਪੀਐਮ ਦੀ ਜਿਹੜੀ ਪੋਲਿਟ ਬਿਊਰੋ ਆ ਉਹਦਾ ਵੀ ਰੰਗ ਰੂਪ ਕੋਈ ਬਦਲੇਗਾ ਕੀ? ਹੁਣ ਕੇਰਲਾ ਵੱਲ ਨੂੰ ਰੁਝਾਨ ਹੋਏਗਾ, ਵੱਡੇ ਲੀਡਰ ਉਧਰੋਂ ਹੋਣਗੇ, ਉਹਦੇ ਜਿਹੜੇ ਹੋਣਗੇ ਸੈਕਟਰੀ ਵਗੈਰਾ ਜਾਂ ਜਿਹੜੇ ਚਲਾਉਣ ਵਾਲੇ ਪੋਲਿਟ ਬਿਊਰੋ ਦੇ ਮੈਂਬਰ। ਬੇਨਤੀ ਇਹ ਆ ਗਿੱਲ ਸਾਹਿਬ ਕਿ ਜਿਹੜੀ ਤੁਸੀਂ ਵਰਿੰਦਾ ਕਰਤ ਦੀ ਗੱਲ ਕੀਤੀ ਹੈ ਨਾ, ਵਰਿੰਦਾ ਕਰਤ ਦਾ ਸਬੰਧ ਵੈਸਟ ਬੰਗਾਲ ਨਾਲ ਆ, ਠੀਕ ਆ, ਪਰ ਉਹ ਬੜੇ ਲੰਮੇ ਸਮੇਂ ਤੋਂ ਦਿੱਲੀ ਦੇ ਵਿੱਚ ਕੇਂਦਰੀ ਦਫ਼ਤਰ ਦੇ ਵਿੱਚ ਹੈਗੀ ਆ, ਕਿਉਂਕਿ ਤੁਹਾਨੂੰ ਪਤਾ ਵੀ ਉਹਦੀ ਜਿਹੜੀ ਸ਼ਾਦੀ ਆ ਉਹ ਪ੍ਰਕਾਸ਼ ਕਰਤ ਨਾਲ ਹੋਈ ਆ, ਤੇ ਪ੍ਰਕਾਸ਼ ਕਰਤ ਕਿਉਂਕਿ ਜਨਰਲ ਸੈਕਟਰੀ ਵੀ ਰਿਹਾ ਹੈਗਾ ਪਾਰਟੀ ਦਾ। ਪ੍ਰਕਾਸ਼ ਕਰਤ ਦੀ ਜਿਹੜੀ ਬੈਕਗ੍ਰਾਉਂਡ ਆ ਉਹ ਤਾਮਿਲਨਾਡੂ ਦੀ ਆ, ਉਹ ਦੱਖਣ ਵੱਲੋਂ ਆਇਆ ਹੈਗਾ, ਤੇ ਜਿਹੜਾ ਸੀਤਾਰਾਮ ਯੈਚਰੀ ਆ ਇਹ ਆਂਧਰਾ ਪ੍ਰਦੇਸ਼ ਦਾ ਆ। ਔਰ ਮੈਂ ਜਦੋਂ ਗੱਲ ਕਰਦਾ ਨਾ ਲੀਡਰਸ਼ਿਪ ਦੀ, ਲੀਡਰਸ਼ਿਪ ਦਾ ਗੈਪ ਇੰਨਾ ਪੈ ਗਿਆ ਕਿ ਕਿੱਥੇ ਤਾਂ ਜੋਤੀ ਬਾਸੂ ਜਿਹੜਾ ਉਹ ਬੰਗਾਲ ਦਾ ਲੀਡਰ ਸੀਗਾ, ਜਿਹਨੂੰ ਉਹਦੇ ਵਿਰੋਧੀ ਵਿਚਾਰ ਵਾਲੇ ਵੀ ਜਿਹੜੇ ਆ ਉਹ ਪ੍ਰਧਾਨ ਮੰਤਰੀ ਬਣਾਉਣ ਲਈ ਮੰਨ ਗਏ ਸੀਗੇ। ਇੱਕ ਪਾਸੇ ਉਹਦਾ ਸਟੇਟਸ ਸੀਗਾ, ਨਾਲ ਉਹਦੇ ਪ੍ਰਮੋਦ ਦਾਸ ਗੁਪਤਾ ਸੀਗਾ, ਬਹੁਤ ਤਗੜਾ ਆਰਗੇਨਾਈਜ਼ਰ ਸੀਗਾ। ਸੋ ਮੈਂ ਇਹ ਨਹੀਂ ਕਹਿੰਦਾ ਕਿ ਬਈ ਲੀਡਰਸ਼ਿਪ ਖਤਮ ਹੋ ਗਈ ਆ, ਲੀਡਰਸ਼ਿਪ ਤਾਂ ਉੱਪਰੀ ਹੋਏਗੀ, ਪਰ ਉਸ ਲੈਵਲ ਦੀ ਯਾਨੀ ਕਿ ਨੈਸ਼ਨਲ ਲੈਵਲ ਦੇ ਉੱਤੇ ਜਿਨ੍ਹਾਂ ਦਾ ਪ੍ਰਭਾਵ ਸੀਗਾ ਉਹ ਲੀਡਰ ਕਿਉਂਕਿ ਨਹੀਂ ਰਹੇ। ਪਰ ਪ੍ਰੋਫੈਸਰ ਸਾਹਿਬ ਮੈਂਬਰ ਸੀਗੇ, ਪ੍ਰੋਫੈਸਰ ਸਾਹਿਬ ਜੇ ਆਪਾਂ ਦੇਖੀਏ ਕਿ ਜੇ 40 ਸਾਲ ਇੱਕ ਸਟੇਟ ਦੇ ਵਿੱਚ ਰਾਜ ਕਰਨ ਤੋਂ ਬਾਅਦ ਹੁਣ ਉਸ ਪਾਰਟੀ ਦੀ ਪੋਜੀਸ਼ਨ ਇਹ ਆ ਕਿ ਉਹ ਜ਼ੀਰੋ ਤੇ ਆ ਗਈ, ਇਸੇ ਤਰ੍ਹਾਂ ਹੀ ਇੱਕ ਹੋਰ ਸਟੇਟ ਹੈ ਜਿੱਥੋਂ ਦੇ ਆਪਾਂ ਬੜਾ ਮਾਣ ਨਾਲ ਦੱਸਦੇ ਹੁੰਦੇ ਸੀ ਕਮਿਊਨਿਸਟ ਪਾਰਟੀ ਦਾ ਰਾਜ ਸੀਗਾ, ਛੋਟੀ ਜੀ ਸਟੇਟ ਹੈ, ਮੈਂ ਹੁਣ ਨਾਮ ਭੁੱਲ ਰਿਹਾ, ਜਿੱਥੋਂ ਤ੍ਰਿਪੁਰਾ ਦੇ ਜਿਹੜੇ ਜਿਸ ਤਰ੍ਹਾਂ ਅੱਜ ਅਸੀਂ ਮਮਤਾ ਬੈਨਰਜੀ ਦੇ ਗੁਣ ਗਾ ਰਹੇ ਆ ਕਿ ਉਹ ਸਾਦਾ ਹਵਾਈ ਚੱਪਲ ਪਾ ਕੇ ਰੱਖਦੀ ਆ, ਇਸੇ ਤਰ੍ਹਾਂ ਉਹਨਾਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਲਗਾਤਾਰ ਇੰਨੇ ਸਾਲ ਸੀਐਮ ਰਹਿਣ ਦੇ ਬਾਵਜੂਦ ਇੱਕ ਕਮਰੇ ਦੇ ਘਰ ਵਿੱਚ ਰਹਿੰਦੇ ਸੀਗੇ, ਕੱਪੜੇ ਆਪਣੇ ਆਪ ਧੋਂਦੇ ਸੀਗੇ, ਕੋਈ ਸਰਕਾਰੀ ਗੱਡੀ ਨਹੀਂ ਸੀ ਵਰਦੇ, ਰਿਕਸ਼ਾ ਲੈ ਕੇ ਉਹ ਆਪਣੇ ਦਫ਼ਤਰ ਪਹੁੰਚਦੇ ਸੀਗੇ, ਤੇ ਜਿਹੜੀ ਤਨਖਾਹ ਸੀ ਉਹ ਵੀ ਨਹੀਂ ਸੀ ਲੈਂਦੇ, ਜਿਹੜੇ ਥੋੜੇ ਬਹੁਤੇ ਉਹਨਾਂ ਨੂੰ ਭੱਤੇ ਮਿਲਦੇ ਸੀ ਉਹਨਾਂ ਨਾਲ ਗੁਜ਼ਾਰਾ ਕਰਦੇ ਸੀ, ਤੇ ਉਹ ਵੀ ਅੱਧੇ ਭੱਤੇ ਪਾਰਟੀ ਫੰਡ 'ਚ ਦਿੰਦੇ ਸੀਗੇ। ਸੋ ਇੰਨਾ ਵਧੀਆ ਆਈਡੀਅਲਿਜ਼ਮ ਜਿਹੜਾ ਉਹ ਵੀ ਮੈਨੂੰ ਲੱਗਦਾ ਹੈ ਸਿਆਸਤ, ਭਾਰਤੀ ਸਿਆਸਤ 'ਚ ਜਿਹੜਾ ਵਾ ਉਹ ਫਿੱਟ ਨਹੀਂ ਬੈਠਦਾ। ਤੇ ਤ੍ਰਿਪੁਰਾ 'ਚ ਇੱਕ ਵਾਰੀ ਤਾਕਤ ਖੁੱਸਣ ਤੋਂ ਮਗਰੋਂ ਜੋ ਹਸ਼ਰ ਉੱਥੇ ਕੀਤਾ ਬੀਜੇਪੀ ਵਾਲਿਆਂ ਫਾਸਿਸਟਾਂ ਨੇ, ਜਿਸ ਤਰੀਕੇ ਨਾਲ ਉੱਥੇ ਬੁੱਤ ਤੋੜੇ ਗਏ, ਜਿਸ ਤਰੀਕੇ ਨਾਲ ਉਹਨਾਂ ਦਫ਼ਤਰਾਂ ਦੇ ਵਿੱਚ ਅੱਗਾਂ ਲਾਈਆਂ ਗਈਆਂ, ਜਿਸ ਤਰ੍ਹਾਂ ਉੱਥੋਂ ਦੇ ਵਰਕਰਾਂ ਨੂੰ ਕੁੱਟੇ ਮਾਰਿਆ ਗਿਆ, ਇਹ ਬੜਾ ਹੈਰਾਨੀ ਕਰਨ ਵਰਤਾਰਾ ਹੈਗਾ ਕਿ ਕਮਿਊਨਿਸਟ ਪਾਰਟੀਆਂ ਇਹ ਸਭ ਕਿਉਂ ਨਹੀਂ ਸਿੱਖਦੀਆਂ ਕਿ ਘੱਟ ਤੋਂ ਘੱਟ ਆਪਣੇ ਜਿਹੜੇ ਯੰਗ ਵਲੰਟੀਅਰ ਆ ਇਸ ਪੱਧਰ ਤੇ ਹੋਣ ਕਿ ਇਹਨਾਂ ਲੋਕਾਂ ਦਾ ਕੋਈ ਮੁਕਾਬਲਾ ਕੀਤਾ ਜਾ ਸਕੇ। ਗਿੱਲ ਸਾਹਿਬ ਜੇ ਕਮਜ਼ੋਰੀ ਰਹੀ ਆ ਤਾਂ ਕਰਕੇ ਹੀ ਉਹ ਹੁਣ ਹਾਸ਼ੀਏ ਤੇ ਚਲੇ ਗਏ ਆ, ਜਿੱਥੇ ਉਹ ਲੋਕਾਂ ਨਾਲ ਜੁੜੇ ਰਹੇ ਆ, ਬੜੀ ਕੋਸ਼ਿਸ਼ ਕਰਕੇ, ਮਤਲਬ ਜਿੱਥੇ ਲੀਡਰਸ਼ਿਪ ਜਿਹੜੀ ਆ ਉਹ ਡਿਵੈਲਪ ਹੋਈ ਆ ਗਾਂ, ਜਿੱਦਾਂ ਕੇਰਲ ਦੀ ਆਪਾਂ ਗੱਲ ਕਰਦੇ ਆ, ਤਾਂ ਇਹਦੇ ਵਿੱਚ ਤੁਹਾਡੀ ਗੱਲ ਬਿਲਕੁਲ ਦਰੁਸਤ ਹੈਗੀ ਆ ਕਿ ਇਸ ਕਿਸਮ ਦੇ ਵਲੰਟੀਅਰ ਪੈਦਾ ਕਰਨੇ, ਇਸ ਕਿਸਮ ਦੀ ਟ੍ਰੇਨਿੰਗ ਦੇਣੀ, ਪਰ ਦੂਜੇ ਬੰਨੇ ਇਹ ਆ ਕਿ ਨੰਬਰ 1 ਤਾਂ ਵਰਲਡ ਲੈਵਲ ਦੇ ਉੱਤੇ ਲੈਫਟ ਜਿਹੜਾ ਹੈਗਾ ਉਹ 1993 ਤੋਂ ਬਾਅਦ ਡਾਊਨ ਚਲਾ ਗਿਆ, ਔਰ ਦੂਜੀ ਗੱਲ ਇਹ ਆ ਕਿ ਭਾਰਤ ਦੇ ਵਿੱਚ ਜਿਹੜੀ ਫੈਸਿਸਟ ਫੋਰਸ ਹੈਗੀ ਆ ਉਹ ਇੰਨੀ ਤੇਜ਼ੀ ਨਾਲ ਆ ਗਈ ਕਿ ਲੈਫਟਿਸਟਾਂ ਨੂੰ ਤਾਂ ਕੀ ਥਾਂ ਮਿਲਣੀ ਸੀਗੀ, ਸੈਕੂਲਰ ਫੋਰਸ ਜਿਹੜੀਆਂ ਸੀਗੀਆਂ ਤਾਕਤਾਂ ਉਹ ਵੀ ਪਿੱਛੇ ਉਹਨਾਂ ਨੂੰ ਧੱਕ ਦਿੱਤਾ ਗਿਆ। ਔਰ ਤੁਸੀਂ 40 ਸਾਲ ਦੀ ਕਮਿਊਨਿਸਟ ਸਿਆਸਤ ਦੀ ਗੱਲ ਕਰਦੇ ਹੋ, ਦੂਜੇ ਬੰਨੇ ਕਾਂਗਰਸ ਪਾਰਟੀ ਜਿਹੜੀ ਹੈ ਜਿਹਨੇ ਇੰਨੇ ਸਾਲ ਰਾਜ ਕੀਤਾ, ਜਿਹਦੇ ਕੋਲ ਨਹਿਰੂ ਵਰਗੇ ਲੀਡਰ ਸੀਗੇ, ਇੰਦਰਾ ਗਾਂਧੀ ਵਰਗੇ ਸੀਗੇ, ਔਰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ 'ਚ ਹਿੱਸਾ ਵੀ ਪਾਇਆ ਸੀਗਾ, ਉਹ ਨਹੀਂ ਲੱਭੇ ਕਿਤੇ। ਤਾਂ ਇਹ ਹੁਣ ਦੁਬਾਰਾ ਜਿਹੜੀ ਆ ਨਾ ਜੀ, ਇਹ ਮੰਥਨ ਕਰਨ ਦੀ ਲੋੜ ਹੈਗੀ ਆ, ਔਰ ਜਿਹੜੇ ਲੋਕਾਂ ਨਾਲ ਜੁੜੇ ਰਹਿਣਗੇ, ਜਿਹੜੇ ਆਪਣੇ ਤਜਰਬਿਆਂ ਤੋਂ ਸਿੱਖਦੇ ਰਹਿਣਗੇ, ਜਿਹੜੇ ਨਵੇਂ ਹਾਲਾਤ ਜਿਹੜੇ ਪੈਦਾ ਹੁੰਦੇ ਆ ਉਹਨਾਂ ਦੇ ਮੁਤਾਬਕ ਚੱਲਣ ਦਾ ਯਤਨ ਕਰਨਗੇ, ਤਾਂ ਉਹੀ ਜਿਹੜੇ ਆ ਉਹ ਮੈਦਾਨ ਦੇ ਵਿੱਚ ਟਿਕ ਸਕਣਗੇ, ਜਿਹਦੀ ਉਦਾਹਰਨ
ਇਹਨਾਂ 3 ਰਾਜਾਂ ਦੀ ਜਿੱਤ ਜਿਹੜੀ ਹੈਗੀ ਆ ਉਹਦੀ ਹੁਣੇ ਆਪਾਂ ਗੱਲ ਕਰਕੇ ਹਟੇ ਹਾਂ। ਜੀ ਬਿਲਕੁਲ ਬਿਲਕੁਲ ਸਾਹਿਬ, ਇਹ ਬੜੀ ਪੋਜ਼ਿਟਿਵ ਗੱਲ ਹੈ। ਪਰ ਦੂਜੇ ਪਾਸੇ ਲਾਸਟ ਵਿੱਚ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਕਿ ਜਿੱਥੇ ਕਿਤੇ ਵੀ ਅੰਦੋਲਨ ਜਾਂ ਸੰਘਰਸ਼ ਕਰਨ ਦੀ ਲੋੜ ਪੈਂਦੀ ਆ, ਚਾਹੇ ਉਹ ਕਿਸਾਨ ਫਰੰਟ ਹੋਵੇ, ਮਜ਼ਦੂਰ ਫਰੰਟ ਹੋਵੇ, EMPLOYEES ਦਾ ਫਰੰਟ ਹੋਵੇ ਜਾਂ ਕੋਈ ਵੀ ਹੋਰ ਹੋਵੇ, ਭਾਵੇਂ ਉਹ ਛੋਟਾ ਦੁਕਾਨਦਾਰ ਵੀ ਹੋਵੇ, ਸਭ ਦੀਆਂ ਨਿਗਾਹਾਂ ਜਿਹੜੀਆਂ ਲੈਫਟਿਸਟ ਤਾਕਤਾਂ ਨੇ ਉਹਨਾਂ ਵੱਲ ਹੁੰਦੀਆਂ ਨੇ ਕਿ ਇਹ ਲੋਕ ਅੱਗੇ ਵੱਧ ਕੇ ਸਾਡੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨਗੇ, ਸਾਡੀ ਬਾਂਹ ਫੜਨਗੇ, ਸਾਡੇ ਨਾਲ ਤੁਰਨਗੇ। ਪਰ ਜਦੋਂ ਵੋਟ ਪੋਲਿਟਿਕਸ ਦਾ ਵੇਲਾ ਆਉਂਦਾ ਤੇ ਉਹਨਾਂ ਨੂੰ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਉਹ ਪਿੱਛੇ ਛੱਡ ਕੇ ਦੂਜੀਆਂ ਪਾਰਟੀਆਂ ਦੇ ਜਿਹੜੇ ਉਹ ਦਿਖਾਏ ਹੁੰਦੇ ਲੱਡੂ ਉਹਨਾਂ ਦੇ ਮਗਰ ਦੌੜ ਜਾਂਦੇ। ਜਿਹੜੀ ਜ਼ਿਕਰ ਮੈਂ ਪਹਿਲਾਂ ਕੀਤਾ ਕਿ ਚਾਹ ਪੱਤੀ ਵੀ ਦੇਵਾਂਗੇ, ਘਿਓ ਵੀ ਦੇਵਾਂਗੇ ਤੇ ਖੰਡ ਵੀ ਦੇਵਾਂਗੇ, ਤੇ ਉਸ ਪਾਸੇ ਤੁਰ ਜਾਂਦੇ ਆ। ਇਹ ਜਿੰਨਾ ਚਿਰ ਸਾਡੀ ਮਨੋ ਅਵਸਥਾ ਨਹੀਂ ਬਦਲਦੀ, ਇਹ ਚੇਤਨਤਾ ਨਹੀਂ ਆਉਂਦੀ, ਉਹਨਾਂ ਚਿਰ ਕਿਸੇ ਵੱਡੇ ਜਿਹੜਾ ਕੋਈ ਅੰਦੋਲਨ ਕਰਕੇ ਕੋਈ ਤਬਦੀਲੀ ਦੀ ਉਮੀਦ ਕਰਨਾ ਜਿਹੜੀ ਆ ਉਹ ਅਜੇ ਫਿਲਹਾਲ ਕਿਤੇ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦਾ। ਜਿਹੜੀ ਗਿੱਲ ਸਾਹਿਬ ਪਾਰਲੀਮੈਂਟਰੀ ਡੈਮੋਕ੍ਰੇਸੀ ਹੈ ਨਾ, ਇਹਦੇ ਵਿੱਚ ਤਾਂ ਮਤਲਬ ਜਿਹੜਾ ਤੁਸੀਂ ਸਿੰਪਲਿਸਿਟੀ ਦੱਸੀ ਹੈਗੀ ਆ ਉਹ ਵੀ ਬਹੁਤ ਘੱਟ ਮੈਟਰ ਕਰਦੀ ਹੈਗੀ ਆ। ਔਰ ਇਹਦੇ ਨਾਲ ਇਹ ਆ ਕਿ ਜਿਹੜੀ ਹੁਣ ਜਿਹੜੇ ਚੋਣਾਂ ਹੈਗੀਆਂ ਉਹ ਇੰਨੀਆਂ ਮਹਿੰਗੀਆਂ ਹੋ ਗਈਆਂ ਔਰ ਉਹਨਾਂ ਦੇ ਵਿੱਚ ਇਸ ਕਿਸਮ ਦੇ ਦਾਅ ਪੇਚ ਖੇਡੇ ਜਾਣ ਲੱਗੇ। ਔਰ ਵੱਡੇ ਜਿਹੜੇ ਧਨੰਤਰ ਹੈਗੇ ਆ ਜਿਨ੍ਹਾਂ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਵਰਗੇ ਉਹਨਾਂ ਨੇ ਇੱਕ ਬਣਾ ਲਿਆ ਹੈਗਾ ਆਪਣਾ ਇੱਕ ਕਿਸਮ ਦਾ, ਉਹ ਵੀ ਕਾਰਪੋਰੇਟ ਆ, ਮਤਲਬ ਜਿੱਦਾਂ ਕਿਸੇ ਦਾ ਕੋਈ ਕਾਰਖਾਨਿਆਂ ਦਾ ਹੈਗਾ, ਕਿਸੇ ਦਾ ਜ਼ਮੀਨਾਂ ਦਾ ਹੈਗਾ, ਉਹ ਵੀ ਇੱਕ ਕਾਰਪੋਰੇਟ ਬਣ ਗਿਆ। ਸੋ ਇਹ ਬਹੁਤ ਸਾਰੀਆਂ ਗੁੰਝਲਾਂ ਆ ਜੀ ਜਿਨ੍ਹਾਂ ਬਾਰੇ ਆਪਾਂ ਵਿਚਾਰ ਕਰਦੇ ਰਵਾਂਗੇ। ਪਰ ਹਾਲ ਦੀ ਘੜੀ ਮੈਂ ਮਹਿਸੂਸ ਕਰਦਾ ਕਿ ਤਸੱਲੀ ਵਾਲੀ ਗੱਲ ਆ ਕਿ ਮਮਤਾ ਬੈਨਰਜੀ ਜਿੱਤੀ ਆ, ਕਿ ਸਟਾਲਿਨ ਜਿੱਤੇ ਆ, ਵਿਜਯਨ ਜਿੱਤੇ ਆ। ਇਹ ਇੱਕ ਲੋਕਾਂ ਦੇ ਵਿੱਚ ਸਮਝੋ ਵੀ ਆਕਸੀਜਨ ਦਾ ਕੰਮ ਕਰੂ ਇਹ ਜਿਹੜੀ ਸਿਆਸਤ ਹੈਗੀ ਹੈ ਇੰਡੀਆ ਦੀ ਉਹਦੇ ਵਿੱਚ। ਔਰ ਲੋਕਾਂ ਦੇ ਹਿਸਾਬ ਨਾਲ ਇਹ ਇੱਕ ਪੋਜ਼ਿਟਿਵ ਤਬਦੀਲੀ ਆ ਜੀ। ਬਿਲਕੁਲ ਕਾਲੋ ਸਾਹਿਬ, ਮੈਨੂੰ ਇੱਕ ਗੱਲ ਇੱਥੇ ਯਾਦ ਆ ਰਹੀ ਜਾਂਦੇ ਤੁਹਾਡੇ ਨਾਲ ਮੈਂ ਸਾਂਝੀ ਕਰ ਲੈਣਾ ਵਾ। ਮੇਰੇ ਗੁਆਂਢੀ ਨੇ ਜੀ ਇੰਡੀਆ 'ਚ ਵੀ ਤੇ ਇੱਥੇ ਵੀ ਉਹ ਡਟਰੈਕ ਰਹਿੰਦੇ ਨੇ ਆਪਣੇ ਮਿੱਤਰ ਔਲਖ ਸਾਹਿਬ। ਉਹ ਕਹਿੰਦੇ ਹੁੰਦੇ ਆ ਕਿ ਇੱਕ ਵਾਰੀ ਝਬਾਲ ਤੋਂ ਕੋਈ ਦਰਸ਼ਨ ਸਿੰਘ ਨਾਂ ਦੇ ਕਾਮਰੇਡ ਜਿਹੜੇ ਸੀਗੇ ਉਹ ਇਲੈਕਸ਼ਨ ਜਿੱਤ ਗਏ। 5 ਸਾਲ ਉਹਨਾਂ ਨੇ ਜਿਸ ਤਰ੍ਹਾਂ ਡਾਂਗਰਾਂ ਨੇ ਕੰਮ ਕੀਤਾ, ਬੜਾ ਅੱਛਾ ਕੰਮ ਕੀਤਾ ਤੇ ਸਾਈਕਲ ਤੇ ਘੁੰਮਦੇ ਰਹੇ। ਤੇ ਜਿਹੜਾ ਵਿਰੋਧੀ ਲੀਡਰ ਸੀਗੇ ਕੈਰੋ ਹੀਰੀ, ਉਹਨਾਂ ਦੇ ਹਲਕੇ 'ਚ ਜਦੋਂ ਅਗਲੀ ਇਲੈਕਸ਼ਨ ਆਈ ਤੇ ਕਹਿੰਦੇ ਲੋਕਾਂ ਨੂੰ ਪੁੱਛਿਆ ਕਰਨ ਰੈਲੀਆਂ 'ਚ ਵੀ ਦਰਸ਼ਨ ਸੋਹ ਨੇ ਘਰ ਕੀ ਬਣਾਇਆ, ਘਰ ਬਣਾਇਆ ਕੁਝ, ਕੋਈ ਮੋਟਰਸਾਈਕਲ ਲਿਆ, ਕੋਈ ਕਾਰ ਲਈ? ਜਾਂਦੇ ਨਹੀਂ ਜੀ। ਕਹਿੰਦੇ ਜਿਹੜਾ ਬੰਦਾ ਆਪਣਾ ਨਹੀਂ ਕੁਝ ਬਣਾ ਸਕਦਾ ਉਹ ਤੁਹਾਡਾ ਕੀ ਸਵਾਲ ਨੂੰ। ਤੇ ਕਹਿੰਦੇ ਲੋਕੀ ਉਹਦਾ ਲੜ ਛੱਡ ਕੇ ਤੇ ਕੈਰੋ ਦੇ ਮਗਰ ਲੱਗ ਗਏ ਸੀਗੇ। ਇਹ ਇੱਕ ਲਤੀਫਾ ਆ ਆਪਣੇ ਗਿੱਲ ਸਾਹਿਬ। ਦਰਸ਼ਨ ਸਿੰਘ ਝਬਾਲ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ। ਉਹ ਆਪਣੇ ਜਿਹੜਾ ਰੰਗਰੇਟਾ ਆਪਣਾ ਭਾਈਚਾਰਾ, ਮਜ਼ਹਬੀ ਭਾਈਚਾਰਾ, ਉਹਦੇ ਵਿੱਚੋਂ ਸੀਗੇ ਔਰ ਬੜੇ ਸਿੰਪਲ ਬੰਦੇ ਸੀਗੇ ਤੇ ਬੜੀ ਦੇਰ ਉਹ ਸਾਈਕਲਾਂ ਤੇ ਫਿਰਦੇ ਰਹੇ। ਤੇ ਇਹ ਜਿਹੜੀ ਗੱਲ ਹੈਗੀ ਆ ਮੈਨੂੰ ਲੱਗਦਾ ਨਹੀਂ ਵੀ ਠੀਕ ਹੋਵੇ ਕਿ ਇਹ ਕਹਿਣ ਨਾਲ ਹੀ ਇਹ ਤਾਂ ਸਗੋਂ ਉਹਦੇ ਹੱਕ 'ਚ ਜਾਂਦੀ ਹੈ ਗੱਲ। ਪਰ ਮੇਰਾ ਕਹਿਣ ਦਾ ਮਤਲਬ ਵੀ ਲੋਕ ਚੇਤਨਾ ਦਾ ਪੱਧਰ ਇੰਨਾ ਗਿਆ ਕਿ ਲੋਕ ਜਿਹੜੇ ਆ ਬਿਲਕੁਲ ਹਾਂਜੀ, ਮੈਂ ਇਹ ਗੱਲ ਕਰ ਰਿਹਾ ਸੀ ਕਿ ਜਿੰਨਾ ਚਿਰ ਲੋਕਾਂ 'ਚ ਚੇਤਨਾ ਨਹੀਂ ਆਉਂਦੀ ਆਪਾਂ ਨੂੰ ਕੋਈ ਬਹੁਤ ਵੱਡੀ ਤਬਦੀਲੀ ਕਿਸੇ ਦੇ ਸਾਦਾਪਣ ਦੇ ਉੱਤੇ ਜਾਂ ਕਿਸੇ ਦੀ ਇਮਾਨਦਾਰੀ ਇਕੱਲੀ ਦੇ ਉੱਤੇ ਆਪਾਂ ਨਿਸ਼ਠਾ ਰੱਖ ਕੇ ਜਿਹੜੀ ਆ ਕੋਈ ਵੱਡੀ ਤਬਦੀਲੀ ਨਹੀਂ ਲਿਆ ਸਕਦੇ। ਸਭ ਤੋਂ ਪਹਿਲਾਂ ਲੋਕ ਮਾਨਸਿਕਤਾ ਜਿਹੜੀ ਆ ਉਹਦੇ 'ਚ ਤਬਦੀਲੀ ਆਉਣੀ ਬਹੁਤ ਜ਼ਰੂਰੀ ਆ, ਜਿਹੜੀ ਅਜੇ ਸਾਨੂੰ ਨਜ਼ਰ ਕਿਤੇ ਨਹੀਂ ਆ ਰਹੀ। ਚਲੋ ਮੈਂ ਜ਼ਿਆਦਾ ਇਹਦਾ ਗੱਲ ਕਰਨੀ ਚਾਹੁੰਦਾ ਜੀ। ਬੜੀ ਦੇਰ ਦੀ ਇਹ ਗੱਲ ਬਣੀ ਅੰਗਰੇਜ਼ੀ 'ਚ ਵੀ ਵੇਅਰ ਦੇਰ ਇਜ਼ ਅ ਵਿਲ ਦੇਰ ਇਜ਼ ਅ ਵੇ, ਵੀ ਲੋੜ ਕਾਢ ਦੀ ਮਾਂ ਆ। ਹੁਣ ਜਿਹੜੇ ਕਿਸਾਨ ਹੈਗੇ ਆ ਆਪਣੇ ਪੰਜਾਬ ਦੇ ਜਾਂ ਇੰਡੀਆ ਦੇ, ਇਹਨਾਂ ਨੇ ਆਪਣੇ ਤਜਰਬੇ 'ਚੋਂ ਇਹ ਸਿੱਖਿਆ ਆ। ਤੇ ਇਦਾਂ ਹੀ ਮੈਂ ਸਮਝਦਾ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ, ਖਾਸ ਕਰਕੇ ਲੈਫਟ ਤੇ ਡੈਮੋਕ੍ਰੈਟਿਕ ਪਾਰਟੀਆਂ, ਉਹ ਵੀ ਤਜਰਬੇ 'ਚੋਂ ਸਿੱਖਣਗੀਆਂ। ਜੇ ਅਸੀਂ ਤੇ ਤੁਸੀਂ ਇੱਥੇ ਬੈਠੇ ਵਿਚਾਰ ਕਰਦੇ ਆ ਤਾਂ ਉਹਨਾਂ ਪਾਰਟੀਆਂ ਦੇ ਮਨ ਦੇ ਵਿੱਚ ਵੀ ਇਹ ਗੱਲ ਆਉਂਦੀ ਹੋਏਗੀ ਕਿ ਬਈ ਸਾਡੇ 'ਚ ਗਲਤੀ ਕਿੱਥੇ ਆ, ਸਾਡੇ 'ਚ ਘਾਟ ਕਿੱਥੇ ਆ, ਵਗੈਰਾ ਵਗੈਰਾ। ਸੋ ਮੈਂ ਹਮੇਸ਼ਾ ਹੀ ਆਸਵੰਦ ਆ ਜੀ ਕਿ ਲੋਕ ਜਿਹੜੇ ਆ ਉਹ ਸਭ ਤੋਂ ਵੱਡੀ ਸ਼ਕਤੀ ਆ ਔਰ ਉਹਨਾਂ ਦੀ ਚੇਤਨਤਾ ਜਿਹੜੀ ਉਦੋਂ ਜਾਗਦੀ ਆ ਜਦੋਂ ਉਹਨਾਂ ਨਾਲ ਡਾਇਰੈਕਟ ਵਾਹ ਪੈਂਦਾ ਹੈਗਾ। ਜਿੱਦਾਂ ਹੁਣ ਜ਼ਮੀਨਾਂ ਖੁੱਸਣ ਦੀ ਗੱਲ ਆਈ ਹੈਗੀ ਆ ਤੇ ਸਾਰੇ ਕਿਸਾਨ ਜਿਹੜੇ ਆ ਉਹ ਇਕੱਠੇ ਹੋ ਗਏ ਆ ਜੀ। ਬਹੁਤ ਬਹੁਤ ਸ਼ੁਕਰੀਆ ਕਾਲੋ ਸਾਹਿਬ। ਕੱਲ ਆਪਾਂ ਕਿਸਾਨ ਮੂਵਮੈਂਟ ਤੇ ਗੱਲ ਕਰਾਂਗੇ। ਉਧਰ ਸੁਸ਼ੀਲ ਕਿਸਾਨ ਜੀ ਡੀਕ ਰਹੇ ਸਾਨੂੰ ਚੰਡੀਗੜ੍ਹ ਸਟੂਡੀਓ 'ਚ, ਤੇ ਅਗਲੇ ਪਾਰਟ ਦੇ ਵਿੱਚ ਆਪਾਂ ਸੁਸ਼ੀਲ ਰਾਣਾ ਗੱਲਬਾਤ ਅੱਧਾ ਪੌਣਾ ਘੰਟਾ ਕਰਨੀ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਬਾਕੀ ਜਿਹੜੇ ਵਿਸ਼ੇ ਆ ਉਹ ਸੁਣੇ ਆ
ਤੇ ਨਾਲ ਦੀ ਨਾਲ ਉਹਨਾਂ ਨਾਲ ਜਿਹੜੀ ਆ ਕਰੋਨਾ ਦੇ ਹਾਲਾਤ, ਪੰਜਾਬ ਦੀ ਰਾਜਨੀਤੀ, ਪੰਜਾਬ ਦੀ ਕਿਸਾਨ ਮੂਵਮੈਂਟ ਦੇ ਉੱਤੇ ਜਿਹੜੀਆਂ ਲੇਟੈਸਟ ਖਬਰਾਂ ਆ ਰਹੀਆਂ ਉਹਨਾਂ ਤੇ ਵਿਚਾਰ ਚਰਚਾ ਕਰਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਇੱਕ ਛੋਟਾ ਜਿਹਾ ਇੱਥੇ ਨਾਲ ਹੀ ਅਸੀਂ ਬ੍ਰੇਕ ਲੈਣ ਜਾ ਰਹੇ ਹਾਂ। ਬ੍ਰੇਕ ਤੋਂ ਬਾਅਦ ਫੌਰਨ ਅਸੀਂ ਜਿਹੜੇ ਆ ਸੁਸ਼ੀਲ ਦਸਾਂਝ ਨਾਲ ਦੁਬਾਰਾ ਪ੍ਰੋਗਰਾਮ ਇਸੇ ਨੂੰ ਕੰਟੀਨਿਊ ਕਰ ਰਹੇ ਹਾਂ ਜੀ। ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ ਜੀ। ਮੈਂ ਲਾਉਣ ਲੱਗਾ, ਪਾਣੀ ਪੀਣਾ, ਮੈਂ ਪਾਣੀ ਪੀ ਲਾਂਗਾ ਉੱਠ ਕੇ। ਬਹੁਤ ਉੱਚੀ ਬੋਲਦੇ ਪਾਪਾ ਤੁਸੀਂ। ਨਾ ਉੱਚੀ ਹੋ ਤਾਂ ਬੋਲਦੇ ਹੋ ਤੁਸੀਂ। ਪ੍ਰੀਤੀ ਉਥੋਂ ਪਾਣੀ ਲਿਆ। ਪਾਣੀ ਤੋਂ ਮਿਲਾ ਨਹੀਂ, ਮੈਂ ਉੱਚੀ ਹੋ ਤਾਂ ਬੋਲਦੇ ਮੇਰੀ ਆਵਾਜ਼ ਇੰਨੀ ਆ ਤੇ ਕੀ ਕਰ ਕੇ ਰੌਲਾ ਪਾਇਆ ਇਹਦਾ, ਲੋਕਾਂ ਨੂੰ ਧਮਕੀਆਂ ਦੇਣ ਦੇ ਹੁੰਦੇ ਦਾ। ਦੱਸ ਹੈ ਕਰਦੇ ਕਰਦੇ ਉੱਚੀ ਤੇ ਕੀ ਬੋਲਦੇ ਐਦਾ ਮਾਮਾ ਤੇਰੀ ਸਾਰਾ ਘਰ ਸਿਰ ਤੇ ਚੱਕਿਆ ਹੁੰਦਾ। ਮੇਰਾ ਸਪੀਕਰ ਹੀ ਐਡਾ ਵਾ। ਰੋਤੋਂ ਲਾਲਾ ਫਿਰ ਸ਼ਸ਼ੀਲ ਦਾ ਵਿੱਚ ਇਹਨਾਂ ਰਹਿ ਜਾ, ਪਤਾ ਨਹੀਂ ਕਿੰਨਾ ਚਿਰ ਚੱਲਦਾ ਫੋਨ ਦਾ। ਦੇ ਪਾਣੀ ਪੀ। ਖੰਡਾ ਜਲਦੀ ਚੱਲੀ। 9887 ਕਮਰਾ ਦੇ ਤੇ ਕਰਨਾ। ਔਨ ਕਰ ਰਹੀ ਹੈ ਤੇ ਮੈਂ ਤਾਂ ਹੀ ਲਾਵਾਂ, ਮੇਰੇ ਕੋਲ ਟਾਈਮ ਘੱਟ ਹੈ। ਸੁਬੀਰ ਪਾਣੀ ਭੇਜ। ਭੇਜ ਦੇ ਨਾਲ ਆਇਆ ਉਹ ਜਿਹੜਾ ਜੋ ਗਰਮ ਠੰਡਾ ਉਹ ਹੀ ਨਿਕਲ ਜਾ। ਹਾਂਜੀ ਦਸਾਂਝ ਸਾਹਿਬ ਸਤਿ ਸ਼੍ਰੀ ਅਕਾਲ ਜੀ, ਹਰਜੀਤ ਬੋਲ ਰਿਹਾ। ਹਾਂਜੀ ਹਾਂ, ਥੋੜੇ ਲੇਟ ਹੈ। ਰੈਡੀ ਹੋ? ਉਹ ਕਾਲੂ ਸਾਹਿਬ ਨਾਲ ਲੱਗੇ ਸੀ, ਮੈਂ ਹੁਣ ਉਹਦੀ ਗੱਲ ਵੀ ਪੂਰੀ ਕਰ ਲਈਏ ਤੇ ਤੁਸੀਂ ਨਾਲੇ ਖਬਰਾਂ ਭੇਜਤੀਆਂ ਨੇ। ਖਬਰਾਂ ਕਿ ਨਹੀਂ ਭਲਾ ਜੀ? ਭੇਜੋ, ਮੈਨੂੰ ਭੇਜ ਦਿਓ ਜਾਂ ਜੋਤੀ ਵਾਲੇ ਤੇ ਭੇਜ ਦਿਓ, ਫਿਰ ਮੈਨੂੰ ਭੇਜ ਦਿਓ ਤੁਸੀਂ, ਮੈਂ ਥੋੜਾ ਵੇਖ ਲੈਣਾ ਜੀ। ਤੇ ਲੱਗਿਆ ਤੁਹਾਨੂੰ ਲੈਣ ਲੱਗਿਆ, ਆ ਜਾਓ ਫਟਾਫਟ। ਹਾਂਜੀ ਤੇ ਆਪ ਟੈਲੀਫੋਨ ਤੇ ਬਣੇ ਰਹੋ, ਨਾਲ ਹੀ ਭੇਜ ਦਿਓ। ਮੈਂ ਰੈਡੀ, ਮੈਂ ਦੱਸ ਦੇ ਜਦੋਂ ਕਰਨਾ। ਪਹਿਲਾਂ ਪਾਸਾ ਨੂੰ ਬੰਦ ਕਰਾਣਾ। ਕਲਾਸ ਸਾਈਡ ਦੇ ਨਾ ਕਰਨਾ ਨਹੀਂ ਉਹ ਆਉਂਦਾ ਨਹੀਂ। ਕੀ ਨਹੀਂ ਆ? ਹੌਲੀ ਬੋਲਿਆ ਕਰੋ, ਉਹਨਾਂ ਨੂੰ ਸੁਣਨ ਦਿਆ ਸਾਹਮਣੇ ਸਾਰਿਆਂ ਨੂੰ। ਆਰਾਮ ਜਿਹਾ ਤੇ ਨਾਲ ਗੱਲ ਮਤਲਬ ਕਿ ਪੇਸ਼ੈਂਸ ਜਿਹਦੇ ਨਾਲ ਬੰਦਾ ਕਰੇ, ਤੂੰ ਸਟਾਪ ਦੀ ਐਕਸਪ੍ਰੈਸ ਹੋ ਜਾਂਦੀ ਲੈ ਹੂੰ ਤੁਹਾਨੂੰ ਸਹੀ ਗੱਲ ਦੱਸਣ ਦੇ ਆ, ਤੁਹਾਡੇ ਭਲੇ ਨਹੀਂ ਦੱਸਣ ਦੇ ਆ। ਨਾਲੇ ਤੁਸੀਂ ਤੁਹਾਨੂੰ ਕਿਹਾ ਨਹੀਂ ਉਹਦੇ ਨਾਲ ਕਰ ਲਓ, ਨਾਲ ਇੱਥੋਂ ਦੀਆਂ ਕੋਈ ਗੱਲਾਂ ਕਰਿਓ। ਉਹ ਕੁਛ ਹੀ ਹੁਣ ਤੁਸੀਂ ਸ਼ਸ਼ੀਲ ਨਾਲ ਕਰਨਾ ਵੇਖਿਓ। ਕਾਲੂ ਮੈਂ ਇੱਥੋਂ ਦੀ ਕਿਹੜੀ ਕਰਾਂ, ਉਹਨੂੰ ਪਤਾ ਹੀ ਨਹੀਂ ਕਿੱਥੋਂ ਦੀ ਪਤਾ। ਚੱਲ ਚਲੋ ਉਹ ਨਾ ਲੱਗੇ, ਚੇਤਾ ਭੁੱਲ ਗਿਆ ਉਹਨਾਂ ਨੂੰ। ਤੇ ਜਿਆ ਕਾਲੂ ਆਪਣੇ ਮੈਂ ਤਾਂ ਆ ਗਈ ਆ ਮੈਨੂੰ ਵੀ ਸੁਬੀਰ ਨੂੰ ਭੇਜ ਦੇ। ਨਾਲ ਤੁਸੀਂ ਕਹਿੰਦੇ ਸੀ ਤੁਹਾਨੂੰ ਭੇਜਣੀ ਆ। ਮੈਂ ਫਿਰ ਉਹ ਤੋਂ ਟੈਲੀਫੋਨ ਤੇ ਗੱਲ ਕਰਨੀ ਹੈ ਨਾ। ਕੋਈ ਨਹੀਂ, ਥੈਂਕ ਯੂ ਤੁਹਾਨੂੰ ਤੇ ਭੇਜੀਆਂ, ਮੈਨੂੰ ਭੇਜੀਆਂ ਨਾ। ਭੇਜਤੀਆਂ WhatsApp ਤੇ ਬੜਾ ਔਖਾ। करो स्टार्ट। ਜੋਤੀ ਫੋਟੋ ਇਹਨਾਂ ਨੇ ਕੋਈ ਮੰਗਾਈ ਨਹੀਂ ਨੇ। ਦਸਾਂਝ ਸਾਹਿਬ ਕੋਈ ਫੋਟੋ ਵਧੀਆ ਜੀ ਭੇਜ ਦਿਓ। ਅੱਜ ਮੈਨੂੰ ਕਿਸੇ ਦਾ ਫੋਨ ਆਇਆ, ਕਹਿੰਦੇ ਫੋਟੋ ਦੇ ਦਸਾਂਝ ਸਾਹਿਬ ਦੀ ਵਧੀਆ ਜੀ ਲਾਓ। ਉਹਨਾਂ ਦਾ ਇੱਕ ਕਾਲਰ ਅੰਦਰ ਵੜਿਆ। ਕਾਲਰ ਵੀ ਇੱਕ ਅੰਦਰ ਪੜਿਆ, ਉਹ ਦੂਜਾ ਆ। ਮੇਰੇ ਕੰਪਿਊਟਰ ਲੈਪਟਾਪ ਸਾਰੇ ਖਰਾਬ ਹੋ ਗਏ ਸੀ ਤੇ ਫੋਟੋ ਮੈਨੂੰ ਲੱਭਦੀ ਨਹੀਂ ਆ। ਤੇ ਜੋਤੀ ਨੂੰ ਬਹੁਤ ਮੇਰਾ ਫੇਸਬੁੱਕ ਚੈੱਕ ਕਰਕੇ ਉੱਥੋਂ ਕੱਢ ਲਓ। ਉਹਨੇ ਉੱਥੋਂ ਹੀ ਕੱਢੀ ਆ। ਇੱਕ ਦੋ ਫਿੱਕੀਆਂ ਜੀਆਂ ਨੇ ਰੈੱਡ ਵਾਲੀ ਕੱਢੀ ਆ, ਰੈੱਡ ਸ਼ਰਟ ਵਾਲੀ। ਤੇ ਉਹ ਇੱਕ ਪਾਸਾ ਜਾਈ ਆ ਤੇ ਤਾਂ ਚਲੋ ਲਾਈ ਤੇ ਹੈਗੀ। ਚਲੋ ਅੱਜ ਦਾ ਦਿਨ ਚਲਾਉਨੇ ਆ, ਕੱਲ ਨੂੰ ਫਿਰ ਆਪਾਂ ਵੇਖਦੇ ਆ ਕੋਈ ਨਵੀਂ ਫੋਟੋ ਲੱਭ ਕੇ। ਚਲੋ ਰੈਡੀ ਰਹੋ ਹੁਣ। ਚਲੋ ਜੀ, ਸਿੱਧਾ ਦੇਖੋ ਤੁਸੀਂ। ਆਨਲਾਈਨ ਹੋ ਗਿਆ ਕਿ ਕੰਮ। ਹਾਂਜੀ ਤੁਸੀਂ ਗੂਗਲ ਤੇ ਦੇਖੋ, ਇਹਨੂੰ ਕਹੋ ਜੋਤੀ ਨੂੰ ਗੂਗਲ ਤੇ ਚੈੱਕ। ਠੀਕ ਹੈ ਜੀ। ਭਰ ਕੇ ਇਮੇजेस ਜਾਵੇ। ਚਲੋ ਚਲੋ ਓਕੇ ਜੀ, ਓਕੇ, ਥੈਂਕ ਯੂ। 3 2 1 ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਤੇ ਪ੍ਰਾਈਮ ਟਾਈਮ ਦਾ ਦੂਜਾ ਪਾਰਟ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਨੇ ਸੁਸ਼ੀਲ ਦਸਾਂਝ
ਤੇ ਹੁਣ ਉਹਨਾਂ ਨਾਲ ਆਪਾਂ ਪੰਜਾਬ ਦੀ ਰਾਜਨੀਤੀ, ਪੰਜਾਬ 'ਚ ਕੀ ਇਸ ਵੇਲੇ ਚੱਲ ਰਿਹਾ ਉਹਦੇ ਤੇ ਸਾਰੀ ਗੱਲਬਾਤ ਕਰਾਂਗੇ। ਸਗੋਂ ਸਾਰੇ ਭਾਰਤ ਦੀ ਰਾਜਨੀਤੀ ਤੇ ਵੀ ਉਹਨਾਂ ਨਾਲ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰ ਲਈਏ ਦਸਾਂਝ ਸਾਹਿਬ, ਤੁਹਾਡਾ ਸਵਾਗਤ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਬਹੁਤ ਸ਼ੁਕਰੀਆ ਹਰਜੀਤ ਗਿੱਲ ਜੀ ਤੇ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਨੂੰ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਦਾਬ ਤੇ ਨਮਸਕਾਰ। ਪਰ ਦੋਸਤੋ ਅਸੀਂ ਪੰਜਾਬੀ ਦੁਨੀਆ, ਮੈਂ ਤੇ ਹਰਜੀਤ ਗਿੱਲ ਤੁਹਾਡੇ ਰੂਬਰੂ ਹੋ ਰਹੇ ਹਾਂ। ਜ਼ਰੂਰ ਕਰਾਂਗੇ ਕੁਝ ਗੱਲਾਂ ਬਾਤਾਂ, ਬਹੁਤ ਸਾਰੀਆਂ ਖਬਰਾਂ ਨੇ, ਖਬਰਾਂ ਦੇ ਆਰ ਪਾਰ ਦੇਖਣ ਦੀ ਕੋਸ਼ਿਸ਼ ਕਰਾਂਗੇ ਜਿੰਨੀ ਕੁ ਸਾਡੀ ਸਮਝਦਾਰੀ ਹੈ ਉਹਦੇ ਮੁਤਾਬਕ। ਤੇ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਮਿਹਰਬਾਨੀ ਹਰਜੀਤ ਗਿੱਲ ਜੀ। ਜੀ ਦਸਾਂਝ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਅੱਜ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਕਿਸਾਨ ਅੰਦੋਲਨ ਦੀ। ਕੱਲ ਜਿੱਥੋਂ ਆਪਾਂ ਗੱਲ ਛੱਡੀ ਸੀ ਉੱਥੋਂ ਹੀ ਅੱਗੇ ਸ਼ੁਰੂ ਕਰਦੇ ਹਾਂ ਕਿ ਖਬਰਾਂ ਜ਼ਿਆਦਾ ਧਿਆਨ ਤੁਸੀਂ ਮੈਨੂੰ ਦੱਸਿਆ ਕਿ ਮੀਡੀਆ ਨੇ ਦੂਜੇ ਪਾਸੇ ਡਿਵਰਟ ਕੀਤਾ ਹੋਇਆ ਕਿ 1922 ਦੀਆਂ ਇਲੈਕਸ਼ਨਾਂ 'ਚ ਕੀ ਹੋਏਗਾ। ਕਿਸਾਨ ਮੂਵਮੈਂਟ ਇੰਨਾ ਵੱਡਾ ਅੰਦੋਲਨ ਜਿਹੜਾ ਉਹਨੂੰ ਕਿਤੇ ਨਾ ਕਿਤੇ ਮਤਲਬ ਘਟਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਤੇ ਜਿਹੜਾ ਕਿਸਾਨ ਅੰਦੋਲਨ ਹੈ ਉਹਦੀ ਲੇਟੈਸਟ ਸਥਿਤੀ ਕੀ ਹੈ, ਕਿਸ ਤਰ੍ਹਾਂ ਦਾ ਤੁਸੀਂ ਇੱਥੇ ਬੈਠੇ ਮਹਿਸੂਸ ਕਰਦੇ ਹੋ, ਕਿਸ ਤਰ੍ਹਾਂ ਜਿਹੜਾ ਉਹਨਾਂ ਦਾ ਅਗਲੇ ਆਉਣ ਵਾਲੇ ਸਮੇਂ ਦੀ ਰੂਪਰੇਖਾ ਜਿਹੜੀ ਆ ਉਹ ਲੀਕੀ ਜਾ ਰਹੀ ਆ, ਉਹ ਕਿਸ ਤਰ੍ਹਾਂ ਇਹ ਸੰਘਰਸ਼ ਜਿਹੜਾ ਇਹ ਜਿੱਤ ਵੱਲ ਵੱਧ ਰਿਹਾ, ਜਾਂ ਉਹਦੇ ਵਿੱਚ ਸਟੈਗਨੇਸ਼ਨ ਆਈ ਹੋਈ ਆ, ਜਾਂ ਕੁਝ ਉਹਦੇ ਵਿੱਚ ਕਮਜ਼ੋਰੀਆਂ ਜਿਹੜੀਆਂ ਸਾਨੂੰ ਨਜ਼ਰ ਆ ਰਹੀਆਂ, ਇਹਦੇ ਤੇ ਥੋੜੀ ਚਰਚਾ ਕਰੀਏ ਜੀ। ਪਹਿਲਾਂ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਸਾਡਾ ਕਿਸਾਨ ਅੰਦੋਲਨ ਹੈ ਉੱਥੇ ਸਟੈਗਨੇਸ਼ਨ ਆਉਣ ਦੀ ਥਾਂ ਦੇ ਉੱਤੇ ਸਗੋਂ ਸਟੇਬਲ ਹੋ ਗਿਆ, ਤੇ ਇਹ ਬਹੁਤ ਚੰਗੀ ਗੱਲ ਹੈ। ਦੋ ਤਿੰਨ ਗੱਲਾਂ ਵਾਪਰੀਆਂ ਨੇ 26 ਜਨਵਰੀ ਤੋਂ ਬਾਅਦ। ਇੱਕ ਤਾਂ ਚਲੋ ਇਹ ਆ ਵੀ ਜਿਸ ਸਮੇਂ ਚੋਂ ਅਸੀਂ ਲੰਘ ਰਹੇ ਹਾਂ, ਸਮਾਂ ਹੀ ਬੜਾ ਖਤਰਨਾਕ ਹੈ। ਇਹਦੇ 'ਚ ਸਰਕਾਰਾਂ ਦੇ ਕੋਲ ਬਹੁਤ ਸਾਰੇ ਟੂਲ ਜਿਹੜੇ ਆ ਇਸ ਸਮੇਂ ਦੇ ਦੌਰਾਨ ਹੁੰਦੇ ਆ, ਤੇ ਉਹ ਆਪਣੀ ਮਰਜ਼ੀ ਨਾਲ ਉਹਨਾਂ ਟੂਲਸ ਜਿਹਨੂੰ ਜਿਹੜਾ ਉਹ ਯੂਜ਼ ਕਰਦੇ ਨੇ ਜਾਂ ਮਿਸਯੂਜ਼ ਕਰਦੇ ਨੇ ਕਈ ਵਾਰ ਸਰਕਾਰਾਂ 'ਚ ਬੈਠੇ ਲੋਕ ਜਾਂ ਖੁਦ ਸਰਕਾਰ। ਤੇ 26 ਜਨਵਰੀ ਤੋਂ ਬਾਅਦ ਜਿਹੜੇ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਜਿਹੜੀ ਸਾਜ਼ਿਸ਼ ਸੀ ਇੱਕ ਉਹ ਨੰਗੀ ਹੋਈ। ਉਸ ਤੋਂ ਬਾਅਦ ਕਿਸਾਨਾਂ ਦਾ ਅੰਦੋਲਨ ਜਿਹੜਾ ਆ ਉਹ ਬਹੁਤ ਕਮਿਟਡ ਅੰਦੋਲਨ ਦੇ ਰੂਪ ਦੇ ਵਿੱਚ ਤਬਦੀਲ ਹੋ ਗਿਆ। ਜਿਹੜਾ ਕੋਈ ਓਪਰਾ ਜਿਹੜਾ ਕੋਈ ਅਨਸਰ ਸੀ ਉਹ ਕਿਸਾਨ ਅੰਦੋਲਨ ਤੋਂ ਸਾਈਡ ਤੇ ਚਲਾ ਗਿਆ। ਤੇ ਜੇ ਤੁਸੀਂ ਹੁਣ ਦੇਖੋ ਜਾ ਕੇ ਬਾਰਡਰਸ ਦੇ ਉੱਤੇ, ਖਾਸ ਤੌਰ ਦੇ ਉੱਤੇ, ਤੇ ਉੱਥੇ ਜਿਹੜੇ ਲੋਕ ਬੈਠੇ ਨੇ ਉਹਦੇ 'ਚ ਉਹਨਾਂ ਲੋਕਾਂ ਦੇ ਵਿੱਚ ਤੁਹਾਨੂੰ ਬਹੁਤ ਸਿਰੇ ਦੀ ਪ੍ਰਤੀਬੱਧਤਾ ਦਿਖਾਈ ਦੇਗੀ, ਕਮਿਟਮੈਂਟ ਦਿਖਾਈ ਦੇਗੀ। ਜਿਹੜੇ ਲੋਕ ਸ਼ੋਰ ਸ਼ਰਾਬੇ ਵਾਲੇ ਸੀ, ਕਈ ਵਾਰੀ ਅਸੀਂ ਵੀ ਦੇਖਿਆ ਜਾ ਕੇ ਤੜਕੇ 3-3, 4-4 ਵਜੇ ਤੱਕ ਜਿਹੜੇ ਟਰੈਕਟਰ ਜਿਹੜੇ ਆ ਉੱਥੇ ਸੜਕਾਂ ਤੇ ਘੁੰਮਦੇ ਰਹਿੰਦੇ ਸੀ, ਉੱਚੀ ਉੱਚੀ ਜਿਹੜਾ ਉੱਥੇ ਮਿਊਜ਼ਿਕ ਚੱਲਿਆ ਕਰਦਾ ਸੀ, ਉਹ ਸਾਰਾ ਕੁਝ ਹੈ ਨਹੀਂ ਉੱਥੇ ਹੁਣ। ਤੇ ਇਸ ਕਰਕੇ ਕਈ ਲੋਕਾਂ ਨੂੰ ਲੱਗਦਾ ਵੀ ਪਤਾ ਨਹੀਂ ਅੰਦੋਲਨ ਠੰਡਾ ਪੈ ਗਿਆ, ਪਰ ਮੈਂ ਸਮਝਦਾ ਕਿ ਅੰਦੋਲਨ ਸਗੋਂ ਹੋਰ ਜ਼ਿਆਦਾ ਪ੍ਰਤੀਬੱਧ ਹੋ ਗਿਆ, ਕਮਿਟਡ ਹੋ ਗਿਆ, ਤੇ ਨਾਲ ਦੀ ਨਾਲ ਡਿਸਿਪਲਿਨ ਆ ਗਿਆ ਅੰਦੋਲਨ ਦੇ ਵਿੱਚ। ਇੱਕ ਗੱਲ ਤਾਂ ਇਹ ਹੈ। ਦੂਜੀ ਗੱਲ ਇਹ ਹੈ ਕਿ ਸਰਕਾਰ ਦੀ ਹਰ ਸਾਜ਼ਿਸ਼ ਨੂੰ ਕਿਸਾਨ ਜਥੇਬੰਦੀਆਂ ਦੀ ਸਾਂਝੀ ਸਮਝਦਾਰੀ ਨੇ ਜਿਹੜਾ ਹੈ ਉਹ ਫੇਲ ਕੀਤਾ ਹੈ। ਇਸ ਕਰਕੇ ਸਰਕਾਰ ਜਿਹੜੀ ਹੈ ਕੋਈ ਨਾ ਕੋਈ ਹੋਰ ਹਰਬਾ ਜਿਹੜਾ ਉਹ ਲੱਭਦੀ ਰਹਿੰਦੀ ਹੈ, ਵਰਤਦੀ ਰਹਿੰਦੀ ਹੈ। ਤੇ ਇਨ ਵਿੱਚ ਵੀ ਇਹੀ ਕੁਝ ਹੋਇਆ ਕਿ ਇੱਕ ਵਾਰ ਫੇਰ ਤੋਂ ਨੌਜਵਾਨੀ ਬਨਾਮ ਬਜ਼ੁਰਗੀ ਦਾ ਇੱਕ ਜਿਹੜਾ ਬਿਰਤਾਂਤ ਜਿਹੜਾ ਉਹ ਸਾਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਨੌਜਵਾਨਾਂ ਦਾ ਰਾਗ ਲਾਪਿਆ ਜਾਂਦਾ ਹੈ ਤੇ ਉਹ ਨੌਜਵਾਨ ਜਿਹੜੇ ਹੈ ਉਹ ਜਾ ਕੇ ਜਿਹੜੀ ਸਾਡੀ ਲੀਡਰਸ਼ਿਪ ਹੈ ਕਿਸਾਨਾਂ ਦੀ, ਉਹਨਾਂ ਦੇ ਵੱਖ-ਵੱਖ ਜਿਹੜੇ ਲੀਡਰ ਨੇ ਉਹਨਾਂ ਦੇ ਗੱਲ ਪੈਣ ਤੱਕ ਗਏ ਵੀ ਸਾਨੂੰ ਦੱਸੋ ਜੀ, ਅੱਜੇ ਦੱਸੋ, ਸਾਨੂੰ ਤਰੀਕ ਦਿਓ ਤੇ ਕਿਹੜੀ ਤਰੀਕ ਨੂੰ ਅਸੀਂ ਪਾਰਲੀਮੈਂਟ ਦਾ ਘਿਰਾਓ ਕਰਨਾ ਹੈ। ਤੇ ਇਹ ਉਹ ਨੌਜਵਾਨ ਹੈ ਜਿਹਨਾਂ ਬਾਰੇ ਦਾਅਵਾ ਕੀਤਾ ਜਾਂਦਾ ਹੈ ਜਾਂ ਜਿਹੜੇ ਆਪ ਕਹਿੰਦੇ ਹੈ ਵੀ ਜਿਹੜੇ ਲੀਡ ਕਰ ਰਹੇ ਨੇ ਕਿਸਾਨ ਲੀਡਰ ਇਸ ਐਜੀਟੇਸ਼ਨ ਨੂੰ, ਉਹਨਾਂ ਦੀਆਂ ਲੱਤਾਂ 'ਚ ਜਾਨ ਹੈ। ਜਿਹਨਾਂ ਦੀਆਂ ਲੱਤਾਂ 'ਚ ਜਾਨ ਹੈ ਨਹੀਂ ਤੇ ਜਿਹੜੇ ਕਹਿੰਦੇ ਆ ਵੀ ਇਹਨਾਂ ਦੀ ਲੱਤਾਂ 'ਚ ਜਾਨ ਹੈ ਨਹੀਂ, ਉਹੀ ਉਹਨਾਂ ਕਿਸਾਨ ਆਗੂਆਂ ਤੋਂ ਤਰੀਕਾ ਪੁੱਛਦੇ ਫਿਰਦੇ ਆ। ਤੇ ਤੁਸੀਂ ਤਰੀਕਾ ਵੀ ਕਿਉਂ ਪੁੱਛਦੇ ਹੋ, ਫਿਰ ਆਪ ਕਰ ਲਓ ਜੋ ਕਰਨਾ। ਸੋ ਇਹ ਜਿਹੜੀਆਂ ਕੋਸ਼ਿਸ਼ਾਂ ਨੇ ਇੱਕ ਵਾਰ ਫੇਰ ਤੋਂ ਕਿਸਾਨ ਅੰਦੋਲਨ ਨੂੰ ਲੀਹੋ ਲਾਉਣ ਦੀ ਕੋਸ਼ਿਸ਼ ਦੇ ਤੌਰ ਤੇ ਦੇਖੀਆਂ ਗਈਆਂ। ਉਹਦੇ ਤੋਂ ਵੀ ਕਿਸਾਨ ਲੀਡਰਸ਼ਿਪ ਜਿਹੜੀ ਹੈ ਇਹਨੂੰ ਠੀਕ ਥਾਂ ਤੇ ਕੱਢ ਕੇ ਲੈ ਆਈ ਹੈ। ਤੇ ਸਭ ਤੋਂ ਇੰਪੋਰਟੈਂਟ ਜਿਹੜੀ ਘਟਨਾ ਵਾਪਰੀ ਹੈ ਉਹ ਹੈਗੀ ਹੈ ਇਲੈਕਸ਼ਨ ਦੇ ਨਤੀਜੇ, ਖਾਸ ਤੌਰ ਦੇ ਉੱਤੇ ਪੱਛਮੀ ਬੰਗਾਲ ਦੇ, ਕਿਉਂਕਿ ਕਿਸਾਨੀ ਲੀਡਰਸ਼ਿਪ ਦਾ ਇੱਕ ਹਿੱਸਾ ਜਿਹੜਾ ਤੇ ਉਹ ਪੱਛਮੀ ਬੰਗਾਲ ਦੇ ਵਿੱਚ ਵੀ ਪਹੁੰਚਿਆ ਸੀ। ਤੇ ਉਹਨਾਂ ਨੇ ਇਲੈਕਸ਼ਨ ਦੇ ਦੌਰਾਨ ਜਾ ਕੇ ਇਹ ਗੱਲ ਕਹੀ ਸੀ ਵੀ ਅਸੀਂ ਕਿਸੇ ਖਾਸ ਧਿਰ ਦੇ ਇੱਥੇ ਚੋਣ ਪ੍ਰਚਾਰ ਕਰਨ ਨਹੀਂ ਆਏ, ਅਸੀਂ ਨੇ ਤੁਹਾਨੂੰ ਕਹਿਣ ਆਏ
ਕਿ ਫਲਾਨੀ ਪਾਰਟੀ ਦੇ ਫਲਾਨੇ ਉਮੀਦਵਾਰ ਨੂੰ ਵੋਟ ਪਾ ਦਿਓ। ਅਸੀਂ ਤੁਹਾਨੂੰ ਕਾਮਨ ਵੋਟਰ ਨੂੰ ਇਹ ਕਹਿਣ ਆਏ ਹੈ ਕਿ ਉਸ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਕਰਿਓ ਜਿਸ ਭਾਰਤੀ ਜਨਤਾ ਪਾਰਟੀ ਨੇ ਅੱਜ ਦੇਸ਼ ਦੀ ਹਾਲਤ ਬਦ ਤੋਂ ਬਦਤਰ ਕਰ ਦਿੱਤੀ ਹੈ, ਜਿਸ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਅਗਵਾਈ ਦੇ ਵਿੱਚ 3 ਖੇਤੀ ਕਾਨੂੰਨ ਬਣ ਕੇ ਆਉਂਦੇ ਆ ਜਿਹੜੇ ਕਿ ਕੇਵਲ ਕਿਸਾਨਾਂ ਨੂੰ ਨਹੀਂ ਦੇਸ਼ ਦੇ ਆਮ ਨਾਗਰਿਕ ਨੂੰ ਤਬਾਹ ਕਰਨ ਵਾਲੇ ਆ। ਇਸ ਕਰਕੇ ਇਹਨੂੰ ਵੋਟ ਨਾ ਕਰਿਓ, ਜਿਹਨੂੰ ਮਰਜ਼ੀ ਜਿਹੜਾ ਚੰਗਾ ਤੁਹਾਨੂੰ ਲੱਗਦਾ ਉਹਨੂੰ ਵੋਟ ਕਰ ਦਿਓ। ਤੇ ਉਹਦੇ ਨਤੀਜੇ ਜਿਹੜੇ ਆ ਗਏ ਉਹ ਨਤੀਜੇ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਦੇ ਮਨ ਮੁਆਫਕ ਨਹੀਂ ਆਏ ਤੇ ਕਿਸਾਨ ਇਹਨੂੰ ਜਿਸ ਢੰਗ ਨਾਲ ਹੁਣ ਪੇਸ਼ ਕਰ ਰਹੇ ਨੇ, ਕਿਸਾਨ ਲੀਡਰਸ਼ਿਪ ਜਿਸ ਢੰਗ ਨਾਲ ਪੇਸ਼ ਕਰ ਰਹੀ ਹੈ ਉਹ ਇਹ ਕਰ ਰਹੀ ਹੈ ਕਿ ਸ਼ਾਇਦ ਪੱਛਮੀ ਬੰਗਾਲ ਦੇ ਲੋਕਾਂ ਨੇ ਵੀ ਤੇ ਬਾਕੀ ਸੂਬਿਆਂ ਦੇ ਲੋਕਾਂ ਨੇ ਵੀ, ਸਿਰਫ ਅਸਾਮ ਨੂੰ ਛੱਡ ਕੇ ਅਸਾਮ ਦੀਆਂ ਸਿਚੁਏਸ਼ਨਸ ਵੱਖਰੀਆਂ ਵੀ, ਉਹਨਾਂ ਨੇ ਸ਼ਾਇਦ ਇਹ ਗੱਲ ਸਮਝ ਲਈ ਹੈ ਕਿ ਸਾਡੀਆਂ ਦੁੱਖਾਂ ਦੀ ਜਿਹੜੀ ਜ਼ਿੰਮੇਵਾਰ ਹੈ ਉਹ ਆਹ ਤੇ ਰਿਹਾ ਹੈ ਭਾਰਤੀ ਜਨਤਾ ਪਾਰਟੀ। ਤੇ ਹੁਣ ਕਿਸਾਨ ਲੀਡਰਸ਼ਿਪ ਨੇ ਦਾਅਵਾ ਕੀਤਾ, ਕੱਲ ਬਲਵੀਰ ਸਿੰਘ ਰਾਜੇਵਾਲ ਤੇ ਜਗਜੀਤ ਸਿੰਘ ਡੱਲੇਵਾਲ ਨੇ ਬੋਲਦਿਆਂ ਗੱਲਾਂ ਕਹੀਆਂ ਵੀ ਕੇਂਦਰ ਸਰਕਾਰ ਜਿਸ ਘਟੀਆ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਨੂੰ ਡੀਲ ਕਰਦੀ ਆਈ ਹੈ ਤੇ ਹਾਲੇ ਵੀ ਕੇਂਦਰ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਿਹੜਾ ਅਗਲਾ ਨਿਸ਼ਾਨਾ ਹੋਏਗਾ ਕਿਸਾਨਾਂ ਦਾ ਉਹ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਰਗਾ ਉਹ ਸੂਬਾ ਹੋਏਗਾ ਜਿੱਥੇ ਅਗਲੇ ਸਾਲ ਚੋਣਾਂ ਹੋਣੀਆਂ ਤੇ ਉੱਥੇ ਵੀ ਫਿਰ ਭਾਰਤੀ ਜਨਤਾ ਪਾਰਟੀ ਨੂੰ ਪੱਛਮੀ ਬੰਗਾਲ ਵਰਗੇ ਨਤੀਜੇ ਜਿਹੜੇ ਆ ਬਰਦਾਸ਼ਤ ਕਰਨੇ ਪੈ ਸਕਦੇ ਆ। ਕੁਝ ਇਹ ਚੀਜ਼ਾਂ ਜਿਹੜੀਆਂ ਬਦਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਨਾਲ ਦੀ ਨਾਲ ਜਿਹੜਾ ਕਿਸਾਨ ਅੰਦੋਲਨ ਦੇ ਉੱਥੇ ਜਿਹੜਾ ਗਿਣਤੀ ਦਾ ਮਾਮਲਾ ਹੈ ਤੇ ਗਿਣਤੀ ਦੇ ਪੱਖ ਤੋਂ ਬਹੁਤ ਜ਼ਿਆਦਾ ਉੱਥੇ ਲੋਕ ਘਟ ਗਏ, ਏਦਾਂ ਦੀ ਗੱਲ ਨਹੀਂ ਹੈ। ਪਰ ਇਹ ਜ਼ਰੂਰ ਹੈ ਕਿ ਬਾਡੀ ਦਾ ਵੀ ਸੀਜ਼ਨ ਸੀ ਤੇ ਸਖਤ ਗਰਮੀ ਸੀ। ਜਿਹੜਾ ਕੋਈ ਚਾਹ ਨਾਲ ਜਾਂਦਾ ਸੀ ਉੱਥੇ ਜਾਂ ਮੇਲਾ ਦੇਖਣ ਜਾਂਦਾ ਸੀ ਉੱਥੇ ਜਾਂ ਚਲੋ ਵੀ ਇਸ ਨਜ਼ਰੀਏ ਨਾਲ ਜਾਂਦਾ ਸੀ ਵੀ ਚਲੋ ਜਾਣਦੇ ਆ, ਕਈ ਤਾਂ ਫੈਮਲੀਜ਼ ਵੀ ਮੈਂ ਦੇਖੀਆਂ ਉੱਥੇ ਮਤਲਬ ਉਹ ਵੀਕਐਂਡ ਤੇ ਜਾਂਦੀਆਂ ਸੀ ਆਪਣੇ ਬੱਚਿਆਂ ਨੂੰ ਲੈ ਕੇ ਜਿੱਦਾਂ ਕਿਤੇ ਘੁਮਾਉਣ ਜਾਈਦਾ। ਉਹ ਲੋਕ ਨਹੀਂ ਆਉਣ ਉੱਥੇ ਕਿਉਂਕਿ ਗਰਮੀ ਦਾ ਵੀ ਇੱਕ ਬਹੁਤ ਵੱਡਾ ਕਹਿਰ ਇਸ ਵੇਲੇ ਹੈ ਤੇ ਉਹ ਲੋਕ ਨਹੀਂ ਆ। ਪਰ ਜਿਹੜੇ ਲੋਕ ਵੀ ਉੱਥੇ ਬੈਠੇ ਆ ਚਾਹੇ ਉਹ ਟਰਾਲੀਆਂ 'ਚ ਬੈਠੇ ਨੇ ਚਾਹੇ ਉਹਨਾਂ ਨੇ ਆਪਣੇ ਆਸ਼ੀਆਨੇ ਜਿਹੜੇ ਆ ਨਵੇਂ ਤਰੀਕੇ ਦੇ ਬਣਾ ਲਏ ਆ, ਉਹ ਸਾਰਾ ਦਿਨ ਅੰਦਰ ਹੀ ਰਹਿੰਦੇ ਆ ਕਿਉਂਕਿ ਅੱਜ ਸਖਤ ਗਰਮੀ ਦੇ ਵਿੱਚ ਬਾਹਰ ਨਿਕਲਣ ਦਾ ਕੋਈ ਮਤਲਬ ਨਹੀਂ। ਕੁਝ ਲੋਕ ਤੁਰਦੇ ਫਿਰਦੇ ਆ ਜਾਂ ਫਿਰ ਜਦੋਂ ਲੰਗਰ ਦਾ ਸਮਾਂ ਹੁੰਦਾ ਉਦੋਂ ਆਪਣੇ ਘੁੜਦਿਆਂ ਤੋਂ ਨਿਕਲ ਕੇ ਜਾਂ ਆਸ਼ੀਆਨੇ ਤੋਂ ਨਿਕਲ ਕੇ ਜਿਹੜਾ ਉਹ ਲੰਗਰ ਛਕਣ ਆ ਜਾਂਦੇ ਆ। ਸੋ ਟਿਕਿਆ ਹੋਇਆ ਅੰਦੋਲਨ ਬਹੁਤ ਕਮਿਟਡ ਹੈ, ਬਹੁਤ ਡਿਸਿਪਲਿਨਡ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਹੁਣ ਆਉਣ ਵਾਲਾ ਸਮਾਂ ਜਿਹੜਾ ਆ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਜਿਹੜੇ ਨਤੀਜੇ ਆਏ ਨੇ ਉਸ ਤੋਂ ਬਾਅਦ ਸ਼ਾਇਦ ਰੀਥਿੰਕ ਕਰ ਰਹੀ ਹੋਏਗੀ ਭਾਰਤੀ ਜਨਤਾ ਪਾਰਟੀ ਵੀ ਤੇ ਨਾਲ ਦੀ ਨਾਲ ਸਰਕਾਰ ਵੀ ਤੇ ਨਾਲ ਦੀ ਨਾਲ RSS ਵੀ ਇਸ ਅੰਦੋਲਨ ਨੂੰ ਹੁਣ ਕਿਸ ਤਰੀਕੇ ਦੇ ਨਾਲ ਡੀਲ ਕਰਨਾ ਹੈ। ਸੋ ਜੇ ਤਾਂ ਸਮਝਦਾਰੀ ਨਾਲ ਕੰਮ ਲਿਆ ਜਾਏਗਾ ਤਾਂ ਉਹ ਇਸੇ ਮਹੀਨੇ ਦੇ ਵਿੱਚ ਡਾਇਲੋਗ ਦੇ ਟੇਬਲ ਤੇ ਆ ਕੇ ਇਸ ਅੰਦੋਲਨ ਨੂੰ ਕਿਤੇ ਨਾ ਕਿਤੇ ਕੁਝ ਗੱਲਾਂ ਦੇ ਉੱਤੇ ਇੱਕ ਸਮਝਦਾਰੀ ਬਣਾ ਕੇ ਇਸ ਅੰਦੋਲਨ ਨੂੰ ਮਿਟਣ ਦੀ ਕੋਸ਼ਿਸ਼ ਕਰਨਗੇ। ਜੇ ਸਮਝਦਾਰੀ ਤੋਂ ਕੰਮ ਨਹੀਂ ਲਿਆ ਗਿਆ ਤਾਂ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਲਈ ਤੇ ਖੁਦ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਲਈ ਬਹੁਤ ਔਖਾ ਹੋ ਸਕਦਾ, ਮੁਸੀਬਤ ਵਾਲਾ ਹੋ ਸਕਦਾ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਉੱਤਰ ਪ੍ਰਦੇਸ਼ ਦੇ ਜਿਹੜੇ ਪੰਚਾਇਤ ਇਲੈਕਸ਼ਨਸ ਹੋਈਆਂ ਉਹਦੇ ਜਿਹੜੇ ਨਤੀਜੇ ਆਲੇ ਥੋੜੇ ਬਹੁਤ ਰਹਿੰਦੇ ਵੀ ਹੈ ਪਰ ਜਿੰਨੇ ਕੁ ਨਤੀਜੇ ਆ ਰਹੇ ਆ ਇਹ ਪਤਾ ਲੱਗ ਰਿਹਾ ਹੈ ਕਿ ਇੱਕ ਕਿਸਮ ਦਾ ਜਿਹੜੇ ਪੰਚਾਇਤ ਚੋਣਾਂ ਹੁੰਦੀਆਂ ਉਹ ਇੱਕ ਕਿਸਮ ਦੀ ਪੇਂਡੂ ਸਰਕਾਰ ਹੁੰਦੀ ਹੈ ਕਿਸੇ ਵੀ ਸੂਬੇ ਦੀ। ਉੱਥੇ ਭਾਰਤੀ ਜਨਤਾ ਪਾਰਟੀ ਨੂੰ ਬੜਾ ਜ਼ਬਰਦਸਤ ਝਟਕਾ ਲੱਗਿਆ। ਈਵਨ ਜਿਹੜਾ ਵਾਰਾਣਸੀ ਹੈ ਜਿਹੜਾ ਪ੍ਰਧਾਨ ਮੰਤਰੀ ਦਾ ਹਲਕਾ ਆ ਤੇ ਅਯੁੱਧਿਆ ਆ ਖਾਸ ਤੌਰ ਦੇ ਉੱਤੇ ਤੇ ਈਵਨ ਜਿਹੜਾ ਆਦਿਤਿਆ ਯੋਗੀ ਨਾਥ ਦਾ ਜਿਹੜਾ ਇਲਾਕਾ ਆ ਉਹਨਾਂ ਸਾਰੇ ਇਲਾਕਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਬਹੁਤ ਬੁਰੀ ਤਰ੍ਹਾਂ ਹਾਰੀ ਹੈ। ਸਮੁੱਚੇ ਉੱਤਰ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਸਮਾਜਵਾਦੀ ਪਾਰਟੀ ਦੀ ਬਰਾਬਰ ਦੀ ਟੱਕਰ ਦਿਖਾਈ ਦੇ ਰਹੀ ਹੈ। ਇਹ ਕਿਤੇ ਨਾ ਕਿਤੇ ਦਿਖਾਈ ਦੇ ਰਹੇ ਨੇ ਨਤੀਜੇ ਵੀ ਜੇ ਇਸੇ ਤਰ੍ਹਾਂ ਰਿਹਾ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡੀ ਮੁਸੀਬਤ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੂੰ ਬਰਦਾਸ਼ਤ ਕਰਨੀ ਪਏਗੀ ਤੇ ਕਿਸਾਨ ਅੰਦੋਲਨ ਉਹਦੇ 'ਚ ਵੱਡੀ ਭੂਮਿਕਾ ਨਿਭਾਏਗਾ। ਜੀ ਦੁਸਾਂਝ ਸਾਹਿਬ, ਜਿੱਤ ਜਾਣ ਤੋਂ ਬਾਅਦ ਮਮਤਾ ਬੈਨਰਜੀ ਦਾ ਟਵੀਟ ਜਿਹੜਾ ਵਾ ਉਹ ਵੀ ਕਾਫੀ ਚਰਚਾ 'ਚ ਰਿਹਾ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਤਿੰਨੇ ਹੀ ਕਾਲੇ ਕਾਨੂੰਨ ਨੇ ਇਹ ਵਾਪਸ ਲੈ ਜਾਣ ਤੇ ਉਹ ਕਿਸਾਨਾਂ ਦੇ ਨਾਲ ਖੜੇ ਨੇ। ਇੱਕ ਪਾਸੇ ਤੇ ਪੋਜ਼ਿਟਿਵ ਸਾਈਨ ਨੇ ਕਿ ਜਿਹੜੇ ਕਿਸਾਨਾਂ ਨੇ ਉੱਥੇ ਜਾ ਕੇ ਮਦਦ ਕੀਤੀ ਆ ਤੇ ਉਹਨੂੰ ਉਹ ਰੈਕੋਗਨਾਈਜ਼ ਕਰਦੇ ਨੇ। ਦੂਜੇ ਪਾਸੇ ਪੰਜਾਬ ਦੀ ਪ੍ਰੈਸ ਵਿੱਚ ਕੁਝ ਐਸੇ ਪੱਤਰਕਾਰ ਨੇ, ਸੀਨੀਅਰ ਪੱਤਰਕਾਰ ਨੇ, ਉਹ ਬਾਰ-ਬਾਰ ਕਹਿੰਦੇ ਨੇ
ਕਿ ਜਿਹੜੇ ਕਿਸਾਨ ਲੀਡਰਸ਼ਿਪ ਆ ਜਥੇਬੰਦੀਆਂ ਨੇ ਉਹਨਾਂ ਦੇ ਉੱਤੇ ਰਾਸ਼ਟਰਵਾਦ ਦਾ ਭੂਤ ਸਵਾਰ ਹੈ, ਜਿਹਦਾ ਕਰਕੇ ਉਹਨਾਂ ਨੇ ਸਿੱਧੇ ਤੌਰ ਤੇ ਮਮਤਾ ਬੈਨਰਜੀ ਦੀ ਮਦਦ ਨਹੀਂ ਕੀਤੀ। ਇਹ ਕਹਿੰਦੇ ਰਹੇ ਕਿ ਬੀਜੇਪੀ ਨੂੰ ਵੋਟ ਨਾ ਪਾਓ। ਜੇ ਉੱਥੇ ਜਾ ਕੇ ਉਹ ਕਹਿੰਦੇ ਕਿ ਮਮਤਾ ਬੈਨਰਜੀ ਜੇਤੂ ਤੇ ਰਿਹਾ ਤੇ ਇਹਨੂੰ ਹੀ ਵੋਟ ਪਾਓ, ਤੇ ਤਾਂ ਫਿਰ ਇਹਨਾਂ ਦਾ ਦਾਅਵਾ ਸਹੀ ਬਣਦਾ ਸੀ ਕਿ ਕਿਸਾਨਾਂ ਦੀ ਮਦਦ ਨਾਲ ਹੀ TMC ਜਿਹੜੀ ਆ ਉਹ ਪਾਵਰ 'ਚ ਆਈ ਆ। ਉਹ ਇੱਥੇ ਲੱਡੂ ਵੰਡਣ ਨਾਲ ਜਾਂ ਇਹ ਕਹਿਣ ਨਾਲ ਕਿ ਅਸੀਂ ਉੱਥੇ ਗਏ ਤੇ ਉਹਨਾਂ ਦੀ ਜਿੱਤ ਹੋਈ, ਇਹਦੇ ਕੋਈ ਜ਼ਿਆਦਾ ਮਾਇਨੇ ਨਹੀਂ। ਇਸ ਤਰ੍ਹਾਂ ਦੇ ਵਿਚਾਰਾਂ ਨੂੰ ਤੁਸੀਂ ਕੀ ਕਹਿੰਦੇ ਹੋ? ਪਹਿਲੀ ਗੱਲ ਤਾਂ ਇਹ ਹੈ ਕਿ ਕਿਸਾਨ ਲੀਡਰਸ਼ਿਪ ਨੇ ਕੋਈ ਦਾਅਵਾ ਨਹੀਂ ਕੀਤਾ ਇਹਨਾਂ ਦਾ ਵੀ ਸਿਰਫ ਸਾਡੇ ਕਰਕੇ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਜਿੱਤੀ ਹੈ। ਉਹਨਾਂ ਨੇ ਤਾਂ ਕਦੀ ਨਹੀਂ ਕਿਹਾ। ਉਹਨਾਂ ਨੇ ਕਿਹਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਕੰਮ ਕੀਤਾ ਸੀ, ਤੇ ਚਲੋ ਉਹ ਜਿਹੜਾ ਕੰਮ ਜਿੰਨਾ ਕੁ ਵੀ ਉੱਥੇ ਉਹਦੀ ਭੂਮਿਕਾ ਰਹੀ ਆ ਉਹਦੇ 'ਚ ਅਸੀਂ ਸਫਲ ਹੋਏ ਆ, ਤੇ ਏਦਾਂ ਹੀ ਅਸੀਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਵੀ ਜਾਵਾਂਗੇ। ਮਮਤਾ ਬੈਨਰਜੀ ਜਾਂ ਕਿਸੇ ਖਾਸ ਧਿਰ ਨੂੰ ਵੋਟ ਪਾਉਣ ਦੀ ਅਪੀਲ ਨਾ ਉਹਨਾਂ ਨੇ ਕੀਤੀ ਸੀ, ਨਾ ਹੀ ਕਰਨੀ ਵਾਜਬ ਸੀ। ਜਿਹੜੇ ਸੋਕਾਰਡ ਜਿਹੜੇ ਇਸ ਤਰ੍ਹਾਂ ਦੇ ਪੱਤਰਕਾਰ ਹੈ, ਉਹ ਸ਼ਾਇਦ ਕਿਸਾਨ ਅੰਦੋਲਨ ਦੀ ਜਿਹੜੀ ਆਤਮਾ ਆ ਜਾਂ ਰੂਹ ਆ, ਜਾਂ ਤਾਂ ਉਹਨੂੰ ਸਮਝ ਨਹੀਂ ਰਹੇ, ਜਾਂ ਉਹ ਸ਼ਰਾਰਤਪੂਰਨ ਤਰੀਕੇ ਦੇ ਨਾਲ ਸਾਰੀ ਜਿਹੜੀ ਐਜੀਟੇਸ਼ਨ ਹੈ ਉਹਨੂੰ ਇਸ ਢੰਗ ਦੇ ਨਾਲ ਰਿਪੋਰਟ ਕਰਨਾ ਚਾਹੁੰਦੇ ਆ ਵੀ ਕੋਈ ਨਾ ਕੋਈ ਇਲਜ਼ਾਮ ਕਿਸਾਨ ਲੀਡਰਸ਼ਿਪ ਦੇ ਉੱਤੇ ਖੜਾ ਹੀ ਰਵੇ। ਇਹੀ ਕੋਸ਼ਿਸ਼ ਜਿਹੜੀ ਹੈ ਸਰਕਾਰ 'ਚ ਬੈਠੇ ਲੋਕਾਂ ਦੀ, ਇਹੀ ਕੋਸ਼ਿਸ਼ ਸਰਕਾਰ ਵੱਲੋਂ ਭੇਜੇ ਹੋਏ ਜਿਹੜੇ ਮਤਲਬ ਮੈਂ ਲਫ਼ਜ਼ ਨਹੀਂ ਵਰਤਣਾ ਚਾਹੁੰਦਾ, ਪਰ ਸਾਡੇ ਬਹੁਤ ਵੱਡੇ ਕਹਾਣੀਕਾਰ ਸਾਡੇ ਵੱਡੇ ਭਾਜੀ ਬਲਰਾਮ ਸੰਧੂ ਨੇ 26 ਜਨਵਰੀ ਦੀਆਂ ਘਟਨਾਵਾਂ ਤੋਂ ਪਹਿਲਾਂ ਹੀ ਆਪਣੀ ਫੇਸਬੁੱਕ ਤੇ ਇੱਕ ਪੋਸਟ ਪਾਈ ਸੀ। ਉਹਨਾਂ ਨੇ ਲਿਖਿਆ ਸੀ ਵੀ ਦਿੱਲੀ ਹਮੇਸ਼ਾ ਹੀ ਜਿਹੜੀ ਹੈ ਉਹ ਦੁੱਲਿਆਂ ਦੇ ਸਿਰ ਤੇ ਜਿੱਤੀ ਜਾਂਦੀ ਰਹੀ ਹੈ, ਪਰ ਧਿਆਨ ਰੱਖੋ ਵੀ ਸਰਕਾਰੀ ਦੱਲਿਆਂ ਨੇ ਹਮੇਸ਼ਾ ਹੀ ਇਸ ਜਿੱਤ ਦੇ ਵਿੱਚ ਕਿਤੇ ਨਾ ਕਿਤੇ ਕਾਂਜੀ ਪਾਉਣ ਦੀ ਕੋਸ਼ਿਸ਼ ਕੀਤੀ ਆ। ਮੈਨੂੰ ਐਗਜ਼ੈਕਟ ਵਰਡ ਯਾਦ ਨਹੀਂ ਜੋ ਬਲਰਾਮ ਸਿੰਘ ਸੰਧੂ ਨੇ ਲਿਖੀ ਸੀ, ਮੈਂ ਉਹ ਰੀਪੋਸਟ ਵੀ ਕੀਤੀ ਸੀ। ਸੋ ਜਿਹੜੇ ਕੁਝ ਦੱਲੇ ਕਿਸਮ ਦੇ ਲੋਕ ਹੈ ਉਹ ਵੀ ਅੰਦੋਲਨ ਦੇ ਵਿੱਚ ਭੇਜੇ ਹੋਏ ਅੱਜ ਤੋਂ ਨਹੀਂ, ਪਹਿਲੇ ਦਿਨ ਤੋਂ ਹੀ, ਤੇ ਉਹਨਾਂ ਨੇ ਜੋ ਕੁਝ ਕੀਤਾ ਜਾਂ ਜੋ ਕੁਝ ਹੁਣ ਕਰ ਰਹੇ ਨੇ ਉਹ ਵੀ ਦਿਖਾਈ ਦੇ ਰਿਹਾ। ਸੋ ਪੱਤਰਕਾਰਾਂ ਦੇ ਵਿੱਚ ਵੀ ਬਹੁਤ ਸਾਰੇ ਏਦਾਂ ਦੇ ਲੋਕ ਨੇ। ਈਵਨ ਜਿਹੜਾ ਅਲਟਰਨੇਟ ਮੀਡੀਆ ਅਸੀਂ ਕਹਿੰਦੇ ਸੀ ਵੀ ਨਵਾਂ ਪੈਦਾ ਹੋ ਗਿਆ ਇਲੈਕਟ੍ਰੋਨਿਕ ਮੀਡੀਆ ਜਿਹੜਾ ਪੈਰਲਰ ਨੈਸ਼ਨਲ ਮੀਡੀਆ ਦੇ, ਉਹਨੇ ਵੀ ਜਿਹੜੇ 2 ਚੈਨਲ ਸਿੱਧੇ ਤੌਰ ਦੇ ਉੱਤੇ ਉਸੇ ਕਿਸਮ ਦੀ ਪੱਤਰਕਾਰੀ ਕਰ ਰਹੇ ਆ। ਇਸ ਕਿਸਮ ਦੀ ਪੱਤਰਕਾਰੀ ਸਾਡੇ ਗੋਦੀ ਮੀਡੀਆ ਨੇ ਕਿਸਾਨ ਅੰਦੋਲਨ ਨੂੰ ਰਿਪੋਰਟ ਕਰਦਿਆਂ ਕੀਤੀ ਆ ਜਾਂ ਰੂਟੀਨ ਦੇ ਵਿੱਚ ਵੀ ਕਰ ਰਹੇ ਆ। ਸੋ ਮੈਨੂੰ ਨਹੀਂ ਲੱਗਦਾ ਹੈ ਕਿ ਇਹ ਕੋਈ ਸਹੀ ਕਿਸਮ ਦੀ ਰਣਨੀਤੀ ਜਾਂ ਦਾਅਪੇਚ ਹੁੰਦਾ ਕਿਸਾਨਾਂ ਦਾ ਜਾਂ ਕਿਸਾਨ ਆਗੂਆਂ ਦਾ ਵੀ ਉਹ ਪੱਛਮੀ ਬੰਗਾਲ ਜਾਂ ਕਿਸੇ ਵੀ ਸੂਬੇ 'ਚ ਜਾ ਕੇ ਕਿਸੇ ਖਾਸ ਧਿਰ ਦੀ ਸਮਰਥਨ ਦੇ ਵਿੱਚ ਵੋਟਾਂ ਮੰਗਦੇ। ਇਹ ਸਗੋਂ ਆਤਮਘਾਤੀ ਹੁੰਦਾ। ਜੋ ਵੀ ਕੀਤਾ ਕਿਸਾਨ ਲੀਡਰਸ਼ਿਪ ਨੇ, ਇੱਕ ਸਿਆਣੀ ਲੀਡਰਸ਼ਿਪ ਹੈ ਸੰਯੁਕਤ ਕਿਸਾਨ ਮੋਰਚੇ ਦੀ, ਤੇ ਉਹਨਾਂ ਨੇ ਜਿਸ ਤਰੀਕੇ ਨਾਲ ਵੀ ਇਹਨਾਂ ਇਲੈਕਸ਼ਨ ਦੇ ਵਿੱਚ ਆਪਣਾ ਜਿੰਨਾ ਵੀ ਰੋਲ ਬਣਦਾ ਸੀ ਜਿਹੜਾ ਨਿਭਾਇਆ, ਮੈਨੂੰ ਲੱਗਦਾ ਐਪਰੀਸ਼ੀਏਬਲ ਹੈ ਤੇ ਉਹਦੇ ਚੰਗੇ ਸਿੱਟੇ ਵੀ ਨਿਕਲੇ ਜੀ। ਦੁਸਾਂਝ ਸਾਹਿਬ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੀ ਯੂਥ ਲੀਡਰਸ਼ਿਪ ਹੈ ਉਹਨੂੰ ਲੈ ਕੇ ਕੁਝ ਇੱਕ ਬਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਕਿ ਯੂਥ ਜਿਹੜਾ ਆ ਉਹ ਹੁਣ ਜਥੇਬੰਦੀਆਂ ਦੇ ਨਾਲ ਨਹੀਂ, ਉਹਨਾਂ ਤੋਂ ਨਿਰਾਸ਼ ਹੈ। ਔਰ ਇਸ ਤੋਂ ਪਹਿਲਾਂ ਜਦੋਂ ਤੁਸੀਂ ਕਹਿ ਰਹੇ ਹੋ ਕਿ ਮੇਲੇ ਵਰਗਾ ਮਾਹੌਲ ਸੀਗਾ ਤੇ ਉੱਥੇ ਅਖਾੜੇ ਲੱਗਦੇ ਸੀਗੇ, ਸਿੰਗਰ ਉੱਥੇ ਪਹੁੰਚੇ ਹੋਏ ਸੀਗੇ, ਤੇ ਇੱਕ ਬੜੀ ਪੋਜ਼ਿਟਿਵ ਵੇਵ ਜਿਹੜੀ ਉਹ ਨਜ਼ਰ ਆ ਰਹੀ ਸੀ ਪੰਜਾਬ ਦੀ ਕਿ ਪੰਜਾਬ ਦਾ ਜਿਹੜਾ ਯੂਥ ਹੈ ਜਿਹਨੂੰ ਨਸ਼ਈ ਕਿਹਾ ਜਾਂਦਾ ਸੀ, ਜਿਹੜਾ ਹੋਰ ਕੋਈ ਕੰਮ ਕਰਦਾ ਹੀ ਨਹੀਂ, ਜਾਂ ਉਹ ਬੈਗ ਪੜ ਕੇ ਤੇ ਆਪਣੇ ਆਈਲਟਸ ਤੇ ਮਗਰ ਲੱਗਾ ਕਿ ਮੈਂ ਬਾਹਰ ਨਿਕਲ ਜਾਵਾਂ, ਤੇ ਜਾਂ ਫਿਰ ਉਹ ਕਿਸੇ ਨਾ ਕਿਸੇ ਤਰ੍ਹਾਂ ਨਸ਼ਿਆਂ 'ਚ ਗਲਤਾਨ ਹੈ, ਉਹ ਬਿਲਕੁਲ ਜਾਗਰੂਕ ਹੋ ਕੇ ਤੇ ਮੋਰਚੇ ਵਿੱਚ ਸ਼ਾਮਲ ਹੋਇਆ ਸੀਗਾ। ਪਰ 26 ਦੀਆਂ ਘਟਨਾਵਾਂ ਤੋਂ ਬਾਅਦ ਕਾਫੀ ਕੁਝ ਬਦਲਿਆ। ਉਸ ਤੋਂ ਬਾਅਦ ਜਿਹੜਾ ਪ੍ਰੈਸ਼ਰ ਬਣਿਆ ਖਾਸ ਕਰਕੇ ਲੱਖੇ ਸਿਧਾਣੇ ਨੂੰ ਲੈ ਕੇ, ਜਿਹਦੇ ਵਿੱਚ ਬਹੁਤ ਸਾਰੇ ਸਿੰਗਰ ਜਿਹੜੇ ਉਹਨਾਂ ਰੋਲ ਅਦਾ ਕੀਤਾ, ਜਿਹੜੇ ਬੱਬੂ ਮਾਨ ਦਾ ਨਾਮ ਲੈ ਸਕਦੇ ਆ, ਜਾਂ ਇੱਕ ਹੋਰ ਚਰਚਿਤ ਹੋਏ ਨੇ ਸਿੰਗਰ ਜਿਹੜੇ ਬੜੇ ਗਰੇਵਾਲ ਕਵਰ ਗਰੇਵਾਲ ਹਰੀ, ਉਹ ਅਮਤੋਜ ਮਾਨ, ਬਾਬੂ ਸਿੰਘ ਮਾਨ ਦਾ ਬੇਟਾ, ਤੇ ਕਬੱਡੀ ਦੇ ਖਿਲਾੜੀ ਤੇ ਦੁਆਬੇ ਦੇ ਕੁਝ ਜਿਹੜੇ ਲੀਡਰ ਵੀ ਸੀਗੇ ਜਿਨ੍ਹਾਂ 'ਚ ਮੈਂ ਨਾਮ ਹੀ ਲਵਾਂ ਤਾਂ ਮਨਜੀਤ ਸਿੰਘ ਰਾਏ ਵਗੈਰਾ, ਉਹਨਾਂ ਨੇ ਜਿਹੜਾ ਇੱਕ ਪ੍ਰੈਸ਼ਰ ਸਿਰਜਿਆ ਬਲਦੇਵ ਸਿੰਘ ਸਿਰਸਾ ਨੇ ਕਿ ਹਰ ਹਾਲਤ 'ਚ ਯੂਥ ਨੂੰ ਨਾਲ ਜੋੜਨ ਲਈ ਲੱਖਾ ਸਿਧਾਣੇ ਨੂੰ ਲੈਣਾ ਜ਼ਰੂਰੀ ਆ। ਪਰ ਲੱਖੇ ਸਿਧਾਣੇ ਦੇ ਆਉਣ ਤੋਂ ਬਾਅਦ ਕੀ ਤੁਹਾਨੂੰ ਲੱਗਦਾ ਹੈ ਕਿ ਯੂਥ ਫਿਰ ਮੁੜ ਕੇ ਆ ਗਿਆ ਜਾਂ ਉਸ ਤਰ੍ਹਾਂ ਦੀ ਗੱਲ ਬਣ ਗਈ ਜਿਹਦੀ ਉਮੀਦ ਕਰਕੇ ਰੱਖਿਆ ਸੀ? ਤੇ ਕਿਤੇ ਨਾ ਕਿਤੇ ਕਿਸਾਨ ਲੀਡਰਸ਼ਿਪ ਜਿਹੜੀ ਆ ਜਥੇਬੰਦੀਆਂ ਨੇ, ਉਹਨਾਂ ਨੇ ਆਪਣੀ ਇੱਕ ਕਮਜ਼ੋਰੀ ਨਹੀਂ ਦਿਖਾਈ ਕਿ ਆਪਣੇ ਸਟੈਂਡ ਤੋਂ ਥਿੜਕ ਕੇ
ਉਹਨੂੰ ਬੁੱਕਲ ਚ ਲੈਣ ਦੇ ਨਾਂ ਹੇਠ ਫਿਰ ਮੋਰਚੇ ਵਿੱਚ ਕਿਸੇ ਨਾ ਕਿਸੇ ਥਾਂ ਉਹਨੂੰ ਵਿੱਚ ਲਿਆਂਦਾ ਗਿਆ ਤੇ ਇੱਕ ਆਗਿਆ ਦਿੱਤੀ ਗਈ ਕਿ ਉਹ ਸਟੇਜ ਤੇ ਬੋਲ ਸਕਦਾ। ਹਾਲਾਂਕਿ ਉਹ ਉਸ ਦਿਨ ਦਾ ਉੱਥੇ ਪਹੁੰਚਿਆ ਨਹੀਂ, ਇੱਕ ਦਿਨ ਗਿਆ ਸੀ ਪਰ ਦੁਬਾਰਾ ਉੱਥੇ ਜਥੇਬੰਦੀਆਂ ਦੇ ਵਿੱਚ ਬੈਠਾ ਨਜ਼ਰ ਨਹੀਂ ਆਇਆ। ਸੋ ਇਹ ਜਿਹੜੀ ਵੀਕਨੈਸ ਕਿਤੇ ਨਜ਼ਰ ਆਈ ਆ, ਇਹਨੂੰ ਤੁਸੀਂ ਕਿੱਦਾਂ ਵੇਖਦੇ ਹੋ? ਪਹਿਲੀ ਗੱਲ ਤਾਂ ਇਹ ਹੈ ਵੀ ਇਹ ਸਮਝ ਲੈਣਾ ਜਾਂ ਇਸ ਤਰ੍ਹਾਂ ਦਾ ਪ੍ਰਭਾਵ ਲੈ ਲੈਣਾ ਵੀ ਖਬਰੇ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਕੋਈ ਵੱਖਰੀਆਂ ਵੱਖਰੀਆਂ ਚੀਜ਼ਾਂ। ਪੰਜਾਬ ਦੇ ਕਿਸੇ ਵੀ ਕਿਸਾਨ ਪਰਿਵਾਰ ਦੇ ਵਿੱਚ ਜੇ ਬਜ਼ੁਰਗ ਜਿਹੜਾ ਆ ਉਹ ਮੋਰਚੇ 'ਚ ਬੈਠਾ ਤਾਂ ਉਹਦਾ ਜਿਹੜਾ ਪੁੱਤ ਹੈ ਤੇ ਉਹਦਾ ਪੋਤਾ ਹੈ ਉਹ ਵੀ ਮੋਰਚੇ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਾਰਟ ਹੈ, ਚਾਹੇ ਉਹ ਮੋਰਚੇ ਦੇ ਵਿੱਚ ਸ਼ਾਮਲ ਹੈ ਚਾਹੇ ਉਹ ਪਿੱਛੇ ਰਹਿ ਕੇ ਕੰਮ ਸਾਂਭ ਰਿਹਾ। ਦੂਜੀ ਗੱਲ ਮੈਂ ਤੁਹਾਨੂੰ ਦੱਸਾਂ ਕਿ ਇਸ ਵੇਲੇ ਵੀ ਕਿਸਾਨ ਅੰਦੋਲਨ ਜਿਹੜਾ ਚਾਹੇ ਟਿਕਰੀ ਬਾਰਡਰ ਹੈ, ਅਸੀਂ ਜੇ ਗਾਜ਼ੀਪੁਰ ਬਾਰਡਰ, ਪਲਵਲ ਚੌਕ ਜਾਂ ਸ਼ਾਹਜਹਾਂਪੁਰ ਜਿਹੜਾ ਬਾਰਡਰ ਰੋਕਿਆ ਹੋਇਆ ਉਹਦੀ ਗੱਲ ਨਾ ਵੀ ਕਰੀਏ, ਅਸੀਂ ਟਿਕਰੀ ਬਾਰਡਰ ਤੇ ਸਿੰਘੂ ਕੁਰਲੀ ਬਾਰਡਰ ਦੀ ਗੱਲ ਕਰੀਏ ਜਿਹੜੀ ਸਿੱਧੇ ਤੌਰ ਤੇ ਪੰਜਾਬ ਦੇ ਜਿਹੜੇ ਲੋਕ ਉੱਥੇ ਸ਼ਾਮਲ ਨੇ, ਤਾਂ ਇਸ ਵੇਲੇ ਵੀ ਜਿਹੜਾ ਸਾਰਾ ਵਲੰਟੀਅਰ ਦੇ ਤੌਰ ਤੇ ਕੰਮ ਉੱਥੇ ਕਰ ਰਹੇ ਨੇ ਉਹ ਬਹੁਤੇ ਨੌਜਵਾਨ ਹੈ। ਕੀ ਨੌਜਵਾਨਾਂ ਨੂੰ ਨਿਖੇੜ ਕੇ ਦੇਖ ਸਕਦੇ ਹਾਂ ਅਸੀਂ ਤੇ ਕੀ ਇਹ ਦਾਅਵਾ ਕੀਤਾ ਜਾ ਸਕਦਾ ਹੈ ਕਿ ਪੰਜਾਬ ਦੀ ਜਵਾਨੀ ਜਾਂ ਪੰਜਾਬ ਦੀ ਨੌਜਵਾਨੀ ਜਿਹੜੀ ਆ ਉਹ ਲੱਖੇ ਸਿਧਾਣੇ ਦੇ ਨਾਲ ਹੈ ਜਾਂ ਦੀਪ ਸਿੱਧੂ ਦੇ ਨਾਲ ਹੈ? ਤੁਸੀਂ ਇਕੱਠ ਦੇ ਲੈਵਲ ਤੇ ਦੇਖ ਸਕਦੇ ਹੋ, ਜਿਹੜਾ ਮਹਾਰਾਜ ਦਾ ਇਕੱਠ ਕੀਤਾ ਗਿਆ ਲੱਖੇ ਸਿਧਾਣੇ ਵੱਲੋਂ, ਜਿਹੜਾ ਉਹਨੂੰ ਪੁੱਛ ਰਹਿੰਦਿਆਂ ਹੋਇਆ ਵੀ ਕੀਤਾ ਗਿਆ, ਉਸ ਤੋਂ 2 ਦਿਨ ਪਹਿਲਾਂ ਜਿਹੜਾ ਬਰਨਾਲਾ ਦਾ ਇਕੱਠ ਹੈ ਉਹਦੇ ਤੋਂ 10 ਗੁਣਾ ਵੱਡਾ ਸੀ। ਕੀ ਉਹਦੇ ਚ ਨੌਜਵਾਨ ਨਹੀਂ ਸੀ? ਕੋਈ ਆਰਗੇਨਾਈਜੇਸ਼ਨ ਨਹੀਂ ਹੈਗੀ ਲੱਖੇ ਸਿਧਾਣੇ ਦੀ ਜਾਂ ਦੀਪ ਸਿੱਧੂ ਦੀ ਤੇ ਫਿਰ ਇਸ ਤਰ੍ਹਾਂ ਦੀ ਪੇਸ਼ਕਸ਼ ਕਰਨੀ ਵੀ ਪਤਾ ਨਹੀਂ ਪੰਜਾਬ ਦੀ ਜਵਾਨੀ ਤਾਂ ਕਮਲੀ ਹੋਈ ਫਿਰਦੀ ਹੈ ਦੀਪ ਸਿੱਧੂ ਤੇ ਲੱਖੇ ਸਿਧਾਣੇ ਦੇ ਪਿੱਛੇ, ਏਦਾਂ ਦੀ ਕੋਈ ਗੱਲ ਨਹੀਂ ਹੈ। ਇਹ ਜ਼ਰੂਰ ਹੈ ਜਿਹੜੀ ਤੁਸੀਂ ਕਮਜ਼ੋਰੀ ਦੀ ਗੱਲ ਕਹਿੰਦੇ ਹੋ ਵੀ ਕਮਜ਼ੋਰੀ ਸਾਰੀਆਂ ਜਥੇਬੰਦੀਆਂ ਦੀ ਨਹੀਂ ਹੈ। 3 ਜਾਂ 4 ਦੇ ਕਰੀਬ ਜਥੇਬੰਦੀਆਂ 32 ਦੇ ਵਿੱਚ ਹੈਗੀਆਂ ਜਿਹੜੀਆਂ ਨੇ ਕੋਸ਼ਿਸ਼ ਕੀਤੀ ਹੈ ਵੀ ਲੱਖੇ ਸਿਧਾਣੇ ਨੂੰ ਮੁੜ ਕੇ ਜਿਹੜਾ ਹੈ ਬੁੱਕਲ ਚ ਲਿਆ ਜਾਵੇ। ਵਾਪਸੀ ਦਾ ਸ਼ਬਦ ਵੀ ਵਰਤਿਆ ਗਿਆ, ਵਾਪਸੀ ਦਾ ਤਾਂ ਮਤਲਬ ਹੀ ਕੋਈ ਨਹੀਂ ਕਿਉਂਕਿ ਉਹ ਕਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਪਾਰਟ ਸੀ ਜਿਹੜਾ ਉਹਨੂੰ ਬਾਹਰ ਕਰ ਦਿੱਤਾ ਗਿਆ ਸੀ, ਉਹਦੀ ਵਾਪਸੀ ਹੋ ਰਹੀ ਹੈ। ਇਹ ਸਿਰਫ ਬ੍ਰਿਤਾਂਤ ਸਿਰਜੇ ਜਾ ਰਹੇ ਹੈ। ਇਹ ਜ਼ਰੂਰ ਹੁੰਦਾ ਵੀ ਇਹ ਜ਼ਰੂਰੀ ਨਹੀਂ ਹੈ। ਮੈਂ ਤਾਂ ਕਹਿੰਦਾ ਇਸ ਗੱਲ ਦੀ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਪਹਿਲੀ ਵਾਰ 32 ਕਿਸਾਨ ਜਥੇਬੰਦੀਆਂ ਦਾ ਸੰਯੁਕਤ ਕਿਸਾਨ ਮੋਰਚਾ ਤੇ ਇੱਕ ਪੈਰਲਲ ਸਮਝਦਾਰੀ ਦੇ ਨਾਲ ਜੋਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ, ਭਾਵੇਂ ਉਹ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਹੈ, ਇੱਕ ਸਾਂਝੀ ਸਮਝਦਾਰੀ ਨਾਲ ਚੱਲ ਰਹੇ ਆ। ਇਹ ਪਹਿਲੀ ਵਾਰ ਹੋਇਆ ਪੰਜਾਬ 'ਚ। ਵੱਧ ਤੋਂ ਵੱਧ ਕਈ ਵਾਰੀ 8 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਐਜੀਟੇਸ਼ਨ ਕਰਦੀਆਂ ਰਹੀਆਂ। 5 ਮਹੀਨੇ ਤੋਂ 32 ਕਿਸਾਨ ਜਥੇਬੰਦੀਆਂ ਇਕੱਠੀਆਂ ਐਕਸ਼ਨ ਕਰ ਰਹੀਆਂ। ਬਾਰ-ਬਾਰ ਉਹਨਾਂ ਨੇ ਇਸ ਐਕਸ਼ਨ ਨੂੰ ਸਾਬੋਟਾਜ ਕਰਨ ਦੀ ਕੋਸ਼ਿਸ਼ ਹੁੰਦੀ ਹੈ ਅੰਦਰੋਂ ਵੀ, ਤੇ ਇੱਕ ਪੈਰਲਲ ਜਿਹੜਾ ਇੱਕ ਵੱਖਰਾ ਇੱਕ ਮੋਰਚਾ ਲਾ ਕੇ ਬੈਠੇ ਆ ਜਿਹੜੇ ਉਹ ਕਿਸਾਨ ਸੰਘਰਸ਼ ਕਮੇਟੀ ਵਾਲੇ ਆ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਪੰਨੂ ਪੰਧੇਰ ਹੋਣੀ, ਉਹਨਾਂ ਵੱਲੋਂ ਵੀ ਤੇ ਕੁਝ ਜਵਾਨੀ ਦਾ ਦਮ ਭਰਨ ਵਾਲੇ ਲੋਕਾਂ ਵੱਲੋਂ ਵੀ। ਪਰ ਉਹਦੇ ਬਾਵਜੂਦ ਥੋੜੇ ਬਹੁਤ ਤਿੱਖੇ ਕਿਸਮ ਦੇ ਅੰਦਰੂਨੀ ਵਿਰੋਧਾਂ ਦੇ ਬਾਵਜੂਦ ਵੀ ਸਾਰਾ ਕੁਝ ਠੀਕ ਕਰਦੀ ਰਹੀ ਹੈ ਲੀਡਰਸ਼ਿਪ। ਹੁਣ ਵੀ ਜਿਹੜਾ ਲੱਖੇ ਸਿਧਾਣੇ ਦੇ ਨਾਂ ਦੇ ਉੱਤੇ ਜੋ ਕੁਝ ਵੀ ਹੋਇਆ, ਉਸੇ ਦਿਨ ਉਹਦੇ ਭਰਾ ਨੂੰ ਚੱਕਣ ਦੀਆਂ ਖਬਰਾਂ ਆ ਗਈਆਂ। ਉਹ ਜਦੋਂ ਆ ਰਿਹਾ ਸੀ ਮਸਤੂਆਣਾ ਗੁਰਦੁਆਰੇ ਤੋਂ ਦਿੱਲੀ, ਜਿਹੜਾ KMB ਜਿਹੜਾ ਜਾਮ ਕਰਨ ਦਾ ਐਕਸ਼ਨ ਸੀਗਾ, ਉਸੇ ਦਿਨ ਉਹ ਮੁੜ ਗਿਆ। ਹਾਲੇ ਤੱਕ ਉਹ ਸਟੇਜ ਤੇ ਨਹੀਂ ਆਇਆ। ਉਸ ਤੋਂ ਬਾਅਦ ਵੀ ਇੱਕ ਕਿਸਮ ਦਾ ਰੂਪ ਪੋਸ਼ ਹੀ ਹੈ, ਕਦੇ ਕਦੇ ਉਹ ਫੇਸਬੁੱਕ ਤੇ ਦਿਖਾਈ ਦਿੰਦਾ ਹੈ। ਤੋ ਇਹਨੂੰ ਏਦਾਂ ਪੇਸ਼ ਕਰਨਾ ਵੀ ਪਤਾ ਨਹੀਂ ਲੱਖੇ ਸਿਧਾਣੇ ਦੀ ਵਾਪਸੀ ਹੋ ਗਈ ਹੈ ਤੇ ਲੱਖਾ ਸਿਧਾਣਾ ਸੰਯੁਕਤ ਕਿਸਾਨ ਮੋਰਚੇ ਦਾ ਪਾਰਟ ਬਣ ਗਿਆ, ਏਦਾਂ ਦੀ ਕੋਈ ਗੱਲ ਨਹੀਂ ਹੈ। ਹਾਂ, ਇਹ ਜ਼ਰੂਰ ਹੈ, ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਮਜ਼ੋਰੀ ਵੀ ਕਿਸਾਨਾਂ ਦੇ ਵਿੱਚ ਜਿਹੜੇ ਐਕਟਿਵ ਲੋਕ ਨੇ ਜਾਂ ਕਿਸਾਨ ਲੀਡਰਸ਼ਿਪ ਦੇ ਬਾਕੀ ਹਿੱਸੇ ਵੀ ਆ, ਭਾਵੇਂ ਉਹ ਇੱਕ ਮਤ ਨਾ ਵੀ ਹੋਣ, ਇੱਕ ਰਾਏ ਨਾ ਵੀ ਰੱਖਦੇ ਹੋਣ, ਪਰ ਜੇ ਕੋਈ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਦੇ ਲਏ ਹੋਏ ਫੈਸਲਿਆਂ ਨੂੰ ਪ੍ਰਵਾਨ ਕਰਕੇ ਆਉਣਾ ਚਾਹੁੰਦਾ ਹੈ ਤਾਂ ਉਹਨੂੰ ਫਿਰ ਧੱਕੇ ਨਾਲ ਬਾਹਰ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਹੈ। ਪਰ ਇਹ ਦਾਅਵਾ ਕਰਨਾ ਕਿ ਇਹਦੇ ਆਉਣ ਦੇ ਨਾਲ ਪੰਜਾਬ ਦੀ ਜਵਾਨੀ ਇਸ ਮੋਰਚੇ ਨਾਲ ਜੁੜੀ ਹੈ, ਨਹੀਂ ਤਾਂ ਪੰਜਾਬ ਦੇ ਨੌਜਵਾਨ ਤਾਂ ਹੈ ਹੀ ਨਹੀਂ ਇਸ ਮੋਰਚੇ 'ਚ। ਤੁਸੀਂ ਹੁਣੇ ਸਰਵੇ ਕਰਾ ਲਓ, ਇਸ ਵੇਲੇ ਮੋਰਚੇ ਦੇ ਵਿੱਚ ਜਿਹੜੇ ਨੀਅਰ ਅਬਾਊਟ 50% ਤੋਂ ਜ਼ਿਆਦਾ ਜਿਹੜੇ ਆ ਨੌਜਵਾਨਾਂ ਦੇ ਦਮ ਤੇ ਹੀ, ਉਹਨਾਂ ਦੀ ਜੋਸ਼ ਦੇ ਨਾਲ ਤੇ ਜਿਹੜੇ ਬਜ਼ੁਰਗ ਸਾਡੇ ਕਿਸਾਨ ਲੀਡਰ ਆ ਉਹਨਾਂ ਦੇ ਹੋਸ਼ ਦੇ ਨਾਲ ਇੱਕ ਸੁਮੇਲ ਦੇ ਨਾਲ ਇਹ ਅੰਦੋਲਨ ਜਿਹੜਾ ਆ ਸਫਲਤਾ ਵੱਲ ਵੱਧ ਰਿਹਾ। ਦਸਾਂਝ ਸਾਹਿਬ, ਜਿਹੜਾ ਦੀਪ ਸਿੱਧੂ ਕੈਂਪ ਆ ਉਹਨੂੰ ਸਪੋਰਟ ਕਰਨ ਵਾਲਿਆਂ 'ਚ ਜਿਵੇਂ ਵੀ ਜ਼ਿਕਰ ਕੀਤਾ ਕਿ ਪੰਧੇਰ ਤੇ ਪੰਨੂ ਵਾਲੀ ਜਿਹੜੀ ਰਾਜਨੀਤੀ ਆ, ਵੱਖਰੀ ਮਾਝੇ ਵਾਲਿਆਂ ਦੀ ਜਿਹੜੀ ਇੱਕ ਜਥੇਬੰਦੀ ਆ, ਉਹ ਤੇ ਕਰ ਹੀ ਰਹੀ ਆ ਆਪਣਾ ਰੋਲ ਅਦਾ। ਪਰ ਜਿਹੜੀ ਹੈਰਾਨੀ ਸਭ ਤੋਂ ਜ਼ਿਆਦਾ ਹੋਈ ਪਿਛਲੇ ਦਿਨੀ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ
ਜਿਹੜੀ ਸਟੂਡੈਂਟ ਫਾਰ ਸੁਸਾਇਟੀ ਨਾਂ ਦੀ ਜਥੇਬੰਦੀ ਬਣੀ ਕਨੂਪ੍ਰਿਆ ਹਰਾਂ ਦੀ ਲੀਡਰਸ਼ਿਪ ਥੱਲੇ, ਤੇ ਬੜੀਆਂ ਵੱਡੀਆਂ ਉਮੀਦਾਂ ਜਾਗੀਆਂ ਸੀ ਕਿ ਇਹ ਨੌਜਵਾਨ ਜਿਹੜੇ ਆ ਇਹ ਸ਼ਾਇਦ ਭਵਿੱਖ ਵਿੱਚ ਜਿਹੜੀ ਖੁਸ਼ੀ ਹੋਈ ਤਾਕਤ ਆ, ਇੱਕ ਕਿਸਮ ਦੀ ਲੈਫਟ ਦੀ ਕਹਿ ਲਓ ਜਾਂ ਇੰਜ ਕਹਿ ਲਓ ਕਿ ਜਿਹੜੀਆਂ ਪ੍ਰੋਗਰੈਸਿਵ ਧਿਰਾਂ ਨੇ ਉਹਨਾਂ ਲਈ ਇੱਕ ਬੜਾ ਵੱਡਾ ਚਾਨਣ ਮੁਨਾਰਾ ਬਣ ਕੇ ਉਭਰਨਗੇ। ਪਰ ਉਹ ਪਹਿਲੀ ਹੀ ਇਲੈਕਸ਼ਨ ਜਿੱਤਣ ਤੋਂ ਬਾਅਦ ਐਂ ਲੱਗਦਾ ਜਿੱਦਾਂ ਬੜੀ ਛੇਤੀ ਉਹ ਥਿੜਕ ਕੇ ਆਉਂਦੇ ਆ ਆਪਣੇ ਰਾਹ ਤੋਂ, ਤੇ ਉਹਨਾਂ ਨੇ ਕੁਝ ਹੋਰ ਹੀ ਰਾਹ ਤਿਆਰ ਕਰ ਲਿਆ, ਜਿਹੜੀ ਬੜੀ ਹੈਰਾਨੀ ਵੀ ਹੁੰਦੀ ਆ। ਤੇ ਉਸ ਚੀਜ਼ ਨੂੰ ਲੈ ਕੇ ਜਿਹੜੇ ਸਮਝਦਾਰ ਲੋਕ ਨੇ ਉਹ ਦੁੱਖ ਵੀ ਮਹਿਸੂਸ ਕਰਦੇ ਆ ਕਿ ਇਹ ਕਿਸ ਤਰ੍ਹਾਂ ਦੀ ਲੀਡਰਸ਼ਿਪ ਸੀਗੀ ਜਿਹਨੇ ਇੱਕ ਮੋਰਚਾ ਫਤਿਹ ਕੀਤਾ, ਲੋਕਾਂ ਨੇ ਉਹਨਾਂ ਨੂੰ ਜੀ ਆਇਆਂ ਕਿਹਾ, ਬੜੀ ਖੁਸ਼ੀ ਜ਼ਾਹਰ ਕੀਤੀ, ਪਰ ਉਹਨਾਂ ਦਾ ਰੋਲ ਕਿਤੇ ਨਾ ਕਿਤੇ ਜਿਹੜਾ ਹੈ ਉਹਨਾਂ ਤਾਕਤਾਂ ਦੇ ਵੱਲ ਹੋ ਗਿਆ ਜਿਹੜੀਆਂ ਤਾਕਤਾਂ ਇਸ ਮੋਰਚੇ ਨੂੰ ਕਿਤੇ ਨਾ ਕਿਤੇ ਤਾਰਪੀਡੋ ਕਰਨਾ ਚਾਹੁੰਦੀਆਂ ਨੇ। ਹਾਂ ਦੇਖੋ, ਬਿਲਕੁਲ ਲਾਜ਼ਮੀ। ਅਸੀਂ ਵੀ ਬੜੇ ਖੁਸ਼ ਸੀ ਜਦੋਂ ਕੁਝ ਸਾਲ ਪਹਿਲਾਂ, ਅੱਜ ਤੋਂ 5-7 ਸਾਲ ਪਹਿਲਾਂ ਐਸਐਫਐਸ ਜਿਹੜੀ ਆ ਸਟੂਡੈਂਟਸ ਫਾਰ ਸੁਸਾਇਟੀ ਜਿਹੜੀ ਹੋਂਦ ਵਿੱਚ ਆਉਂਦੀ ਹੈ, ਤੇ ਚੰਡੀਗੜ੍ਹ ਵਰਗੀ ਯੂਨੀਵਰਸਿਟੀ ਦੇ ਵਿੱਚ, ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹ ਬਹੁਤ ਹੀ ਬਿਹਤਰੀਨ ਤਰੀਕੇ ਦੇ ਨਾਲ ਆਪਣੇ ਆਪ ਨੂੰ ਪੇਸ਼ ਵੀ ਕਰਦੀ ਹੈ, ਤੇ ਉੱਥੋਂ ਦੇ ਮਸਲੇ ਜਿਹੜੇ ਵਿਦਿਆਰਥੀਆਂ ਦੇ ਹੈ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਫੜ ਕੇ ਉਹਦੀ ਇੱਕ ਬਹੁਤ ਵੱਡੀ ਫਾਈਟ ਵੀ ਕਰਦੀ ਹੈ। ਅੱਜ ਕਨੂਪ੍ਰਿਆ ਉਹਨਾਂ ਦੀ ਪ੍ਰੈਜ਼ੀਡੈਂਟ ਨਹੀਂ ਹੈ, ਤੇ ਕਨੂਪ੍ਰਿਆ ਐਸਐਫਐਸ ਦਾ ਐਕਟਿਵ ਹਿੱਸਾ ਇਸ ਵੇਲੇ ਹੈ ਜਾਂ ਨਹੀਂ ਹੈ ਮੈਂ ਕਹਿ ਨਹੀਂ ਸਕਦਾ, ਪਰ ਇਹ ਜ਼ਰੂਰ ਹੈ ਕਿ ਇੱਕ ਆਈਕਨ ਦੇ ਤੌਰ ਤੇ ਉੱਭਰੀ ਸੀ। ਇਸ ਵੇਲੇ ਜਿਹੜੀ ਲੀਡਰਸ਼ਿਪ ਹੈ ਐਸਐਫਐਸ ਦੀ, ਉਹਦੇ ਚ ਰਮਨ ਨਾਂ ਦਾ ਇੱਕ ਨੌਜਵਾਨ ਹੈ, ਇਹਨਾਂ ਵੱਲੋਂ ਵੀ ਕਨੂਪ੍ਰਿਆ ਵੀ ਉਹਦੇ ਚ ਵੈਸੇ ਸ਼ਾਮਲ ਹੈ। ਇਹਨਾਂ ਵੱਲੋਂ ਜਿਸ ਕਿਸਮ ਦਾ ਐਟੀਟਿਊਡ ਜਾਂ ਜਿਸ ਕਿਸਮ ਦਾ ਰਵੱਈਆ ਅਖਤਿਆਰ ਕੀਤਾ ਗਿਆ ਕਿਸਾਨ ਅੰਦੋਲਨ ਦੇ ਦੌਰਾਨ, ਉਹ ਸੱਚਮੁੱਚ ਡੈਮੇਜਿੰਗ ਹੈ। ਤੇ ਉਹਨੂੰ ਪਤਾ ਲੱਗਦਾ ਹੈ ਕਿ ਭਾਵੇਂ ਇੱਕ ਨਵੇਂ ਪੋਚ ਦੇ ਜਿਹੜੇ ਲੋਕ ਆ ਰਹੇ ਸੀ, ਪਰ ਸਮਝਦਾਰੀ ਦੇ ਲੈਵਲ ਦੇ ਉੱਤੇ ਜਿਹੜੀ ਸਭ ਤੋਂ ਕਹ ਲਓ ਵੀ ਖਤਰਨਾਕ ਗੱਲ ਰਹੀ ਆ ਸਾਡੇ ਭਾਰਤੀ ਇਨਕਲਾਬੀ ਜਿਹੜੇ ਹਲਕੇ ਉਹਨਾਂ 'ਚ, ਉਹ ਹੈਗੀ ਆ ਮਾਰਕੇਬਾਜ਼ੀ ਵਾਲੀ। ਸੋ ਵਿਚਾਰ ਦੇ ਲੈਵਲ ਦੇ ਉੱਤੇ ਉਹ ਮਾਰਕੇਬਾਜ਼ੀ ਵਾਲੀ ਲਾਈਨ ਤੇ ਚੜੇ ਹੋਏ ਆ, ਤੇ ਉਹ ਮਾਰਕੇਬਾਜ਼ੀ ਵਾਲੀ ਲਾਈਨ ਤੇ ਚੜ ਕੇ ਜਿਹੜਾ ਨੁਕਸਾਨ ਕਰ ਰਹੇ ਨੇ ਉਹ ਕਿਸਾਨ ਅੰਦੋਲਨ ਦਾ ਕਰ ਰਹੇ ਆ, ਤੇ ਜਿਹੜਾ ਫਾਇਦਾ ਹੈ ਉਹ ਸਿੱਧੇ ਤੌਰ ਤੇ ਸਰਕਾਰ ਦਾ ਕਰ ਰਹੇ ਆ। ਹੁਣ ਵੀ ਇਹਨਾਂ ਦਿਨਾਂ ਦੇ ਵਿੱਚ ਭਾਵੇਂ ਉਹ ਮਾਰਚ ਹੋਇਆ ਨਹੀਂ, ਜਦੋਂ ਇਹ ਲੋਕ ਮੰਗ ਰਹੇ ਸੀ ਉਹ ਐਸਐਫਐਸ ਦੇ ਲੋਕ ਵੀ ਸ਼ਾਮਲ ਸੀ ਵੀ ਨਹੀਂ ਤੁਸੀਂ ਅੱਜੇ ਤਰੀਕ ਦਿਓ। ਜਿਹੜੀ ਮੈਂ ਗੱਲ ਪਹਿਲਾਂ ਕਹੀ ਹੈ ਵੀ ਇਹੀ ਲੋਕ ਸੀ ਜਿਹੜੇ ਕਹਿੰਦੇ ਸੀ ਕਿ ਜਿਹੜੇ ਕਿਸਾਨਾਂ ਦੇ ਲੀਡਰ ਹੈ ਉਹਨਾਂ ਦੀਆਂ ਲੱਤਾਂ 'ਚ ਜਾਨ ਹੈ ਨਹੀਂ। ਇਹੀ ਐਸਐਫ ਵਾਲੇ ਹੀ ਤਰੀਕ ਮੰਗਣ ਤੇ ਜ਼ੋਰ ਦੇ ਰਹੇ ਸੀ, ਸਾਨੂੰ ਤਰੀਕ ਦਿਓ ਜੀ, ਤੁਸੀਂ ਕਦੋਂ ਪਾਰਲੀਮੈਂਟ ਘੇਰਨਾ। ਤੇ ਉਸ ਤੋਂ ਬਾਅਦ ਜਦੋਂ ਕਿਸਾਨ ਲੀਡਰਸ਼ਿਪ ਨੇ ਉਹਨਾਂ ਨੂੰ ਰੱਦ ਕੀਤਾ ਤੇ ਗੱਲ ਕਹੀ ਵੀ ਅਸੀਂ ਨਹੀਂ ਚਾਹੁੰਦੇ ਵੀ 26 ਜਨਵਰੀ ਵਰਗੀਆਂ ਘਟਨਾਵਾਂ ਵਾਪਰਨ, ਅਸੀਂ ਨਾ ਪਾਰਲੀਮੈਂਟ ਘੇਰਨਾ ਨਾ ਲਾਲ ਕਿਲ੍ਹਾ ਘੇਰਨਾ, ਅਸੀਂ ਪਾਰਲੀਮੈਂਟ ਨੂੰ ਮਾਰਚ ਜ਼ਰੂਰ ਕਰਨਾ ਹੈ, ਪਰ ਹਾਲੇ ਤਰੀਕ ਕੋਈ ਨਹੀਂ ਦੇਣੀ। ਅਸੀਂ ਦੇਖਾਂਗੇ ਜਦੋਂ ਹਾਲਾਤ ਸਾਨੂੰ ਲੱਗਣਗੇ ਕਿਸਾਨ ਮੋਰਚੇ ਦੇ ਪੱਖ 'ਚ ਆ, ਉਦੋਂ ਅਸੀਂ ਮਾਰਚ ਕਰਾਂਗੇ। ਪਰ ਉਸ ਤੋਂ ਬਾਅਦ ਇੱਕ ਪੋਸਟਰ ਕੱਢਿਆ ਗਿਆ, ਉਸ ਪੋਸਟਰ ਰਾਹੀਂ ਪ੍ਰਚਾਰ ਕੀਤਾ ਗਿਆ ਵੀ ਇਹ ਜਿਹੜੀ ਕਿਸਾਨ ਲੀਡਰਸ਼ਿਪ ਹੈ ਇਹ ਤਾਂ ਜਿਹੜੀ ਹੈ ਧੋਖਾ ਦੇ ਗਈ ਹੈ, ਇਹਨੇ ਵਫਾ ਨਹੀਂ ਕੀਤੀ, ਅਸੀਂ 30 ਅਪ੍ਰੈਲ ਨੂੰ ਮਾਰਚ ਕਰਾਂਗੇ। ਉਹ ਮਾਰਚ ਕਰਨ ਦਾ ਸੱਦਾ ਦੇਣ ਵਾਲੇ ਪੋਸਟਰ ਦੇ ਵਿੱਚ ਐਸਐਫਐਸ ਵਾਲੇ ਸੀ, ਉਹਦੇ 'ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਿਹੜੀ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹੁੰਦਾ ਹੋਇਆ ਵਾਇਲੇਸ਼ਨ ਉਹਨੇ ਪਹਿਲਾਂ ਵੀ ਕੀਤੀ ਸੀ, ਐਤਕੀ ਵੀ ਕੀਤੀ ਸੀ, ਤੇ ਉਹਦੇ 'ਚ ਨਾਲ ਲਿਖਿਆ ਸੀ ਲੱਖਾ ਸਧਾਣਾ ਵੀਰ ਦੇ ਸਮਰਥਕ। ਇਹ ਤਿੰਨ ਨਾਂ ਦੇ ਕੇ ਪੋਸਟਰ ਕੱਢਿਆ ਗਿਆ, ਪਰ 30 ਅਪ੍ਰੈਲ ਨੂੰ ਕਿਸੇ ਕਿਸਮ ਦਾ ਕੋਈ ਮਾਰਚ ਵੀ ਨਹੀਂ ਹੋਇਆ, ਨਾ ਪਾਰਲੀਮੈਂਟ ਘੇਰਿਆ ਗਿਆ। ਇਹ ਸਿਰਫ ਤੇ ਸਿਰਫ ਖੱਪ ਪਾਉ ਤੇ ਅੰਦੋਲਨ ਨੂੰ ਬਦਨਾਮ ਕਰਨ ਤੇ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੇ ਇੱਕ ਕਰਮ ਦੇ ਤੌਰ ਤੇ ਸਾਰੀਆਂ ਚੀਜ਼ਾਂ ਨੂੰ ਦੇਖਿਆ ਗਿਆ। ਖਾਸ ਤੌਰ ਤੇ ਐਸਐਫਐਸ ਨੇ ਜਿਸ ਕਿਸਮ ਦੀਆਂ ਪੇਸ਼ਕਦਮੀਆਂ ਕੀਤੀਆਂ ਜਾਂ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਫੈਸਲੇ ਲਏ ਕਿਸਾਨ ਅੰਦੋਲਨ ਦੇ ਖਿਲਾਫ ਹੀ ਗਏ ਨੇ, ਪੈਰਲਲ ਕਿਸਾਨ ਅੰਦੋਲਨ ਦੇ ਉਹਨਾਂ ਨੇ ਯਤਨ ਕੀਤਾ ਕੁਝ ਨਾ ਕੁਝ ਉਸਾਰਨ ਦਾ, ਜਿਹਦੇ ਚੋਂ ਬਿਲਕੁਲ ਸਫਲ ਨਹੀਂ ਹੋਏ। ਦੁਸਾਂਝ ਸਾਹਿਬ, ਇਸ ਅੰਦੋਲਨ 'ਚ ਪਿਛਲੇ ਦਿਨੀ ਕੁਝ ਇੱਕ ਹੋਰ ਲੋਕ ਜਿਹੜੇ ਆ ਉਹ ਬੜੀ ਚਰਚਾ 'ਚ ਆਏ, ਜਿਨ੍ਹਾਂ ਦੇ ਵਿੱਚ ਅਜਮੇਰ ਸਿੰਘ ਰਾਂ ਦਾ ਨਾਮ ਬੁਰੇ ਰੂਪ ਵਿੱਚ ਹੈ ਕਿ ਜਿਹੜੀ ਇਹ ਧਿਰ ਆ ਉਹਦੇ ਪਿੱਛੇ ਦਿਮਾਗ ਸਾਰਾ ਜਿਹੜਾ ਉਹ ਅਜਮੇਰ ਸਿੰਘ ਰਾਂ ਦਾ ਜਿਹੜਾ ਉਹ ਲੱਗ ਰਿਹਾ। ਉਹਨਾਂ ਦੇ ਨਾਲ ਦੇ ਨਾਲ ਸੁਖਪ੍ਰੀਤ ਸਿੰਘ ਉਦੋਕੇ ਤੇ ਇੱਕ ਬਖਸ਼ੀਸ਼ ਸਿੰਘ ਨਾਂ ਦੇ ਵਿਅਕਤੀ ਦਾ ਕਾਫੀ ਰੋਲ ਜਿਹੜਾ ਆ ਉਹ ਨਜ਼ਰ ਆ ਰਿਹਾ, ਜਿਨ੍ਹਾਂ ਨੇ ਕੁਝ ਇੱਕ ਕਿਸਾਨ ਜਥੇਬੰਦੀਆਂ ਨੂੰ ਨਾਲ ਜੋੜ ਕੇ, ਜਿਨ੍ਹਾਂ ਤੁਸੀਂ ਜ਼ਿਕਰ ਕਰ ਹੀ ਰਹੇ ਹੋ, ਉਹਨਾਂ 'ਚ ਬਲਦੇਵ ਸਿੰਘ ਸਿਰਸਹਾਰੀ ਵੀ ਨੇ, ਤੇ ਜਿਹੜੇ ਡਿਪਟੀ ਸਾਹਿਬ ਨੇ ਜਿਨ੍ਹਾਂ ਦਾ ਪੋਤਰਾ ਜਿਹਦੀ ਡੈਥ ਹੋਈ ਹੈ, ਇੱਕ ਪੁਰਾਣੇ ਅਕਾਲੀ ਪਰਿਵਾਰ ਹੈ,
ਉਹਨਾਂ ਦਾ ਨਾਮ ਯੂਜ਼ ਕਰਕੇ ਕਾਫੀ ਖਲਬਲੀ ਜੀ ਪੈਦਾ ਕਰ ਰੱਖੀ ਆ, ਜਿਹਨੂੰ ਵਿਦੇਸ਼ਾਂ 'ਚੋਂ ਵੀ ਕਾਫੀ ਹੰਗਾਰਾ ਮਿਲਦਾ ਰਿਹਾ, ਕਿਉਂਕਿ ਕੁਝ ਤਰ੍ਹਾਂ ਐਸੀਆਂ ਨੇ ਇੱਥੇ ਬੈਠੀਆਂ ਵੀ ਜਿਹੜੀਆਂ ਖਾਲਿਸਤਾਨ ਦੀ ਗੱਲ ਕਰਦੀਆਂ ਨੇ। ਤੇ ਇਹ ਸਾਰੇ ਲੋਕ ਹੀ ਇਸ ਮੂਵਮੈਂਟ ਨੂੰ, ਇਸ ਅੰਦੋਲਨ ਨੂੰ ਆਪਣੇ ਹਿੱਤ ਵਾਸਤੇ ਵਰਤਣ ਲਈ ਲਗਾਤਾਰ ਜਿਹੜੇ ਆ ਉਹ ਨਾ ਸਿਰਫ ਪੈਨੀਟ੍ਰੇਟ ਹੀ ਹੋਏ ਨੇ, ਸਗੋਂ ਉਸ ਪਲੇਟਫਾਰਮ ਨੂੰ ਯੂਜ਼ ਕਰਕੇ ਤੇ ਇਹਨੂੰ ਲੀਓ ਲਾ ਕੇ ਤੇ ਆਪਣਾ ਕੋਈ ਪੈਸਾ ਬਣਾਉਣਾ ਚਾਹੁੰਦੇ ਨੇ। ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? देखो पहली बार नहीं है, असल ਦੇ ਵਿੱਚ ਇਹ ਲੋਕ ਖੁਦ ਜਿਹੜੇ ਹੈ ਇਤਿਹਾਸ ਇਹਨਾਂ ਨੂੰ ਮਨਫੀ ਕਰ ਚੁੱਕਾ ਹੈ। ਇਸ ਕਰਕੇ ਆਪ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਸੰਗਰਾਮ ਜਾਂ ਐਜੀਟੇਸ਼ਨ ਉਸਾਰਨ ਦੀ ਥਾਂ ਦੇ ਉੱਤੇ ਇਹ ਲੋਕ ਇਸੇ ਤਾਕ 'ਚ ਰਹਿੰਦੇ ਹੈ ਵੀ ਜਦੋਂ ਵੀ ਕੋਈ ਕਿਸੇ ਕਿਸਮ ਦੀ ਕੋਈ ਐਜੀਟੇਸ਼ਨ ਪੰਜਾਬ ਤੋਂ ਉੱਠਦੀ ਹੈ ਉਹਦੇ ਵਿੱਚ ਆਪਣੀ ਡੁਗਰੀ ਲੈ ਕੇ ਵੜ ਜਾਓ ਤੇ ਫਿਰ ਆਪਣੇ ਵਾਸਤੇ ਸਪੀਚ ਬਣਾਉਣ ਦੀ ਜਿਹੜੀ ਕੋਸ਼ਿਸ਼ ਕਰੋ। ਤੇ ਕਿਸਾਨ ਅੰਦੋਲਨ 'ਚ ਉਹਨਾਂ ਨੇ ਬੜੇ ਵੱਡੇ ਸੁਪਨੇ ਸਿਰਜ ਲਏ ਸੀ ਵੀ ਕਿਸਾਨ ਅੰਦੋਲਨ ਦੇ ਵਿੱਚ ਵੜ ਕੇ ਅਸੀਂ ਜਿਹੜੀ ਇੱਕ ਪੋਲੀਟੀਕਲ ਸਪੇਸ ਜਿਹੜੀ ਆ ਪੰਜਾਬ ਦੇ ਵਿੱਚ ਬਣ ਰਹੀ ਹੈ ਉਹਨੂੰ ਪੂਰਾ ਕੇ ਤੇ ਇੱਕ ਪੂਰੀ ਦੀ ਪੂਰੀ ਰਾਜਨੀਤਿਕ ਪਾਰਟੀ ਦਾ ਏਜੰਡਾ ਜਿਹੜਾ ਉਹਨਾਂ ਦਾ ਤਿਆਰ ਸੀ ਤੇ ਅਜਮੇਰ ਸਿੰਘ ਦਾ ਦਿਮਾਗ ਉੱਚ ਕੰਮ ਕਰ ਰਿਹਾ ਸੀ। ਤੇ ਅਜਮੇਰ ਸਿੰਘ ਕਿਹਦੇ ਲਈ ਕੰਮ ਕਰ ਰਿਹਾ ਇਹ ਤਾਂ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਪਤਾ ਲੱਗ ਜਾਂਦਾ ਜਿਹਨੂੰ ਉਹ ਲਾਭ ਦੇ ਰਿਹਾ। ਉਹ ਜਿਹੜਾ ਦੀਪ ਸਿੱਧੂ ਦਾ ਜਾਂ ਦੀਪ ਸਿੱਧੂ ਦੀ ਜਿਹੜੀ ਸ਼ੈਲੀ ਆ ਗੱਲਬਾਤ ਕਰਨ ਦੀ, ਹੁਣ 26 ਜਨਵਰੀ ਦੀਆਂ ਘਟਨਾਵਾਂ ਤੋਂ ਪਹਿਲਾਂ ਵੀ, ਉਸ ਤੋਂ ਬਾਅਦ ਉਹ ਚਲੋ ਗ੍ਰਿਫਤਾਰ ਹੋਇਆ ਜਾਂ ਗ੍ਰਿਫਤਾਰੀ ਦਾ ਪੂਰਾ ਪਖੰਡ ਰਚਿਆ ਗਿਆ, ਇਹ ਸਾਰੀਆਂ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਹੌਲੀ ਹੌਲੀ, ਕਿਉਂਕਿ ਹਾਲੇ ਤੱਕ ਉਹਨੇ ਇਹ ਨਹੀਂ ਦੱਸਿਆ। ਬੜੀਆਂ ਇੰਟਰਵਿਊਜ਼ ਉਹਨੇ ਦਿੱਤੀਆਂ ਵੱਖ-ਵੱਖ ਚੈਨਲਸ ਨੂੰ, ਪਰ ਉਹਨੇ ਹਾਲੇ ਤੱਕ ਨਹੀਂ ਦੱਸਿਆ ਕਿ ਉਹਦੀ ਗ੍ਰਿਫਤਾਰੀ ਹੋਈ ਕਿਵੇਂ ਹੈ। ਤੇ ਦੂਸਰੀ ਗੱਲ ਜਿਹੜੀ ਆ ਵੀ ਦੀਪ ਸਿੱਧੂ ਜਿਸ ਤਰ੍ਹਾਂ ਦੀ ਭਾਸ਼ਾ ਜਾਂ ਜਿਸ ਤਰ੍ਹਾਂ ਦੀ ਸ਼ੈਲੀ ਜਿਹੜੀ ਆ ਯੂਜ਼ ਕਰਦਾ ਜਾਂ ਵਰਤਦਾ ਹੈ, ਉਹ ਸਾਰਾ ਬਰਤਾਂਤ ਜਿਸ ਢੰਗ ਦੇ ਨਾਲ ਉਸਾਰਦਾ ਹੈ, ਉਹ ਸਾਰੀ ਸ਼ੈਲੀ ਜਿਹੜੀ ਅਜਮੇਰ ਸਿੰਘ ਵਾਲੀ ਹੈ, ਸ਼ਬਦ ਵੀ ਅਜਮੇਰ ਸਿੰਘ ਵਾਲੇ। ਸੋ ਇਸ ਕਰਕੇ ਦੀਪ ਸਿੱਧੂ ਨੂੰ ਅੱਗੇ ਲਾ ਕੇ ਤੇ ਬਾਕੀ ਆ ਲਾਣਾ ਜਿਹੜਾ ਉਹਨੂੰ ਨਾਲ ਲਾ ਲੂ ਕੇ ਇੱਕ ਸਿਆਸੀ ਪਾਰਟੀ ਬਣਾਉਣ ਦਾ ਇੱਕ ਸੁਪਨਾ ਸਿਰਜ ਲਿਆ ਸੀ ਇਹਨਾਂ ਲੋਕਾਂ ਨੇ, ਜਿਹੜਾ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਆਪ ਹੀ ਜਿਹੜਾ ਆ ਉਹ ਖੇਰੂ ਹੋ ਗਿਆ, ਕਿਉਂਕਿ ਟਾਈਮਿੰਗ ਤੇ ਕੁਝ ਜਿਹੜੇ ਮਾਮਲਿਆਂ ਦੇ ਵਿੱਚ ਗਲਤ ਕਿਸਮ ਦੀ ਜਿਹੜੀ ਡਾਇਰੈਕਸ਼ਨ ਜਿਹੜੀ ਹੈ ਉਹ ਉਹਨਾਂ ਲਈ ਆਤਮਘਾਤੀ ਸਿੱਧ ਹੋਈ ਹੈ। ਭਾਵੇਂ ਹਾਲੇ ਵੀ ਜਿਹੜੀ ਆਖਰੀ ਗੱਲਬਾਤ ਮੈਂ ਸੁਣੀ ਹੈ ਦੀਪ ਸਿੱਧੂ ਦੀ, ਥੋੜੀ ਦੇਰ ਪਹਿਲਾਂ ਸੁਣ ਰਿਹਾ ਸੀ ਮੈਂ, ਉਹਦੇ 'ਚ ਜਦੋਂ ਉਹਨੂੰ ਸਵਾਲ ਕੀਤਾ ਜਾਂਦਾ ਹੈ ਵੀ ਕੀ ਤੁਹਾਨੂੰ ਐਕਟਿਵ ਪੋਲਿਟਿਕਸ ਦੇਖਾਂਗੇ ਤਾਂ ਬੜਾ ਟੇਢਾ ਉਹਦਾ ਜਵਾਬ ਦਿੰਦਾ ਹੈ। ਤੇ ਪਰ ਉਹਦਾ ਭਾਵ ਅਰਥ ਇਹੀ ਹੁੰਦਾ ਹੈ ਕਿ ਹੋ ਸਕਦਾ ਐਕਟਿਵ ਪੋਲਿਟਿਕਸ ਵੀ ਉਹਦਾ ਕੋਈ ਨਾ ਕੋਈ ਰੂਲ ਹੋਵੇ ਤੇ ਹੋ ਸਕਦਾ ਉਹ ਆਪਣੀ ਐਕਟਿੰਗ ਵੱਲ ਵੀ ਵਾਪਸ ਚਲਿਆ ਜਾਏ। ਸੋ ਇਸ ਵੇਲੇ ਸਿਚੁਏਸ਼ਨ ਜਿਹੜੀ ਜਿਸ ਤਰ੍ਹਾਂ ਦੀਆਂ ਹੈਗੀਆਂ ਉਹ 'ਚ ਕਿਸਾਨ ਅੰਦੋਲਨ ਨੂੰ ਜਿੱਦਾਂ ਇਹਨਾਂ ਨੇ ਮਿਸਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਇਹਨਾਂ ਲਈ ਆਤਮਘਾਤੀ ਸਾਬਤ ਹੋ ਗਿਆ ਹੈ ਤੇ ਬਹੁਤ ਵੱਡੇ ਪੱਧਰ ਤੇ ਲੋਕ ਨੰਗੇ ਹੋ ਗਏ ਆ। ਇਸੇ ਕਰਕੇ ਅੱਗੇ ਨਾਲੋਂ ਬਿਹਤਰ ਸਥਿਤੀ ਦੇ ਵਿੱਚ ਹੈ ਕਿਸਾਨ ਅੰਦੋਲਨ, ਕਿਉਂਕਿ ਅੰਦਰ ਰਹਿ ਕੇ ਇਹ ਹੋਰ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਸੀ। ਇਹਨਾਂ ਦਿਨਾਂ ਦੇ ਵਿੱਚ ਹੀ ਅੱਜ ਤੋਂ 10 ਦਿਨ ਪਹਿਲਾਂ ਜਿਸ ਕਿਸਮ ਦਾ ਭਾਸ਼ਣ 40 ਮਿੰਟ ਦਾ ਜੋਗਿੰਦਰ ਸਿੰਘ ਅਗਰਾਹਾਂ ਨੇ ਆਪਣੀ ਸਟੇਜ ਤੋਂ ਕੀਤਾ, ਉਹਨਾਂ ਨੇ ਸਾਰੇ ਜਿਹੜੇ ਹੈ ਆਪਣੇ ਢੰਗ ਨਾਲ ਵਿਚਾਰਦੇ ਹੋਏ ਬੜੀ ਕਲੈਰਿਟੀ ਦੇ ਨਾਲ ਇੱਕ ਮੈਸੇਜ ਕਨਵੇ ਕਰ ਦਿੱਤਾ ਹੈ ਕਿ ਕਿਸਾਨ ਅੰਦੋਲਨ ਦੀ ਇਸ ਵੇਲੇ ਦਸ਼ਾ ਕੀ ਹੈ ਤੇ ਦਿਸ਼ਾ ਕੀ ਹੋਣੀ ਚਾਹੀਦੀ ਹੈ। ਤੇ ਉਹ 'ਚ ਸੰਯੁਕਤ ਕਿਸਾਨ ਮੋਰਚੇ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਜਿੱਦਾਂ ਘੇਰਨ ਦੀ ਕੋਸ਼ਿਸ਼ ਕੀਤੀ ਜਾਂ ਖੁਦ ਜੋਗਿੰਦਰ ਅਗਰਾਹਾਂ ਨੂੰ ਘੇਰ ਕੇ ਪਾਰਲੀਮੈਂਟ ਨੂੰ ਕਦੋਂ ਘੇਰਨਾ, ਇਹ ਤਰੀਕਾ ਪੁੱਛਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਕੁਝ ਲੋਕਾਂ ਵੱਲੋਂ, ਉਹ ਸਾਰੇ ਦੇ ਪਰਦੇ ਉਹਨਾਂ ਨੇ ਫਾਸ਼ ਕੀਤੇ ਆ ਵੀ ਇਹ ਕਿਹੜੇ ਲੋਕ ਨੇ, ਕੀ ਕਰਨਾ ਚਾਹੁੰਦੇ ਆ। ਸੋ ਹਰ ਦੌਰ ਦੇ ਵਿੱਚ ਜਿਹੜੇ ਲੋਕ ਇਹ ਫੇਲ ਹੋ ਚੁੱਕੇ ਨੇ ਪਿਛਲੇ ਸਾਰੀਆਂ ਸੰਘਰਸ਼ਾਂ ਦੇ ਵਿੱਚ ਬੜਾ ਨਾਂ ਲੈਣਗੇ, ਸਿੱਖ ਸੰਘਰਸ਼ ਦਾ ਲੈਣਗੇ, ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਨਾਂ ਲੈਣਗੇ, ਬੜਾ ਕੁਝ ਕਲਾ ਵਰਤ ਗਈ ਵਰਗੇ ਲਫ਼ਜ਼ ਵਰਤ ਰਹੇ ਨੇ। ਸੋ ਸਾਰਾ ਕੁਝ ਵਰਤ ਰਹੇ ਨੇ, ਪਰ ਇਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹਨਾਂ ਦੇ ਆਪਣੇ ਪੱਲੇ ਕੱਖ ਨਹੀਂ ਹੈ ਤੇ ਏਦਾਂ ਦੇ ਅੰਦੋਲਨਾਂ ਦੇ ਵਿੱਚ ਵੜ ਕੇ ਅੰਦੋਲਨਾਂ ਨੂੰ ਮਿਸਗਾਈਡ ਵੀ ਕਰੋ ਤੇ ਅੰਦੋਲਨ ਦੇ ਵਿੱਚੋਂ ਆਪਣੀ ਸਪੇਸ ਬਣਾ ਕੇ ਆਪਣੇ ਵਾਸਤੇ ਆਪਣਾ ਧੜਾ ਵੀ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਜਾਂ ਇੱਕ ਸਪੇਸ ਬਣਾ ਕੇ ਆਪਣੇ ਹਿੱਤ ਪੂਰਨ ਦੀ ਤੇ ਆਪਣੇ ਜਿਹੜੇ ਪਾਲਕ ਹੈ ਉਹਨਾਂ ਦੇ ਹਿੱਤ ਪੂਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਅਕਸਰ ਇਹਦੇ ਚੋਂ ਦਿਖਾਈ ਦਿੰਦੀ ਹੈ ਤੇ ਇਹਨੂੰ ਸਮਝਣਾ ਚਾਹੀਦਾ ਜੀ। ਦਸਾਂਝ ਸਾਹਿਬ, ਇੱਕ ਗੱਲ ਜਿਹੜੀ ਬੜੀ ਹੁਣ ਚਰਚਾ ਦੇ ਵਿੱਚ ਹੈ ਖਾਸ ਕਰਕੇ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਕੋਲੋਂ ਕੋਈ ਸਾਨੂੰ ਬਹੁਤ ਵੱਡੀ ਉਮੀਦ ਭਵਿੱਖ ਵਿੱਚ ਪੰਜਾਬ ਦੀ ਕਿਸਾਨੀ ਦੇ ਲਈ ਜਾਂ ਪੰਜਾਬ ਦੇ ਲੋਕਾਂ ਲਈ ਨਜ਼ਰ ਨਹੀਂ ਆ ਰਹੀ। ਲੋਕਾਂ ਨੇ ਸਾਰੇ ਤਜਰਬੇ ਕਰਕੇ ਦੇਖ ਲਏ, ਅਕਾਲੀ ਦਲ ਨੂੰ ਵੀ ਪਰਖ ਲਿਆ ਜਿਹੜਾ ਕਿਸਾਨਾਂ ਦਾ ਦਰਦ ਹੁੰਦਾ ਵਾ ਦਾ ਦਾਅਵਾ ਕਰਦਾ ਸੀਗਾ,
ਔਰ ਪਿਛਲੀ ਪਰਫਾਰਮੈਂਸ ਨੂੰ ਵੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੁਬਾਰਾ ਮੌਕਾ ਮਿਲ ਗਿਆ। ਉਹਨਾਂ ਦਾ ਵੀ ਰਾਜ ਹੁਣ 5 ਸਾਲ ਚੱਲਦਾ ਵੇਖ ਲਿਆ ਲੋਕਾਂ ਨੇ। ਆਮ ਆਦਮੀ ਪਾਰਟੀ ਦਾ ਜੋ ਆਪਾਂ ਹਾਲ ਦੇਖ ਰਹੇ ਹਾਂ, ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਰਾਜਨੀਤੀ ਕੀਤੀ ਆ, ਉਹ ਵੀ ਰਵਾਇਤੀ ਪਾਰਟੀਆਂ ਤੋਂ ਹਟਵੀਂ ਨਹੀਂ ਆ। ਪਰ ਜਦੋਂ ਦੀਪ ਸਿੱਧੂ ਕਹਿੰਦਾ ਹੈ ਕਿ ਇੱਕ ਐਸਾ ਫਰੰਟ ਬਣਨਾ ਜ਼ਰੂਰੀ ਆ ਜਿਹੜਾ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕੇ, ਜਿਹੜਾ ਇੱਕ ਖੇਤਰੀ ਪਾਰਟੀ ਦੇ ਰੂਪ ਵਿੱਚ ਹੋਵੇ, ਤੇ ਉਹ ਗੱਲ ਕਿਤੇ ਨਾ ਕਿਤੇ ਲੋਕਾਂ ਨੂੰ ਕਿਤੇ ਨਾ ਕਿਤੇ ਟੁੰਬਦੀ ਹੈ ਕਿ ਕੁਝ ਇੱਕ ਇਸ ਤਰ੍ਹਾਂ ਦਾ ਕੰਮ ਹੋਵੇ। ਪਰ ਇਹਦੇ ਤੋਂ ਵੀ ਫਾਇਦਾ ਚੁੱਕਣ ਲਈ ਬਹੁਤ ਸਾਰੇ ਲੋਕ, ਜਿੱਦਾਂ ਜੋਗਰਾਜ ਸਿੰਘ ਰੀ ਪਹਿਲਾਂ ਹੀ ਡਿਕਲੇਅਰ ਕਰੀ ਬੈਠੇ ਆ ਕਿ ਮੈਂ 117 ਕੈਂਡੀਡੇਟ ਚੁਣ ਲਏ ਨੇ, ਤੇ ਇਸ ਤਰ੍ਹਾਂ ਦੇ ਲੋਕ ਅੱਗੇ ਆ ਰਹੇ ਨੇ। ਕੀ ਇਸ ਤਰ੍ਹਾਂ ਦੀ ਕੋਈ ਉਮੀਦ ਕੀਤੀ ਜਾ ਸਕਦੀ ਹੈ ਕਿ 22 ਤੱਕ ਜਾਂਦਿਆਂ ਕੋਈ ਨਾ ਕੋਈ ਇੱਕ ਐਸਾ ਫਰੰਟ ਬਣ ਸਕਦਾ ਹੈ ਜਿਹੜਾ ਕਿ ਇਹ ਪੰਜਾਬ ਦੇ ਹਿੱਤਾਂ ਨੂੰ ਸਮਰਪਿਤ ਹੋਵੇ, ਪੰਜਾਬ ਦੀ ਕਿਸਾਨੀ ਨੂੰ ਸਮਰਪਿਤ ਹੋਵੇ, ਤੇ ਪੰਜਾਬ ਦੇ ਜਿਹੜੇ ਮਸਲੇ ਨੇ, ਨਾ ਸਿਰਫ ਕਿਸਾਨੀ ਦਾ ਮਸਲਾ, ਬਾਕੀ ਜਿਹੜੇ ਲੰਬੇ ਸਮੇਂ ਤੋਂ ਲਟਕੇ ਹੋਏ ਮਸਲੇ ਨੇ, ਉਹਨਾਂ ਨੂੰ ਹਾਈਲਾਈਟ ਕਰਕੇ ਪ੍ਰੈਸ਼ਰ ਪਾ ਕੇ ਸੈਂਟਰ ਕੋਲੋਂ ਪੰਜਾਬ ਲਈ ਕੁਝ ਨਾ ਕੁਝ ਜਿਹੜੀਆਂ ਇਹ ਚੀਜ਼ਾਂ ਜਿਹੜੇ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਮਨਵਾ ਸਕੇ। ਕੋਈ ਇਦਾਂ ਦੀ ਸੰਭਾਵਨਾ ਬਣਦੀ ਤੁਹਾਨੂੰ ਕਿਤੇ ਨਜ਼ਰ ਆਉਂਦੀ ਹੈ? ਦੇਖੋ, ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀਆਂ ਤੁਸੀਂ ਸਿਆਸੀ ਧਿਰਾਂ, ਚਾਹੇ ਹੁਕੂਮਤ 'ਚ ਨੇ ਜਾਂ ਹੁਕੂਮਤ 'ਚ ਰਹੀਆਂ ਨੇ ਜਾਂ ਹੁਕੂਮਤ 'ਚ ਆਉਣ ਦੀ ਕੋਸ਼ਿਸ਼ ਕਰਦੀਆਂ ਨੇ, ਸਾਰਿਆਂ ਦਾ ਤੁਸੀਂ ਜ਼ਿਕਰ ਕੀਤਾ। ਮੈਂ ਆਮ ਆਦਮੀ ਪਾਰਟੀ ਸਮੇਤ ਮੈਂ ਉਹ ਗੱਲਾਂ ਨਹੀਂ ਦੁਹਰਾਉਂਦਾ ਜਿਹੜੀਆਂ ਤੁਸੀਂ ਕਹੀਆਂ। ਪਰ ਇਹ ਜ਼ਰੂਰ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਆਮ ਆਦਮੀ ਪਾਰਟੀ ਦਾ ਐਕਸਪੀਰੀਅੰਸ ਜਿਹੜਾ ਫੇਲ ਹੋਇਆ ਜਾਂ ਤਜਰਬਾ ਫੇਲ ਹੋਇਆ, ਪਿਛਲੀਆਂ ਇਲੈਕਸ਼ਨਸ ਦੇ ਵਿੱਚ 20 ਸੀਟਾਂ ਆਈਆਂ ਤੇ 100 ਦਾ ਦਾਅਵਾ ਸੀ, ਤੇ ਉਸ ਤੋਂ ਬਾਅਦ ਵੀ ਜਿਵੇਂ ਆਮ ਆਦਮੀ ਪਾਰਟੀ ਜਿਹੜੀ ਹੈ ਖਿੰਡ ਪੁੱਟ ਗਈ, 7-8 MLA ਛੱਡ ਕੇ ਚਲ ਗਏ। ਤੇ ਉਸ ਤੋਂ ਬਾਅਦ ਲਗਾਤਾਰ ਇਹ ਮਹਿਸੂਸ ਜ਼ਰੂਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਇੱਕ ਪੋਲੀਟੀਕਲ ਸਪੇਸ ਹੈ, ਜਿਹੜੀ ਰਵਾਇਤੀ ਕਿਸਮ ਦੀ ਜਿਹੜੀ ਪੋਲੀਟਿਕਸ ਹੈ ਉਹਦੇ ਤੋਂ ਇੱਕ ਵੱਖਰਾ ਬਿਰਤਾਂਤ ਸਿਰਜਦੀ ਹੋਈ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਦੀ ਰਾਜਨੀਤੀ ਕਰਨ ਵਾਲੀ ਧਿਰ ਹੋਵੇ। ਇਸ ਗੱਲ ਨੂੰ ਸਾਰੇ ਭਾਂਪ ਰਹੇ ਆ, ਦੇਖ ਰਹੇ ਆ। ਕਿਸਾਨ ਅੰਦੋਲਨ ਨੇ ਉਹ ਉਮੀਦ ਪੈਦਾ ਕੀਤੀ ਕਿ ਸ਼ਾਇਦ ਜਿਹੜੀ ਧਿਰ ਦੀ ਜ਼ਰੂਰਤ ਹੈ ਪੰਜਾਬ ਨੂੰ, ਉਹ ਧਿਰ ਜਿਹੜੀ ਹੈ ਇਸ ਅੰਦੋਲਨ ਦੇ ਵਿੱਚੋਂ ਨਿਕਲ ਸਕਦੀ ਹੈ। ਇਹਦੇ ਵਿੱਚੋਂ ਹੀ ਦੀਪ ਸਿੱਧੂ ਨਾਂ ਦਾ ਇੱਕ ਬੰਦਾ ਆਉਂਦਾ ਹੈ। ਗਲਤੀ ਇਹ ਹੋ ਗਈ ਉਹਦੇ ਤੋਂ, ਦੀਪ ਸਿੱਧੂ ਤੋਂ, ਵੀ ਉਹਨੇ ਅਜਮੇਰ ਸਿੰਘ ਦਾ ਆਪਾਂ ਨਾਂ ਲੈ ਰਹੇ ਹਾਂ, ਤੇ ਅਜਮੇਰ ਸਿੰਘ ਦੀ ਜਿਹੜੀ ਇੱਕ ਕਿਸਮ ਦੀ ਡਾਇਰੈਕਸ਼ਨ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿਹੜੀ ਸਿਆਸੀ ਫਿਲਮ ਦੀ ਰੀਲ ਚਲਾਈ ਆ ਦੀਪ ਸਿੱਧੂ ਦੀ, ਉਹਦਾ ਡਾਇਰੈਕਟਰ ਅਜਮੇਰ ਸਿੰਘ ਹੈ। ਇਸੇ ਕਰਕੇ ਉਹ ਡਾਇਰੈਕਸ਼ਨ ਜਿਹੜੀ ਹੈ, ਕਿਉਂਕਿ ਉਹਨਾਂ ਦਾ ਹੁਣ ਤੱਕ ਦਾ ਕੰਮਕਾਰ ਜਿਹੜਾ ਅਜਮੇਰ ਸਿੰਘ ਦਾ, ਉਹ ਅਸੀਂ ਦੇਖ ਸਕਦੇ ਹਾਂ ਵੀ ਕਿਸ ਲੈਵਲ ਤੇ ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਕੰਮ ਕਰਦਿਆਂ ਕਿਵੇਂ ਵੱਖਰੇ ਪੈਂਤੜੇ ਲਏ ਆ, ਕਦੇ ਵੀ ਇੱਕ ਥਾਂ ਤੇ ਖੜ ਨਹੀਂ ਸਕੇ ਅੱਜ ਤੱਕ। ਉਹੀ ਦੁਬਦਾ ਤੇ ਉਹੀ ਜਿਹੜਾ ਗਲਤ ਕਿਸਮ ਦੇ ਡਿਸੀਜਨ ਲੈਣ ਦਾ ਜਿਹੜਾ ਉਹ ਦੀਪ ਸਿੱਧੂ ਦੇ ਪੱਲੇ ਸਾਰਾ ਕੁਝ ਪੈ ਗਿਆ, ਤੇ 26 ਜਨਵਰੀ ਵਾਲੀ ਜਿਹੜੀ ਘਟਨਾ ਵਾਪਰ ਗਈ। ਮੈਂ ਸਮਝਦਾ ਕਿ ਜੇ ਦੀਪ ਸਿੱਧੂ ਅਜਮੇਰ ਸਿੰਘ ਦੀ ਡਾਇਰੈਕਸ਼ਨ 'ਚ ਕੰਮ ਨਾ ਕਰਦਾ ਹੁੰਦਾ, ਜਿਵੇਂ ਉਹਨੂੰ ਥੋੜਾ ਬਹੁਤ ਐਕਸਪੀਰੀਅੰਸ ਆ ਬੋਲਣ ਦਾ, ਮੀਡੀਆ ਨਾਲ ਗੱਲ ਵਧੀਆ ਤਰੀਕੇ ਨਾਲ ਕਰ ਲੈਂਦਾ, ਤੇ ਆਪਣੀ ਹੀ ਗੱਲ ਨੂੰ ਆਪ ਵੀ ਕੱਟ ਦਿੰਦਾ, ਉਹ ਤਾਂ ਵੀ ਠੀਕ ਲੱਗਦਾ ਹੈ ਬਹੁਤ ਸਾਰੇ ਲੋਕਾਂ ਨੂੰ। ਜਿਹੜੀ ਪਹਿਲਾਂ ਉਹਨੇ ਗੱਲ ਕਹੀ ਹੁੰਦੀ ਹੈ, ਅਗਲੀ ਵਾਰ ਆਪਣੀ ਹੀ ਗੱਲ ਨੂੰ ਕੱਟ ਜਾਂਦਾ ਅਕਸਰ ਉਹ, ਤਾਂ ਵੀ ਉਹਦੇ ਪੈਰੋਕਾਰਾਂ ਨੂੰ ਚੰਗਾ ਲੱਗਦਾ। ਸੋ ਜਿਹੜੀ ਉਹ ਕਾਬਲੀਅਤ ਹੈ ਉਹਦੇ 'ਚ, ਜੇ ਉਹ ਸਹੀ ਤਰੀਕੇ ਨਾਲ ਉਹਦੀ ਵਰਤੋਂ ਕਰਦਾ, ਤੇ ਕਿਸਾਨ ਅੰਦੋਲਨ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਚੱਲ ਰਿਹਾ ਹੈ, ਤੇ ਸਿਰਫ ਤਿੰਨ ਖੇਤੀ ਕਾਨੂੰਨਾਂ ਦੇ ਆਲੇ ਦੁਆਲੇ ਇਸ ਐਜੀਟੇਸ਼ਨ ਦੇ ਵਿੱਚ ਉਹਦਾ ਪਾਰਟ ਬਣ ਕੇ ਕੰਮ ਕਰਦਾ, ਫਿਰ ਉਹ ਪੰਜਾਬ ਦੇ ਵਿੱਚ ਕੋਈ ਸਿਆਸੀ ਧਿਰ ਬਣਾਉਣ ਦੇ ਵਿੱਚ ਕਾਮਯਾਬ ਸ਼ਾਇਦ ਬਹੁਤ ਬਿਹਤਰ ਤਰੀਕੇ ਨਾਲ ਹੋ ਸਕਦਾ ਸੀ, ਤੇ ਸੱਚਮੁੱਚ ਹੀ ਇੱਕ ਪੈਰਲਲ ਪੋਲਿਟਿਕਸ ਜਿਹੜੀ ਆ ਪੰਜਾਬ ਦੇ ਵਿੱਚ ਜਿਹੜੀ ਆ ਉਹ ਸਰਦੀ ਦਿਖਾਈ ਦੇ ਸਕਦੀ ਸੀ। ਹੁਣ ਉਹਨੇ ਅਸਲ ਦੇ ਵਿੱਚ ਅਜਮੇਰ ਸਿੰਘ ਦੇ ਟੇਟੇ ਚੜ੍ਹ ਕੇ ਪੰਜਾਬ 'ਚ ਘੱਟੋ ਘੱਟ ਆਪਣਾ ਪੋਲੀਟੀਕਲ ਕੈਰੀਅਰ ਜਿਹੜਾ ਆ ਸ਼ੁਰੂ ਕਰਨ ਤੋਂ ਪਹਿਲੇ ਖਤਮ ਕਰ ਰਿਹਾ। ਔਰ ਜੋ ਕੁਝ ਵੀ ਦਿਖਾਈ ਦੇ ਰਿਹਾ ਉਹਦੇ ਆਲੇ ਦੁਆਲੇ ਜਾਂ ਉਹ ਉਸ ਤਰ੍ਹਾਂ ਦੇ ਲੋਕਾਂ ਦੇ ਆਲੇ ਦੁਆਲੇ, ਉਹ ਬਹੁਤਾ ਫੇਸਬੁੱਕ ਹੀ ਹੈ, ਉਹ ਬਹੁਤਾ ਸੋਸ਼ਲ ਮੀਡੀਆ ਤੇ ਹੈ, ਤੇ ਬਹੁਤਾ ਬਾਹਰ ਬੈਠੇ ਕੁਝ ਲੋਕ ਨੇ ਜਿਹੜੇ ਧੜੇ ਨੇ, ਕੁਝ ਲੋਕ ਜਿਹੜੇ ਆ ਉਹ ਜਿਹੜੇ ਇਹਨੂੰ ਸਪੋਰਟ ਕਰਦੇ ਨੇ ਉਹੀ ਹੈ। ਪੰਜਾਬ 'ਚ ਜ਼ਮੀਨੀ ਪੱਧਰ ਤੇ ਉਹਨਾਂ ਦਾ ਕੱਖ ਨਹੀਂ ਹੈ। ਜ਼ਮੀਨੀ ਪੱਧਰ ਤੇ ਨਾ ਦੀਪ ਸਿੱਧੂ ਦਾ, ਲੱਖੇ ਸਿਧਾਣੇ ਦਾ ਸਗੋਂ ਦੀਪ ਸਿੱਧੂ ਤੋਂ ਥੋੜਾ ਬੈਟਰ ਹੈ। ਲੱਖੇ ਸਿਧਾਣੇ ਦੀ ਇੱਕ ਫੈਨ ਫਾਲੋਇੰਗ ਜਿੱਥੇ ਸੋਸ਼ਲ ਮੀਡੀਆ ਤੇ ਹੈ, ਉੱਥੇ ਜ਼ਮੀਨੀ ਪੱਧਰ ਤੇ ਵੀ ਥੋੜੀ ਹੈ। ਦੀਪ ਸਿੱਧੂ ਦਾ ਕੁਝ ਵੀ ਨਹੀਂ ਹੈ ਇਸ ਵੇਲੇ। ਇਸ ਕਰਕੇ ਉਹ ਜਿਹੜਾ ਇੱਕ ਮੌਕਾ ਸੀ ਉਹ ਗੁਆਚ ਗਿਆ, ਤੇ ਹੁਣ 2022 ਤੱਕ ਉਹ ਜਿਹੜੀ ਪੋਲੀਟੀਕਲ ਸਪੇਸ ਪਈ ਹੈ
ਉਹਨੂੰ ਭਰਨ ਵਾਲਾ ਤੇ ਪੰਜਾਬ ਦੀ ਬਾਂਹ ਫੜਨ ਦੀ ਰਾਜਨੀਤੀ ਕਰਨ ਵਾਲਾ ਕੋਈ ਧਿਰ ਜਾਂ ਕੋਈ ਬੰਦਾ ਉੱਠ ਕੇ ਆ ਜਾਊਗਾ। ਬੰਦੇ ਇੱਕ ਤੇ ਤਾਂ ਵਿਸ਼ਵਾਸ ਹੀ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਜਿਹੜੀ ਚਿਹਰਿਆਂ ਦੀ ਰਾਜਨੀਤੀ ਹੈ, ਮੈਂ ਘੱਟੋ ਘੱਟ ਉਹਦੇ ਪੱਖ 'ਚ ਨਹੀਂ ਹੈ। ਉਹ ਧੋਖੇ ਵਾਲੀ ਰਾਜਨੀਤੀ ਹੀ ਹੁੰਦੀ ਹੈ, ਚਿਹਰਿਆਂ ਦੀ ਰਾਜਨੀਤੀ। ਸੋ ਉਹ ਸਮਾਂ ਬੜਾ ਘੱਟ ਹੈ। ਸੋ ਮੈਨੂੰ ਲੱਗਦਾ ਕਿ ਜਿਹੜੇ ਜਨ ਅੰਦੋਲਨ ਹੈ 2022 ਦੀ ਇਲੈਕਸ਼ਨ ਤੇ 10 ਮਹੀਨੇ ਰਹਿ ਗਏ। ਜਿਹੜੇ ਜਨ ਅੰਦੋਲਨ ਹੈ ਉਹ ਜਨ ਅੰਦੋਲਨ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਲੋੜ ਨੂੰ ਪੂਰੀ ਜ਼ਰੂਰ ਕਰਨਗੇ, ਪਰ ਕੇਵਲ ਇਹਨਾਂ ਦਿਨਾਂ ਦੇ ਵਿੱਚ ਉਹ ਲੋੜ ਪੂਰੀ ਹੋ ਜਾਏਗੀ ਮੈਨੂੰ ਹੁਣ ਨਹੀਂ ਲੱਗਦਾ। ਤੇ ਜੇ ਸਹੀ ਤਰੀਕੇ ਦੇ ਨਾਲ ਕਿਸਾਨ ਅੰਦੋਲਨ 'ਚ ਰਹਿ ਕੇ ਇਹ ਜਿਹੜੀਆਂ ਧਿਰਾਂ ਹੁਣ ਖੌਰੂ ਪਾਊ ਯੰਤਰ ਦੇ ਤੌਰ ਤੇ ਮਸ਼ਹੂਰ ਹੋ ਗਈਆਂ, ਜੇ ਸਹੀ ਤਰੀਕੇ ਦੇ ਨਾਲ ਇਸ ਅੰਦੋਲਨ ਦਾ ਪਾਰਟ ਬਣੀਆਂ ਰਹਿੰਦੀਆਂ, ਫਿਰ ਸ਼ਾਇਦ ਇੱਕ ਵੱਖਰੀ ਧਿਰ ਉਸਾਰਨ ਦੇ ਵਿੱਚ ਬਹੁਤ ਬਿਹਤਰ ਤਰੀਕੇ ਨਾਲ ਇਹ ਕਾਮਯਾਬ ਹੋ ਸਕਦੇ ਸੀ। ਦਸਾਂਝ ਸਾਹਿਬ, ਇੱਕ ਹੋਰ ਬੜੀ ਚਰਚਾ ਜਿਹੜੀ ਆ ਘੱਟੋ ਘੱਟ ਵਿਦੇਸ਼ਾਂ 'ਚ ਚੱਲ ਰਹੀ ਆ, ਜਿੱਥੇ ਲੋਕ ਅਜੇ ਵੀ ਕੁਝ ਨਾ ਕੁਝ ਜਿਹੜੀ ਆ ਉਮੀਦ ਜਿਹੜੀ ਲੈ ਕੇ ਬੈਠੇ ਹੋਏ ਨੇ। ਹਾਲਾਂਕਿ ਉਹ ਵੀ ਚਿਹਰਿਆਂ ਦੀ ਰਾਜਨੀਤੀ ਹੀ ਹੈ, ਜਿਹਨੂੰ ਤੁਸੀਂ ਪਹਿਲਾਂ ਹੀ ਕਹਿ ਰਹੇ ਹੋ ਕਿ ਅਸੀਂ ਉੱਤੇ ਬਹੁਤਾ ਭਰੋਸਾ ਨਹੀਂ ਕਰ ਸਕਦੇ, ਕਿਉਂਕਿ ਆਪਾਂ ਅਜਮਾ ਚੁੱਕੇ ਹਾਂ ਬਲਵੰਤ ਸਿੰਘ ਰਾਮੂਵਾਲੀਆ ਤੋਂ ਲੈ ਕੇ ਮਨਪ੍ਰੀਤ ਸਿੰਘ ਬਾਦਲ ਨੂੰ, ਉਸ ਤੋਂ ਬਾਅਦ ਭਗਵੰਤ ਮਾਨ ਨੂੰ, ਉਸ ਤੋਂ ਬਾਅਦ ਕੇਜਰੀਵਾਲ, ਮਤਲਬ ਕਾਫੀ ਕੁਝ ਆਪਾਂ ਵੇਖ ਚੁੱਕੇ ਹਾਂ ਪੰਜਾਬ ਦੇ ਵਿੱਚ। ਤੇ ਫਿਰ ਵੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਲੋਕ ਅਜੇ ਵੀ ਚਰਚਾ ਕਰਦੇ ਨੇ ਕਿ ਉਹ ਵਿਅਕਤੀ ਜਿਹੜਾ ਹੈ ਉਹ ਇੱਕ ਤਾਂ ਵਧੀਆ ਬੁਲਾਰਾ ਹੈ, ਪੜ੍ਹਿਆ ਲਿਖਿਆ ਹੈ, ਪੁਰਾਣਾ ਸਪੋਰਟਸਮੈਨ ਹੈ ਤੇ ਨਾਲ ਦੀ ਨਾਲ ਉਹ ਇਮਾਨਦਾਰ ਵੀ ਹੈ। ਤੇ ਅਗਰ ਉਹ ਕੋਈ ਧਿਰ ਉਸਾਰਨ 'ਚ ਕਾਮਯਾਬ ਹੋ ਜਾਂਦੇ ਆ, ਜਿਵੇਂ ਪ੍ਰਗਟ ਸਿੰਘ ਦੇ ਉੱਤੇ ਲੋਕਾਂ ਦਾ ਕਾਫੀ ਵਿਸ਼ਵਾਸ ਹੈ ਕਿ ਉਹ ਵੀ ਬੜਾ ਸੱਚਾ ਤੇ ਸੱਚੀ ਗੱਲ ਕਰਨ ਵਾਲਾ ਹੈ, ਤੇ ਉਹਨਾਂ ਦੇ ਨਾਲ ਅੱਜ ਕੱਲ੍ਹ ਚਰਚਾ ਚੱਲ ਰਹੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਉਸ ਧਿਰ ਦਾ ਹਿੱਸਾ ਬਣ ਸਕਦੇ ਨੇ, ਤੇ ਜਿਨ੍ਹਾਂ ਨੂੰ ਰਾਜੇਵਾਲ ਵਾਲੀ ਧਿਰ ਦਾ ਥਾਪੜਾ ਮਿਲਣ ਦੀ ਸੰਭਾਵਨਾ ਵੀ ਲੱਗ ਰਹੀ ਹੈ। ਇਸ ਤਰ੍ਹਾਂ ਦੀ ਚਰਚਾ ਕਿਤੇ ਨਾ ਕਿਤੇ ਜਿਹੜੀ ਆ ਉਹ ਬੈਕਡੋਰ ਚੱਲ ਰਹੀ ਹੈ ਕਿ ਕੋਈ ਇਸ ਤਰ੍ਹਾਂ ਦਾ ਵੀ ਇੱਕ ਫਰੰਟ ਉਸਾਰਨ ਦਾ ਯਤਨ ਜਿਹੜਾ ਪਿਛਲੇ ਦਰਵਾਜ਼ਿਓਂ ਕੋਸ਼ਿਸ਼ ਹੋ ਰਹੀ ਆ। ਕੀ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਬਣ ਸਕਦੀ ਹੈ? ਜੇ ਬਣਦੀ ਹੈ ਤੇ ਉਹਦੇ ਕੀ ਅਸਰ ਪੈਣਗੇ ਪੰਜਾਬ ਦੀ ਰਾਜਨੀਤੀ ਤੇ ਕੀ ਉਹ ਵੀ ਆਵਾਸੀ ਵਾਂਗੂ ਦੂਜੀਆਂ ਧਿਰਾਂ ਨੂੰ ਜਿਤਾਉਣ ਦਾ ਹੀ ਹਿੱਸਾ ਬਣਨਗੇ ਕਿ ਖੁਦ ਕੁਛ ਨਾ ਕੁਛ ਜਿਹੜਾ ਉਹ ਇੱਕ ਪਾਵਰ ਦੇ ਤੌਰ ਤੇ ਤਾਕਤਵਰ ਧਿਰ ਵਜੋਂ ਉੱਭਰ ਸਕਣਗੇ? ਦੇਖੋ, ਨਵਜੋਤ ਸਿੰਘ ਸਿੱਧੂ ਉਹਨਾਂ ਦੀ ਆਪਣੀ ਕੋਈ ਪੋਲੀਟੀਕਲ ਆਈਡੀਓਲੋਜੀ ਨਹੀਂ ਹੈ। ਦੇਖੋ, ਪੰਜਾਬ ਨੂੰ ਇੱਕ ਪੋਲੀਟੀਕਲ ਆਈਡੀਓਲੋਜੀ ਦੀ ਜ਼ਰੂਰਤ ਹੈ ਵੀ ਉਹ ਪੋਲੀਟੀਕਲ ਆਈਡੀਓਲੋਜੀ ਜਿਹੜੀ ਆ ਲੋਕ ਪੱਖੀ ਹੋਣੀ ਚਾਹੀਦੀ ਹੈ। ਨਹੀਂ, ਪਰ ਉਹਨਾਂ ਦੀ ਆਈਡੀਓਲੋਜੀ ਇਹ ਤਾਂ ਹੈ ਨਾ ਜੀ ਕਿ ਮੈਂ ਪੰਜਾਬ ਲਈ ਮੈਂ ਸਾਹ ਲੈਣਾ, ਪੰਜਾਬ ਲਈ ਕਰਨਾ, ਮੈਂ ਜੋ ਵੀ ਆ ਮੇਰੇ ਅੰਦਰ ਪੰਜਾਬ ਦੀ ਰੂਹ ਬੋਲਦੀ ਆ, ਮੇਰਾ ਰੋਮ ਪੰਜਾਬ ਲਈ ਜਿਹੜਾ ਉਹ ਹੁੰਦਾ ਉਹ ਇਸ ਤਰ੍ਹਾਂ ਦੀ ਭਾਸ਼ਾ ਤੇ ਵਰਤਦੇ ਨੇ ਨਾ ਜੀ, ਜਿਹੜੀ ਲੋਕਾਂ ਨੂੰ ਟੁੰਬਦੀ ਆ ਕਿਤੇ ਨਾ ਕਿਤੇ। ਮੈਂ ਉਹੀ ਕਹਿਣਾ ਵੀ ਇਸ ਤਰ੍ਹਾਂ ਦੀ ਭਾਸ਼ਾ ਵਰਤ ਕੇ ਜਿਹੜਾ ਬੰਦਾ ਕਾਂਗਰਸ ਪਾਰਟੀ 'ਚ ਰਵੇ, ਜਿਹੜਾ ਬੰਦਾ ਕਾਂਗਰਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਰਵੇ, ਭਾਸ਼ਾ ਦਾ ਭਾਰਤੀ ਜਨਤਾ ਪਾਰਟੀ ਰਹਿ ਕੇ ਵੀ ਇਹੀ ਵਰਤਦਾ ਸੀ ਉਹ। ਪਰ ਏਦਾਂ ਪੰਜਾਬ ਦਾ ਭਲਾ ਹੋ ਸਕਦਾ? ਸਿਰਫ ਲਫ਼ਜ਼ਾਂ ਦੇ ਨਾਲ ਪੰਜਾਬ ਦਾ ਭਲਾ ਕੀਤਾ ਜਾ ਸਕਦਾ? ਇਸ ਕਰਕੇ ਮੈਂ ਸਮਝਦਾ ਹੈ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਆ ਉਹ ਠੀਕ ਹੈ, ਗੱਲਾਂ ਗੁੱਲਾਂ ਕਰ ਲੈਂਦੇ ਆ, ਪਰ ਸਿਆਸਤ ਕੋਈ ਕ੍ਰਿਕਟ ਦਾ ਮੈਦਾਨ ਨਹੀਂ ਹੈ। ਮੈਂ ਉਹਨਾਂ ਦੇ 3-4 ਭੂਮਿਕਾਵਾਂ ਨੇ ਨਵਜੋਤ ਸਿੰਘ ਸਿੱਧੂ ਦੀਆਂ ਆਪਣੇ ਜੀਵਨ ਦੇ ਵਿੱਚ। ਉਹਨਾਂ ਦੀ ਜਿਹੜੀ ਸਭ ਤੋਂ ਵਧੀਆ ਭੂਮਿਕਾ ਮੈਂ ਮੰਨਦਾ ਉਹ ਭਾਰਤੀ ਕ੍ਰਿਕਟ ਖਿਡਾਰੀ ਦੇ ਤੌਰ ਦੇ ਉੱਤੇ ਐਜ਼ ਇਸਲਾਮੀ ਬੱਲੇਬਾਜ਼ ਸ਼੍ਰੀਕਾਂਤ ਤੇ ਨਵਜੋਤ ਸਿੰਘ ਸਿੱਧੂ ਦੋ ਬੱਲੇਬਾਜ਼ ਜਿਹੜੇ ਆ, ਮੈਂ ਘੱਟੋ ਘੱਟ ਇਹਨਾਂ ਦੋ ਬੱਲੇਬਾਜ਼ਾਂ ਨੂੰ ਭਾਰਤ ਦੇ ਸਰਵੋਤਮ ਜਿਹੜੇ ਇਸਲਾਮੀ ਬੱਲੇਬਾਜ਼ ਦੇ ਤੌਰ ਤੇ ਹੁਣ ਤੱਕ ਦੇਖਦਾ। ਪਰ ਜਿਹੜੇ ਬਾਕੀ ਭੂਮਿਕਾ ਉਹਦੀ ਰਹੀ, ਚਾਹੇ ਟੈਲੀਵਿਜ਼ਨ 'ਚ ਆ, ਚਾਹੇ ਫਿਲਮਾਂ ਦੇ ਵਿੱਚ ਆ, ਚਾਹੇ ਪੋਲੀਟਿਕਸ ਦੇ ਵਿੱਚ ਹੈ, ਉਹ ਕੋਈ ਬਹੁਤੀ ਭੂਮਿਕਾ ਉਹਨਾਂ ਦੀ ਕੋਈ ਚੰਗੀ ਨਹੀਂ ਹੈ। ਉਹ ਮਸਖਰੇ ਵਾਲੀ ਹੈ। ਪੰਜਾਬ ਲਈ ਮੈਂ ਇਹ ਕੱਢਣਾ ਉਹ ਕੱਢਣਾ ਸਾਰੇ ਕਹਿੰਦੇ ਆ, ਪਰ ਅਮਲੀ ਰੂਪ ਦੇ ਵਿੱਚ ਕੀ ਹੈ? ਅਮਲੀ ਰੂਪ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਪੱਲੇ ਕੱਖ ਨਹੀਂ ਹੈ, ਜਨਤਕ ਪੱਧਰ ਤੇ ਤਾਂ ਕੱਖ ਵੀ ਨਹੀਂ ਹੈ। ਜੋ ਅਸੀਂ ਦੇਖ ਰਹੇ ਹਾਂ ਉਹ ਅਸੀਂ ਉਹਦੇ ਲਈ ਪ੍ਰੈਸ ਕਾਨਫਰੰਸਾਂ ਦੇਖ ਰਹੇ ਹਾਂ ਕਿ ਇਕੱਲੇ ਤੌਰ ਦੇ ਉੱਤੇ ਕੋਈ ਏਦਾਂ ਦਾ ਇਕੱਠ ਜੇ ਚ ਘੱਟੋ ਘੱਟ ਜਦੋਂ ਜ਼ਿਆਦਾ ਨਹੀਂ 5-10,000 ਲੋਕ ਹੀ ਹੋਣ ਕਰ ਸਕੇ ਨੇ ਉਹ। ਇਹਦੇ ਨਾਲ ਉਹ ਬਲਵੰਤ ਰਾਮੂਵਾਲੀਆ ਨੇ ਕਰ ਰਹੇ ਸੀ 25-30,000 ਦੇ ਇਕੱਠ। ਜਦੋਂ ਬਲਵੰਤ ਰਾਮੂਵਾਲੀਆ ਨੇ ਨਵੀਂ ਆਪਣੀ ਧਿਰ ਉਸਾਰਨ ਦੀ ਕੋਸ਼ਿਸ਼ ਕੀਤੀ 25-30,000 ਦਾ ਇਕੱਠ ਕੀਤਾ। ਜਦੋਂ ਅਕਾਲੀ ਦਲ 'ਚ ਆਪਣਾ ਮਰਜ ਕੀਤਾ ਲੋਕ ਭਲਾਈ ਪਾਰਟੀ ਦਾ, ਉਦੋਂ ਵੀ 30-35,000 ਦਾ ਇਕੱਠ ਕਰ ਗਿਆ ਸੀ ਰਾਮੂਵਾਲੀਆ। ਸੋ ਇਸ ਕਰਕੇ ਅਸੀਂ ਐਕਸਪੀਰੀਅੰਸ ਦੇਖ ਚੁੱਕੇ ਹਾਂ, ਅਸੀਂ ਤਜਰਬੇ ਦੇਖੇ ਆ। ਤੁਸੀਂ ਇਹ ਦੱਸੋ ਵੀ ਕੀ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਪੋਲਿਟਿਕਸ ਦੇ ਵਿੱਚ
ਜਥੇਦਾਰ ਗੁਰਚਰਨ ਸਿੰਘ ਟੌੜੇ ਤੋਂ ਵੱਡਾ ਬੰਦਾ ਹੈ। ਜਥੇਦਾਰ ਗੁਰਚਰਨ ਸਿੰਘ ਟੌੜਾ ਉਹਨਾਂ ਨੇ ਵੀ ਇੱਕ ਤਜਰਬਾ ਕਰਕੇ ਦੇਖ ਲਿਆ ਸਰਵੇ ਦੇ ਅਕਾਲੀ ਦਲ ਦਾ। ਸਰਵੇ ਦੇ ਅਕਾਲੀ ਦਲ ਬਣਾਇਆ ਨਾ, 6% ਵੋਟਾਂ ਪਈਆਂ। ਉਹੀ ਜਥੇਦਾਰ ਟੌੜਾ ਵਾਪਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸ਼ਰਨ ਸੀ। ਮਤਲਬ ਉਮਰ ਦੇ ਆਖਰੀ ਪੜਾਅ 'ਚ ਸਾਰੀ ਜ਼ਿੰਦਗੀ ਲਾਉਣ ਤੋਂ ਬਾਅਦ ਤੇ ਮਨਪ੍ਰੀਤ ਬਾਦਲ ਨੇ ਵੀ ਨਿਜ਼ਾਮ ਬਦਲਣ ਦਾ ਹੋਕਾ ਦਿੱਤਾ। ਖਟਕੜਾਂ ਦੀ ਧਰਤੀ ਤੇ ਮਿੱਟੀ ਚੱਕ ਕੇ ਮੱਥੇ ਨੂੰ ਲਾ ਕੇ, ਤੇ ਉਹੀ ਮਨਪ੍ਰੀਤ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵਿੱਤ ਮੰਤਰੀ ਸੀ, ਉਹੀ ਕਾਂਗਰਸ ਦੀ ਸਰਕਾਰ 'ਚ ਵਿੱਤ ਮੰਤਰੀ ਅੱਜ। ਉਹਨੇ ਵੀ ਵੱਖਰੀ ਪਾਰਟੀ ਬਣਾ ਕੇ ਚੋਣ ਲੜ ਕੇ ਦੇਖ ਲਈ। ਉਹਦੇ ਨਾਲ ਤੇ 4 ਲੋਕ ਸੀਗੇ, ਉਹ ਵੀ 5% ਵੋਟ ਲੈ ਸਕਿਆ। ਇਹ ਸਿਰਫ ਹਵਾਈ ਵਾਲੀ ਗੱਲ ਹੈ। ਜਿੰਨੀ ਦੇਰ ਤੱਕ ਤੁਸੀਂ ਇਹ ਥੋੜਾ ਵੀ ਆਪਣਾ ਏਜੰਡਾ ਤੁਸੀਂ ਪ੍ਰੈਸ ਕਾਨਫਰੰਸ ਨਹੀਂ ਤੁਸੀਂ ਉਹਨੂੰ ਆਪਣੇ ਏਜੰਡੇ ਨੂੰ ਦੱਸ ਸਕਦੇ। ਉਹਦਾ ਅਖਬਾਰਾਂ ਦੀ ਸੁਰਖੀ ਬਣ ਜਾਏਗਾ। ਤੁਹਾਡਾ ਏਜੰਡਾ ਕੀ ਹੈ, ਤੁਹਾਡੇ ਕੋਲ ਲਿਖਤੀ ਕੀ ਹੈ, ਤੁਹਾਡਾ ਕੋਈ ਪ੍ਰੋਗਰਾਮ ਹੈ, ਤੁਸੀਂ ਪੰਜਾਬ ਨੂੰ ਕੀ ਦਿਸ਼ਾ ਦੇਣੀ ਚਾਹੁੰਦੇ ਆ, ਜਾਂ ਸਿਰਫ ਲਫ਼ਜ਼ਾਂ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਆ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਜੋ ਕੁਝ ਵੀ ਜੇ ਇਦਾਂ ਦੀ ਸਿਚੁਏਸ਼ਨ ਹੋਏਗੀ, ਪਹਿਲੀ ਗੱਲ ਤਾਂ ਨਵਜੋਤ ਸਿੰਘ ਸਿੱਧੂ ਕਦੇ ਵੀ ਨਹੀਂ ਚਾਹੁੰਗੇ ਵੀ ਸਥਾਪਤੀ ਦੀ ਜਿਹੜੀ ਪੋਲਿਟਿਕਸ ਹੈ ਉਹ ਤੋਂ ਦੂਰ ਰਹਿਣ। ਉਹ ਹਮੇਸ਼ਾ ਉਹਨਾਂ ਦੀ ਪੋਲਿਟਿਕਸ ਪੰਜਾਬ ਲਈ ਨਹੀਂ ਹੈ, ਉਹਨਾਂ ਦੀ ਪੋਲਿਟਿਕਸ ਕੁਰਸੀ ਲਈ ਹੈ। ਜੇ ਪੰਜਾਬ ਦੇ ਮੁੱਖ ਮੰਤਰੀ ਨਾਲ ਜਿਹੜੀਆਂ ਉਹਨਾਂ ਦੀਆਂ 2 ਮੀਟਿੰਗਾਂ ਹੋਈਆਂ ਲੰਚ ਤੇ, ਜੇ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਹਾਈਕਮਾਨ ਇਸ ਗੱਲ ਨੂੰ ਮੰਨ ਲੈਂਦੇ ਕਿ ਠੀਕ ਹੈ ਤੂੰ ਆ ਜਾ ਵੀ ਡਿਪਟੀ ਸੀਐਮ ਆ ਜਾ, ਜਾਂ ਤੂੰ ਕਾਂਗਰਸ ਦਾ ਪ੍ਰਧਾਨ ਆ ਜਾ, ਫਿਰ ਕੀ ਉਹ ਬੇਅਦਬੀ ਕਾਂਡ ਜਿਹੜੇ ਮੁੱਦੇ ਉਠਾ ਰਹੇ ਫਿਰ ਉਠਾਉਂਦੇ? ਯਾਨੀ ਉਹਨਾਂ ਦੀ ਦੌੜ ਜਾਂ ਤਾਂ ਡਿਪਟੀ ਸੀਐਮ ਤੱਕ ਸੀ, ਜਾਂ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਤੱਕ ਸੀ, ਜਾਂ ਆਉਂਦੀਆਂ ਚੋਣਾਂ ਦੇ ਵਿੱਚ ਕੈਪਟਨ ਦੇ ਬਰਾਬਰ ਕੋਈ ਨਾ ਕੋਈ ਕੈਂਡੀਡੇਟ ਦੇ ਤੌਰ ਤੇ ਕਾਂਗਰਸ ਹਾਈਕਮਾਨ ਉਹਨਾਂ ਨੂੰ ਉਭਾਰੇ, ਜਾਂ ਅਗਲੀ ਵਾਰ ਸੀਐਮ ਦਾ ਕੈਂਡੀਡੇਟ ਐਲਾਨੇ। ਇੱਥੇ ਤੱਕ ਪੋਲਿਟਿਕਸ ਹੈ। ਫਿਰ ਪੰਜਾਬ ਕਿੱਥੇ ਹੈ? ਕਾਂਗਰਸ ਪਾਰਟੀ 'ਚ ਰਹਿ ਕੇ ਪੰਜਾਬ ਦਾ ਭਲਾ ਹੋ ਸਕਦਾ ਹੈ? ਪੰਜਾਬ ਦਾ ਭਲਾ ਜਿਹੜਾ ਆ ਕੋਈ ਵੀ ਵਿਅਕਤੀ ਜਿੰਨੇ ਮਰਜ਼ੀ ਦਾਅਵੇ ਕਰ ਲਵੇ, ਨਾ ਉਹ ਬੀਜੇਪੀ 'ਚ ਰਹਿ ਕੇ ਕਰ ਸਕਦਾ, ਨਾ ਅਕਾਲੀ ਦਲ 'ਚ ਰਹਿ ਕੇ ਕਰ ਸਕਦਾ, ਨਾ ਕਾਂਗਰਸ 'ਚ ਰਹਿ ਕੇ ਕਰ ਸਕਦਾ। ਪਰ ਜਿਹੜੀਆਂ 2-3 ਸ਼ਖਸੀਅਤਾਂ ਦਾ ਮੈਂ ਜ਼ਿਕਰ ਕੀਤਾ ਉਹਨਾਂ ਬਾਰੇ ਤੁਸੀਂ ਗੱਲ ਨਹੀਂ ਕੀਤੀ, ਜਿਨ੍ਹਾਂ ਦੇ ਵਿੱਚ ਪ੍ਰਗਟ ਸਿੰਘ ਬਾਰੇ ਲੋਕਾਂ ਦੇ ਚੰਗੇ ਵਿਚਾਰ ਨੇ। ਤੇ ਹੁਣ ਜਿਹੜੀਆਂ ਘਟਨਾਵਾਂ ਪੰਜਾਬ 'ਚ ਬੇਅਦਬੀ ਨੂੰ ਲੈ ਕੇ ਜਿਹੜੀ ਸਿੱਟ ਬਣੀ ਸੀ, ਉਹਦੇ ਮੁਖੀ ਵਜੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਹਰਾਂ ਦੀ ਚਰਚਾ ਚੱਲ ਰਹੀ ਹੈ ਕਿ ਉਹ ਵੀ ਸ਼ਾਇਦ ਇਸ ਧਿਰ ਨਾਲ ਮਿਲ ਕੇ ਇਲੈਕਸ਼ਨ ਲੜਨ, ਤੇ ਰਾਜੇਵਾਲ ਹਰਾਂ ਦਾ ਉਹਨਾਂ ਨੂੰ ਥਾਪੜਾ ਮਿਲਣ ਦੀ ਸੰਭਾਵਨਾ। ਇਹ ਚਰਚਾ ਹੈ, ਮੈਂ ਕਹਿ ਨਹੀਂ ਸਕਦਾ ਕਿ ਇਹ ਗੱਲ ਕਿ ਹੈ ਵੀ ਆ ਪੋਲੀਟੀਕਲ ਹਲਕਿਆਂ 'ਚ ਕਿ ਨਹੀਂ, ਪਰ ਜੇ ਇਦਾਂ ਦਾ ਕੋਈ ਗੱਠਜੋੜ ਬਣਦਾ ਹੈ, ਰਾਜੇਵਾਲ ਜਾਂ ਕੁਝ ਹੋਰ ਜਿਹੜੀਆਂ ਕਿਸਾਨ ਜਥੇਬੰਦੀਆਂ ਇਹਨਾਂ ਨੂੰ ਆਪਣੇ ਨੁਮਾਇੰਦਿਆਂ ਵਜੋਂ ਥਾਪੜਾ ਦਿੰਦੀਆਂ ਨੇ, ਤੇ ਕੀ 22 ਦੀ ਇਲੈਕਸ਼ਨ ਦੇ ਵਿੱਚ ਇਹ ਕੋਈ ਰੋਲ ਅਦਾ ਕਰ ਸਕਦੇ ਨੇ? ਪਹਿਲੀ ਗੱਲ ਤਾਂ ਇਹ ਵੀ ਪ੍ਰਗਟ ਸਿੰਘ ਹੋਰਾਂ ਦਾ ਜੀ ਤੁਸੀਂ ਜ਼ਿਕਰ ਕਰ ਰਹੇ ਹੋ, ਮੈਂ ਬੜਾ ਉਹਨਾਂ ਨੂੰ ਪਸੰਦ ਵੀ ਕਰਦਾ। 1-2 ਮੁਲਾਕਾਤਾਂ ਵੀ ਮੇਰੀਆਂ ਹੋਈਆਂ, ਚੰਗੇ ਨੇ, ਬੜੇ ਓਨੈਸਟ ਨੇ, ਬਹੁਤ ਇਮਾਨਦਾਰੀ ਨੇ। ਇਸੇ ਕਰਕੇ ਇਮਾਨਦਾਰੀ ਕਰਕੇ ਸ਼੍ਰੋਮਣੀ ਅਕਾਲੀ ਦਲ 'ਚ ਹੁੰਦਿਆਂ ਹੋਇਆ ਉਹਨਾਂ ਨੇ ਕੁਝ ਗੱਲਾਂ ਉਠਾਈਆਂ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਆ ਕੇ ਉਹ ਕਾਂਗਰਸ ਆਏ ਆ। ਪਰ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਜਿਵੇਂ ਡਾਕਟਰ ਮਨਮੋਹਨ ਸਿੰਘ ਬਾਰੇ ਕਿਹਾ ਜਾਂਦਾ ਸੀ ਵੀ ਦੇਖੋ ਜੀ ਡਾਕਟਰ ਮਨਮੋਹਨ ਸਿੰਘ ਬੜੇ ਓਨੈਸਟ ਨੇ, 10 ਸਾਲ ਭਾਰਤ ਦੇ ਪ੍ਰਧਾਨ, ਹਲੇ ਵੀ ਉਹਨਾਂ ਦੀ ਇਮਾਨਦਾਰੀ ਤੇ ਕਿਸੇ ਕਿਸਮ ਦਾ ਕੋਈ ਕੁਐਸਚਨ ਨਹੀਂ। ਪਰ ਡਾਕਟਰ ਮਨਮੋਹਨ ਸਿੰਘ ਦੀ 10 ਸਾਲ ਦੀ ਪ੍ਰਾਈਮ ਮਿਨਿਸਟਰਸ਼ਿਪ ਦੇ ਦੌਰਾਨ ਜਿੰਨੇ ਵੱਡੇ ਘੁਟਾਲੇ ਹੋਏ ਆ ਉਹ ਪਿਛਲੇ ਇਤਿਹਾਸ 'ਚ ਨਹੀਂ ਸੀ ਹੋਏ। ਫਿਰ ਕਾਹਦੇ ਓਨੈਸਟ ਰਹਿ ਗਏ ਡਾਕਟਰ ਮਨਮੋਹਨ ਸਿੰਘ? ਉਹ ਸਾਰਾ ਕੁਝ ਹੁੰਦਾ ਦੇਖਦੇ ਨੇ। ਹੁਣ ਵੀ ਪ੍ਰਗਟ ਸਿੰਘ ਹੋਰਾਂ ਨੇ ਕੋਈ ਸਵਾਲ ਤਾਂ ਉਠਾਇਆ। ਹੁਣੇ ਜਿਹੜੀ ਸਿਸਵਾ ਫਾਰਮ ਹਾਊਸ ਦੇ ਉੱਤੇ ਜਿਹੜੀ ਲੰਚ ਤੇ ਮੀਟਿੰਗ ਹੋਈ ਹੈ ਕੈਪਟਨ ਅਮਰਿੰਦਰ ਨੇ, ਉਹ ਸਾਹਮਣੇ ਸਵਾਲ ਉਠਾਏ, ਲਿਖਤੀ ਵੀ ਦਿੱਤੇ ਆ। ਪਰ ਕੀ ਮਜਬੂਰੀ ਹੈ ਕਿ ਉਹ ਬੈਠੇ ਨੇ ਕਾਂਗਰਸ ਪਾਰਟੀ ਦੇ ਵਿੱਚ ਐਜ਼ ਐਮਐਲਏ? ਠੀਕ ਹੈ, ਉਹ ਪਾਰਟੀ ਬਣਦੀ ਆ, ਕੱਲ ਨੂੰ ਨਹੀਂ ਬਣਦੀ, ਉਹ ਬਾਅਦ ਦੀਆਂ ਗੱਲਾਂ। ਤੁਸੀਂ ਸਾਈਡ ਤੇ ਹੋ ਕੇ ਵੱਖਰੇ ਹੋ ਕੇ ਆਪਣਾ ਇੱਕ ਪ੍ਰੋਗਰਾਮ ਦਿਓ ਵੀ ਅਸੀਂ ਆਹ ਚਾਹੁੰਦੇ ਹਾਂ। ਜ਼ਰੂਰੀ ਚੋਣ ਸਿਆਸਤ ਜਿਹੜੀ ਹੈ ਉਹ ਮਸਲੇ ਦਾ ਹੱਲ ਥੋੜ੍ਹਾ ਆ। ਇਲੈਕਸ਼ਨ ਪੋਲਿਟਿਕਸ ਮਸਲਿਆਂ ਦਾ ਹੱਲ ਨਹੀਂ ਹੈ। ਜੇ ਤੁਸੀਂ ਲੋਕਾਂ ਦੇ ਹੋ ਤਾਂ ਲੋਕਾਂ ਦੇ ਵਿੱਚ ਜਾ ਕੇ ਖੜੇ ਹੋ, ਲੜੋ। ਫਿਰ ਦੂਜੀ ਗੱਲ, ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲਾ ਜਿਹੜਾ ਮਸਲਾ ਹੈ, ਕੁੰਵਰ ਵਿਜੇ ਪ੍ਰਤਾਪ ਸਿੰਘ ਕਿਹੜੇ ਵਜੋਂ ਖੇਡ ਰਹੇ ਨੇ ਹਾਲੇ ਕੁਝ ਕਲੈਰਿਟੀ ਨਹੀਂ ਹੈ। ਪਰ ਉਹਨਾਂ ਨੇ ਜੋ ਕੁਝ ਵੀ ਕੀਤਾ ਇਹਨਾਂ ਦਿਨਾਂ ਦੇ ਵਿੱਚ, ਉਹ ਸਿੱਧੇ ਤੌਰ ਤੇ ਨੁਕਸਾਨ ਕਿਹਨੂੰ ਪਹੁੰਚਾ ਰਿਹਾ? ਉਹ ਨੁਕਸਾਨ ਪਹੁੰਚਾ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਕੈਪਟਨ ਅਮਰਿੰਦਰ ਦੀ ਕਾਂਗਰਸ ਪਾਰਟੀ। ਕਿਉਂਕਿ ਬੇਅਦਬੀ ਕਾਂਡ ਦੇ ਮਾਮਲੇ ਤੇ ਦੋਨੇ ਧਿਰਾਂ ਜਿਹੜੀਆਂ ਜੋ ਵੀ ਉਹਨਾਂ ਨੇ ਰਿਪੋਰਟ ਤਿਆਰ ਕੀਤੀ ਹੈ, ਜੋ ਵੀ ਉਹਨਾਂ ਚਿੱਠੀ ਦੇ ਵਿੱਚ ਨੁਕਤੇ ਉਠਾਏ, ਜਿਹੜੀ ਚਿੱਠੀ ਉਹਨਾਂ ਨੇ ਬਕਾਇਦਾ ਪੰਜਾਬ ਦੇ ਪੁਲਿਸ ਚੀਫ ਨੂੰ ਵੀ ਲਿਖੀ ਹੈ, ਉਹ ਸਾਰੇ ਨੁਕਤਿਆਂ ਦੇ ਵਿੱਚ ਜਿਸ ਢੰਗ ਦੇ ਨਾਲ ਜੋ ਲੋਕ ਰਹੇ ਨੇ
ਉਹ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਨੇ ਜਾਂ ਬਾਦਲ ਨੇ ਜਾਂ ਮਜੀਠੀਆ ਆ ਤੇ ਇਧਰ ਕੈਪਟਨ ਅਮਰਿੰਦਰ ਹੈ ਵੀ ਉਹਨਾਂ ਨੇ ਵੀ ਕਿਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਕੰਮ ਹੋਣਾ ਚਾਹੀਦਾ ਸੀ ਉਹ ਨਹੀਂ ਕੀਤਾ 4.5 ਸਾਲਾਂ ਦੇ ਵਿੱਚ। ਈਵਨ ਆਪਣੇ ਐਡਵੋਕੇਟ ਜਨਰਲ ਨੂੰ ਵੀ ਫੋਨ ਕਰਦੇ ਆ ਉਹ ਤਾਂ ਵੀ ਐਡਵੋਕੇਟ ਜਨਰਲ ਜਿਹੜਾ ਪੇਸ਼ੀ ਤੇ ਹਾਜ਼ਰ ਨਹੀਂ ਹੁੰਦਾ। ਇਹਦਾ ਮਤਲਬ ਹੈ ਵੀ ਇਹਦਾ ਮਤਲਬ ਕੋਈ ਇਹਦੇ ਚ ਕੋਈ ਨਾ ਕੋਈ ਪੋਲਿਟਿਕਸ ਹੈ, ਮਿਲੀ ਭੁਗਤ ਹੈ। ਸੋ ਨੁਕਸਾਨ ਜਿਹੜਾ ਸਿੱਧੇ ਤੌਰ ਤੇ ਕੋਹਲੀ ਜੇ ਪ੍ਰਤਾਪ ਸਿੰਘ ਨੇ ਅਕਾਲੀ ਦਲ ਤੇ ਕਾਂਗਰਸ ਪਾਰਟੀ ਜਾਂ ਕੈਪਟਨ ਅਮਰਿੰਦਰ ਦਾ ਕੀਤਾ, ਫਾਇਦਾ ਕਿਹਦਾ ਕੀਤਾ ਇਹ ਤਾਂ ਹੁਣ ਪਤਾ ਲੱਗੇਗਾ ਵੀ ਕੱਲ ਨੂੰ ਜੇ ਇੱਕ ਵੱਖਰੀ ਧਿਰ ਬਣਦੀ ਆ ਉਹ ਕਿੱਥੇ ਜਾ ਕੇ ਖਲੋਂਦੇ ਆ। ਉਹਨਾਂ ਵਾਲੀ ਚਰਚਾ ਸੀ ਵੀ ਅੰਮ੍ਰਿਤਸਰ ਦੇ ਕਿਸੇ ਹਲਕੇ ਤੋਂ ਇਲੈਕਸ਼ਨ ਵੀ ਲੜ ਸਕਦੇ, ਕਿਹਦੇ ਵੱਲੋਂ ਲੜਦੇ ਆ ਹਾਲੇ ਚਰਚਾ ਹੀ ਹੈ ਨਾ, ਅਸੀਂ ਕੋਈ ਭਵਿੱਖਬਾਣੀ ਨਹੀਂ ਕਰ ਸਕਦੇ। ਇਹ ਸਾਰੀਆਂ ਬਹੁਤੀਆਂ ਚੀਜ਼ਾਂ ਜਿਹੜੀਆਂ ਇਹ ਹਾਲੇ ਸਿਰਫ ਚਰਚਾ 'ਚ ਨੇ, ਮੀਡੀਆ 'ਚ ਚਰਚਾ ਹੁੰਦੀ ਹੈ, ਪਰ ਕੋਈ ਸਾਹਸ ਕੋਈ ਹੌਸਲੇ ਵਾਲਾ, ਕੋਈ ਦ੍ਰਿੜਤਾ ਵਾਲਾ, ਕੋਈ ਬਹੁਤ ਹਿੰਮਤ ਵਾਲਾ ਪੰਜਾਬ ਦੇ ਹੱਕ ਦੇ ਵਿੱਚ ਇਹਨਾਂ ਸਾਰਿਆਂ ਵੱਲੋਂ ਕਿਸੇ ਵੱਲੋਂ ਵੀ ਹਾਲੇ ਤੱਕ ਕੋਈ ਕਦਮ ਨਹੀਂ ਚੁੱਕਿਆ ਗਿਆ। ਇਸ ਕਰਕੇ ਮੈਂ ਬਹੁਤ ਅਰਜ਼ੀ ਹੋਏਗਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹਨਾਂ ਦੀ ਧਿਰ ਉਸਰਦੀ ਆ ਫਿਰ ਤਾਂ ਟਿੱਪਣੀ ਕਰਨਾ ਵਾਜਬ ਹੋਏਗਾ, ਪਰ ਹੁਣ ਇਮੀਡੀਏਟ ਇਹਨਾਂ ਤੇ ਕੋਈ ਵੀ ਇਦਾਂ ਦੀ ਸੰਭਾਵਨਾ ਤੇ ਟਿੱਪਣੀ ਕੀ ਕੀਤੀ ਜਾ ਸਕਦੀ ਜਿਹੜੀ ਹਾਲੇ ਹਕੀਕਤ ਦਾ ਰੂਪ ਨਹੀਂ ਧਾਰਨ ਕਰ ਸਕੀ। ਦਸਾਂਝ ਸਾਹਿਬ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਆ, ਜਿਵੇਂ ਅਕਸ ਦੀ ਗੱਲ ਕਰਦੇ ਆ, ਇਮਾਨਦਾਰੀ ਵਾਲਾ ਅਕਸ ਜਿਵੇਂ ਪ੍ਰਗਟ ਸਿੰਘ ਰਾਂ ਦੀ ਗੱਲ ਕਰ ਰਹੇ ਆ, ਨਵਜੋਤ ਸਿੱਧੂ ਨੂੰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਇਮਾਨਦਾਰ ਵਿਅਕਤੀ ਵਜੋਂ ਵੇਖਿਆ ਜਾਂਦਾ ਹੈ। ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਜੇ ਸਿਆਸਤ ਵੀ ਸ਼ੁਰੂ ਕਰਨੀ ਆ ਤੇ ਜਿਹੜਾ ਉਹਨਾਂ ਦਾ ਪਹਿਲਾ ਸਟੈਪ ਸੀਗਾ ਉਹਨਾਂ ਧਿਰਾਂ ਕੋਲੋਂ ਜਾ ਕੇ 골ਡ ਮੈਡਲ ਐਕਸੈਪਟ ਕਰ ਲੈਣਾ, ਜਿਹੜੀਆਂ ਧਿਰਾਂ ਨੇ ਜਿਹੜਾ ਬਰਗਾੜੀ ਵਾਲਾ ਮੋਰਚਾ ਲਾਇਆ ਤੇ ਫਿਰ ਉਹਨੂੰ ਵੇਚਿਆ, ਕਿਸ ਤਰੀਕੇ ਨਾਲ ਉਹਨਾਂ ਨੇ ਇਹ ਕੀਤਾ ਜਿਨ੍ਹਾਂ 'ਚ ਦਾਦੂਵਾਲ ਵੀ ਸ਼ਾਮਲ ਹੈ, ਤੇ ਜਿਹੜੇ ਲੋਕਾਂ ਵੱਲੋਂ ਰੱਦ ਕੀਤੇ ਹੋਏ ਗਰਮ ਖਿਆਲੀ ਲੋਕ ਨੇ ਉਹਨਾਂ ਦੇ ਵਿੱਚ ਖੜੇ ਹੋ ਕੇ ਉਹਨਾਂ ਕੋਲੋਂ ਕੋਈ ਸਨਮਾਨ ਹਾਸਲ ਕਰਨਾ, ਜਿਹੜਾ ਹਾਲਾਂਕਿ ਉਹਨਾਂ ਸ਼ਬਦ ਵਰਤੇ ਆ ਕਿ ਸਨਮਾਨ ਦੇਣ ਵਾਲੇ ਦੇ ਹੱਥ ਸਾਫ਼ ਹੋਣੇ ਚਾਹੀਦੇ ਆ ਤੇ ਸਨਮਾਨ ਲੈਣ ਵਾਲੇ ਦੀ ਸ਼ਾਇਦ ਨੀਅਤ ਸਾਫ਼ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਸੀਗਾ। ਪਰ ਇਹਦੇ ਬਾਵਜੂਦ ਜਦੋਂ ਉਹਨਾਂ ਦੇ ਵਿੱਚ ਖੜਿਆਂ ਦੀ ਤਸਵੀਰ ਵੇਖਦੇ ਆ ਤੇ ਉਹਨਾਂ ਦੀ ਸ਼ਖਸੀਅਤ ਬਾਰੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਫਿਰ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਮੈਂ ਇਸੇ ਕਰਕੇ ਇਸ਼ਾਰਾ ਕੀਤਾ ਸੀ ਪਿਛਲੇ ਆਪਣੇ ਗੱਲ 'ਚ ਵੀ ਉਹ ਕਿਹਦੇ ਲਈ ਕੰਮ ਕਰ ਰਹੇ ਨੇ, ਇਹ ਤਾਂ ਹਾਲੇ ਕਲੈਰਿਟੀ ਹੋਣੀ ਹੈ। ਇਸੇ ਕਰਕੇ ਮੈਂ ਕਹਿ ਰਿਹਾ ਸੀ ਵੀ ਇਹ ਸਾਰੀਆਂ ਸੰਭਾਵਨਾਵਾਂ ਤੇ ਅਸੀਂ ਵਿਚਾਰ ਕਰ ਰਹੇ ਹਾਂ ਵੀ ਜੇ ਤੁਹਾਡੀ ਸੱਚਮੁੱਚੀ ਓਨੈਸਟੀ ਦੇ ਲੈਵਲ ਦੇ ਉੱਤੇ ਤੁਸੀਂ ਉਹ ਸਾਰੀਆਂ ਚੀਜ਼ਾਂ ਉਠਾ ਰਹੇ ਸੀ ਤੇ ਤੁਸੀਂ ਪੰਜਾਬ ਦੇ ਵਿੱਚ ਇੱਕ ਅਲਟਰਨੇਟ ਪੋਲਿਟਿਕਸ ਦਾ ਮਨ ਵੀ ਬਣਾਇਆ ਹੋਇਆ ਤਾਂ ਅਲਟਰਨੇਟ ਪੋਲਿਟਿਕਸ ਦੇਣ ਤੋਂ ਪਹਿਲੇ ਤੁਸੀਂ ਉਸ ਪੋਲਿਟਿਕਸ ਦੇ ਵਿੱਚ ਫਸ ਗਏ ਹੋ ਜਿਸ ਪੋਲਿਟਿਕਸ ਨੇ ਇਸ ਪੰਜਾਬ ਦੇ ਬਹੁਤ ਸਾਰੀਆਂ ਮੁਸੀਬਤਾਂ ਖੜੀਆਂ ਕੀਤੀਆਂ। ਇਸੇ ਕਰਕੇ ਬਹੁਤੀ ਉਮੀਦ ਨਹੀਂ ਹੈ। ਸੋ ਜੇ ਇਸ ਇਦਾਂ ਦੀਆਂ ਧਿਰਾਂ ਦੇ ਨਾਲ ਸਮਰਥਨ ਦੇ ਨਾਲ ਜਾਂ ਕੁਝ ਇਦਾਂ ਦਾ ਕੋਈ ਥੋੜਾ ਬਹੁਤ ਜੋੜ ਤੋੜ ਕਰਕੇ ਪੰਜਾਬ ਦੇ ਵਿੱਚ ਕੋਈ ਇੱਕ ਨਵਾਂ ਮੋਰਚਾ ਬਣਾਉਣ ਦੀ ਜੇ ਕੋਸ਼ਿਸ਼ ਕੀਤੀ ਜਾਏ ਤੇ ਉਹਦੇ ਤੋਂ ਨਿਕਲਣਾ ਕੱਖ ਨਹੀਂ ਹੈ। ਉਹ ਕਿਹਨੂੰ ਉਹ ਮਦਦ ਕਰੇਗਾ? ਉਹ ਜਿਹੜੀਆਂ ਸਥਾਪਿਤ ਧਿਰਾਂ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਥੋੜੇ ਬਹੁਤ ਫਰਕ ਦੇ ਨਾਲ ਉਹਨਾਂ ਸਥਾਪਿਤ ਧਿਰਾਂ ਨੂੰ ਹੀ ਉਹਦੀ ਮਦਦ ਹੋਏਗੀ, ਡਾਇਰੈਕਟਲੀ ਇਨਡਾਇਰੈਕਟਲੀ। ਤੇ ਕੁਝ ਧਿਰਾਂ ਤਾਂ ਏਦਾਂ ਦੀਆਂ ਜਿਹੜੀਆਂ ਡਾਇਰੈਕਟਲੀ ਜਿਹੜੀਆਂ ਉਹ ਪੇਰੋਲ ਦੇ ਨੇ, ਉਹ ਬਕਾਇਦਾ ਏਜੰਸੀਆਂ ਲਈ ਕੰਮ ਕਰਦੀਆਂ ਤੇ ਉਹ ਚੀਜ਼ਾਂ ਵੀ ਬੜੀਆਂ ਸਾਨੂੰ ਤਾਂ ਪਤਾ, ਤੁਹਾਨੂੰ ਪਤਾ ਹੈ, ਪਰ ਜਿਹੜਾ ਸਧਾਰਨ ਜਨਤਾ ਆਮ ਬੰਦਾ ਹੈ ਉਹਦੇ ਜਿਹੜੇ ਇਮੋਸ਼ਨਸ ਨੇ ਉਹਨਾਂ ਨੂੰ ਐਕਸਪਲੋਇਟ ਕਰਨ ਦੀ ਜਿਹੜੀ ਕਲਾਕਾਰੀ ਇਹਨਾਂ ਸਾਰੇ ਲੋਕਾਂ ਕੋਲ ਹੈ। ਸੋ ਇਸ ਕਰਕੇ ਹਾਲ ਫਿਲਹਾਲ ਪੰਜਾਬ ਨੂੰ ਕੋਈ ਬਹੁਤ ਵਧੀਆ ਤਰੀਕੇ ਦਾ ਪ੍ਰੋ ਪੰਜਾਬ ਕੋਈ ਗੱਲ ਤਾਂ ਕਰ ਸਕਦਾ ਹੈ ਤੇ ਪਰ ਪ੍ਰੋ ਪੰਜਾਬ ਨੂੰ ਅਮਲੀ ਰੂਪ ਦੇ ਵਿੱਚ ਪੋਲਿਟਿਕਸ ਦੇ ਵਿੱਚ ਕੋਈ ਬਦਲ ਮਿਲੇਗਾ ਪ੍ਰੋ ਪੰਜਾਬ ਦੇ ਰੂਪ ਦੇ ਵਿੱਚ ਹਾਲ ਫਿਲਹਾਲ 2022 ਤੱਕ ਮੈਨੂੰ ਨਹੀਂ ਲੱਗਦਾ। ਅਸੀਂ ਇਸ ਤੇ ਗੱਲਾਂ ਜ਼ਰੂਰ ਕਰਾਂਗੇ ਪਰ ਜ਼ਮੀਨੀ ਪੱਧਰ ਤੇ ਕੋਈ ਬਦਲ ਹਾਲ ਫਿਲਹਾਲ ਮੈਨੂੰ ਕੋਈ ਦਿਖਾਈ ਨਹੀਂ ਦੇ ਰਿਹਾ। ਲਾਸਟ ਵਿੱਚ ਇੱਕ ਗੱਲ ਤੁਹਾਡੇ ਨਾਲ ਕਰਕੇ ਫਿਰ ਤੁਹਾਡੇ ਕੋਲ ਛੁੱਟੀ ਲੈਣੇ ਆ ਜੀ, ਉਹ ਇਹ ਹੈ ਕਿ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ, ਖਾਸ ਕਰਕੇ ਸਿੱਖ ਧਾਰਮਿਕ ਜਥੇਬੰਦੀਆਂ ਜਿਹੜੀਆਂ ਕਹਿੰਦੀਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਾਡੇ ਵਾਸਤੇ ਬੜੀ ਘਾਤਕ ਹੈ ਔਰ ਸਾਡਾ ਜਿਹੜਾ ਹਿਰਦੇ ਆ ਉਹ ਬਲੂੰਦਰੇ ਹੋਏ ਨੇ ਔਰ ਉਹ ਬਾਰ-ਬਾਰ ਇਹਦਾ ਹਵਾਲਾ ਦੇ ਕੇ ਵੱਖਰੇ ਪਲੇਟਫਾਰਮ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਆ, ਜਿਨ੍ਹਾਂ 'ਚ ਭਾਈ ਰਣਜੀਤ ਸਿੰਘ ਵੀ ਨੇ ਤੇ ਕੁਝ ਇੱਕ ਹੋਰ ਜਥੇਬੰਦੀਆਂ ਜਿਹੜੀਆਂ ਖਾਲਿਸਤਾਨ ਨੂੰ ਹੀ ਧਰਮ ਦੇ ਨਾਂ ਤੇ ਮੰਨਦੀਆਂ ਨੇ, ਸਿੱਖ ਧਰਮ ਦੀ ਲੀਡਰਸ਼ਿਪ ਥੱਲੇ ਉਹ ਖਾਲਿਸਤਾਨ ਦੀ ਉਸਾਰੀ ਕਰਨਾ ਚਾਹੁੰਦੀਆਂ ਨੇ। ਉਹਨਾਂ ਨੂੰ ਇਹ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਇੱਕ ਵਧੀਆ ਪਲੇਟਫਾਰਮ ਮਿਲਿਆ ਸੀ ਆਪਣੀ ਗੱਲ ਕਰਨ ਦਾ, ਤੇ ਹੁਣ ਜਦੋਂ ਕੋਰਟ ਵੱਲੋਂ ਵੀ ਉਹ ਸਾਰਾ ਕੁਝ ਹੋ ਗਿਆ ਤੇ ਇੱਕ ਵਾਰੀ ਫੇਰ ਮੌਕਾ ਮਿਲਿਆ
ਕਿ ਉਹ ਉਸ ਗੱਲ ਨੂੰ ਉਭਾਰ ਕੇ ਆਪਣੀ ਸਿਆਸਤ ਕਰ ਲੈਂਦੇ, ਪਰ ਉੱਥੇ ਤੇ ਉਹ ਦਲ ਵੱਟ ਕੇ ਬੈਠ ਗਏ ਨੇ, ਸਾਰੇ ਚੁੱਪ ਨੇ। ਤੇ ਦੂਜੇ ਪਾਸੇ ਕਿਸਾਨ ਮੋਰਚੇ 'ਚ ਖਲਲ ਪਾਉਣ ਦੀ ਜਿਹੜੀ ਆਪਾਂ ਗੱਲ ਪਹਿਲਾਂ ਕਰ ਚੁੱਕੇ ਆ, ਉਹ ਸ਼ਾਨਾ ਮਸ਼ਾਨਾ ਸ਼ਾਮਲ ਨੇ। ਇਹਨਾਂ ਦੀ ਪੋਲਿਟਿਕਸ ਕੈਸੀ ਆ ਜਿਹੜੀ ਕਿ ਧਾਰਮਿਕ ਜਥੇਬੰਦੀਆਂ ਹੋ ਕੇ ਵੀ ਧਰਮ ਦੇ ਨਾਂ ਤੇ ਹੋ ਰਹੇ ਕੰਮਾਂ ਤੇ ਜਿਹੜੀਆਂ ਧਰਮ ਦੀਆਂ ਵਗਿਆਵਾਂ ਹੋ ਰਹੀਆਂ ਨੇ, ਜਿਹੜੀਆਂ ਬੜੀਆਂ ਸੀਰੀਅਸ ਵੀ ਨੇ, ਜਿਹੜੇ ਧਰਮ ਨੂੰ ਨਹੀਂ ਵੀ ਮੰਨਦੇ ਜਾਂ ਉਸ ਤਰ੍ਹਾਂ ਦੀ ਆਸਥਾ ਨਹੀਂ ਵੀ ਰੱਖਦੇ, ਉਹ ਵੀ ਇਹਦੀ ਲਗਾਤਾਰ ਨਿੰਦਾ ਕਰਦੇ ਨੇ। ਪਰ ਜਿਨ੍ਹਾਂ ਦੇ ਕਹਿੰਦੇ ਕਿ ਹਿਰਦੇ ਬਹੁਤ ਹੀ ਲੁੰਦਰੇ ਗਏ, ਪਰ ਉਹ ਕੋਈ ਐਕਸ਼ਨ ਆਪ ਤੇ ਲੈ ਨਹੀਂ ਰਹੇ, ਉਹ ਕੀ ਕਰ ਰਹੇ ਨੇ? ਉਹ ਕਿਹੜਾ ਸਮਾਂ ਉਡੀਕ ਰਹੇ ਨੇ? ਉਹਨਾਂ ਦੇ ਸਮੇਂ ਦੀ ਗੱਲ ਨਹੀਂ ਹੈ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਕਿਸਾਨਾਂ ਦਾ ਅੰਦੋਲਨ ਸਿਖਰ ਤੇ ਚੱਲ ਰਿਹਾ ਹੋਵੇ, ਅੰਦੋਲਨ ਨੂੰ ਬਦਨਾਮ ਕਰਨ ਤੇ ਅੰਦੋਲਨ ਨੂੰ ਉਖਾੜਨ ਦੀਆਂ ਸਾਜ਼ਿਸ਼ਾਂ ਜਿਹੜੀਆਂ ਆ ਉਹ ਇੰਡੀਅਨ ਸਟੇਟ ਕਰ ਰਹੀ ਹੋਵੇ, ਉਦੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਦਾ ਇਸ ਅੰਦੋਲਨ ਦੇ ਅੰਦਰ ਵੜ ਕੇ ਆਪਣਾ ਇੱਕ ਪੈਰਲਲ ਜਿਹੜਾ ਬਿਰਤਾਂਤ ਉਸਾਰਨ ਦੀ ਜਿਹੜੀ ਕੋਸ਼ਿਸ਼ ਉਹੀ ਦੱਸ ਦਿੰਦੀ ਹੈ ਕਿ ਇਹਨਾਂ ਦੇ ਇਰਾਦੇ ਕੀ ਨੇ ਤੇ ਇਹ ਅਸਲ ਦੇ ਵਿੱਚ ਕਿਹਨਾਂ ਲਈ ਕੰਮ ਕਰ ਰਹੇ ਨੇ। ਜਿਹੜੇ ਸੱਚਮੁੱਚ ਦੁਖੀ ਲੋਕ ਨੇ, ਹਿਰਦੇ ਬਲੂੰਦਰੇ ਵਾਲੇ ਲੋਕ ਨੇ, ਉਹ ਕਦੀ ਵੀ ਜਿਹੜਾ ਫੋਰਫਰੰਟ ਤੇ ਆ ਕੇ ਉਹ ਇਸ ਤਰੀਕੇ ਦੀ ਐਜੀਟੇਸ਼ਨ 'ਚ ਨਹੀਂ ਪੈਂਦੇ। ਉਹਨਾਂ ਨੂੰ ਇਹ ਉਡੀਕ ਰਹਿੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਨਸਾਫ ਮਿਲੇਗਾ। ਇਨਸਾਫ ਲੈਣ ਦੇ ਨਾਂ ਤੇ ਇਹ ਲੜਦੀਆਂ ਦਿਖਾਈ ਦਿੰਦੀਆਂ ਧਿਰਾਂ ਜਿਹੜੀਆਂ ਆ, ਜਿੱਦਾਂ ਤੁਸੀਂ ਲਫ਼ਜ਼ ਵਰਤਿਆ ਸੀ, ਉਹ ਵੇਚ ਕੇ ਆ ਜਾਂਦੀਆਂ ਸਾਰੇ ਕੁਝ ਨੂੰ। ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਟਾਈਮ ਸੀ ਜਦੋਂ ਕਿਸਾਨ ਅੰਦੋਲਨ ਆ, ਉਦੋਂ ਅਚਾਨਕ ਹੀ ਕੁਝ ਚੀਜ਼ਾਂ ਦਾ ਇਸ ਤਰ੍ਹਾਂ ਉੱਭਰ ਜਾਣਾ ਹੀ, ਖਾਸ ਤੌਰ ਤੇ ਬਰਗਾੜੀ ਇਸ਼ੂ ਦਾ, ਕੋਟਪੂਰੇ ਕਾਂਡ ਦਾ ਫੇਰ ਤੋਂ ਏਦਾਂ ਉਭਾਰਿਆ ਜਾਣਾ ਜਦੋਂ ਇਲੈਕਸ਼ਨ ਵੀ ਨੇੜੇ ਹੈ, ਤਾਂ ਉਹ ਸਾਬਤ ਕਰਦਾ ਹੈ ਕਿ ਅਸਲ ਦੇ ਵਿੱਚ ਇਹ ਜਿਹੜੇ ਇਸ਼ੂ ਨੇ ਬੜੇ ਸੰਵੇਦਨਸ਼ੀਲ ਇਸ਼ੂ ਨੇ ਤੇ ਬੜੇ ਕਹਿ ਲਓ ਵੀ ਜੁੜੇ ਹੋਏ ਨੇ ਲੋਕਾਂ ਦੀ ਆਸਥਾ ਦੇ ਨਾਲ। ਤੇ ਇੱਕ ਤਾਂ ਜਿਹੜੀ ਸਾਡੀ ਪੋਲਿਟਿਕਸ ਹੈ, ਇਲੈਕਸ਼ਨ ਪੋਲਿਟਿਕਸ, ਉਹ ਇਹਨਾਂ ਨੂੰ ਯੂਜ਼ ਕਰ ਰਹੀ ਹੈ ਟੂਲ ਦੇ ਤੌਰ ਦੇ ਉੱਤੇ ਜਦੋਂ ਇਲੈਕਸ਼ਨ ਨੇੜੇ ਆ ਗਈ ਹੈ। ਦੂਜੇ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਵੀ ਇਹਨੂੰ ਇਸ ਢੰਗ ਦੇ ਨਾਲ ਯੂਜ਼ ਕਰ ਰਹੇ ਆ ਤੇ ਤਾਂ ਜੋ ਕਿਸਾਨ ਅੰਦੋਲਨ ਤੋਂ ਜਿਹੜੀ ਹੈ ਇੱਕ ਦ੍ਰਿਸ਼ਟੀ ਜਾਂ ਨਜ਼ਰ ਜਿਹੜੀ ਹੈ ਉਹ ਲੋਕਾਂ ਦੀ ਪਾਸੇ ਹੋ ਜਾਏ ਤੇ ਕਿਸਾਨ ਅੰਦੋਲਨ ਨੂੰ ਮਿਲਦਾ ਸਮਰਥਨ ਜਿਹੜਾ ਹੈ ਘਟਦਾ ਹੋਰ ਜ਼ਿਆਦਾ ਘਟ ਜਾਵੇ ਤੇ ਫਿਰ ਸਿੱਧੇ ਤੌਰ ਦੇ ਉੱਤੇ ਸਮਝ ਆ ਜਾਂਦੀ ਹੈ ਵੀ ਇਹ ਲੋਕ ਕਿਹਦੇ ਲਈ ਕੰਮ ਕਰਦੇ ਆ। ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਆਸਥਾ ਦਾ ਐਕਸਪਲਾਇਟੇਸ਼ਨ ਦਾ ਜਿਹੜਾ ਇਹਨਾਂ ਦਾ ਧੰਦਾ ਆ, ਇਹ ਬਹੁਤ ਹੀ ਚਿਰ ਪੰਜਾਬ ਦੇ ਵਿੱਚ ਹੁਣ ਚੱਲਣਾ ਨਹੀਂ ਹੈ, ਕਿਉਂਕਿ ਪੰਜਾਬੀਆਂ ਨੇ ਬੜੀਆਂ ਸੱਟਾਂ ਖਾਧੀਆਂ। ਪੰਜਾਬ ਨੇ ਪਿਛਲੇ 30-35-40 ਸਾਲ ਤੋਂ ਜੋ ਬਰਦਾਸ਼ਤ ਕੀਤਾ ਤੇ ਉਹ ਤੋਂ ਸਬਕ ਵੀ ਬਹੁਤ ਸਾਰੇ ਲਏ ਆ। ਇਸੇ ਕਰਕੇ ਜਦੋਂ ਤੁਸੀਂ ਖਾਲਿਸਤਾਨ ਦਾ ਜ਼ਿਕਰ ਕਰਦੇ ਹੋ, ਬਾਹਰ ਪਤਾ ਲੱਗਦਾ ਵੀ ਪਤਾ ਨਹੀਂ ਅਮਰੀਕਾ ਤੇ ਕੈਨੇਡਾ ਦੇ ਵਿੱਚ ਪਤਾ ਨਹੀਂ ਕਿੰਨਾ ਵੇਗ ਹੈ ਵੀ ਖਾਲਿਸਤਾਨ ਬਣਾਉਣਾ ਹੈ, ਤੇ ਪੰਜਾਬ 'ਚ ਖਾਲਿਸਤਾਨ ਦੀ ਗੱਲ ਕਰਨ ਵਾਲਾ ਕੋਈ ਨਹੀਂ ਹੈ। ਇੱਥੇ ਸਧਾਰਨ ਸਿੱਖ ਜਿਹੜਾ ਅਮਲ ਪਸੰਦ ਹੈ, 99.9% ਜਿਹੜਾ ਸਧਾਰਨ ਸਿੱਖ ਹੈ, ਉਹਨਾਂ ਤੁਸੀਂ ਗੱਲ ਕਰਕੇ ਦੇਖ ਲਓ, ਤੁਹਾਨੂੰ ਪਤਾ ਲੱਗੇਗਾ ਉਹ ਕੀ ਚਾਹੁੰਦਾ ਹੈ। ਉਹ ਅਮਨ ਚਾਹੁੰਦਾ ਹੈ, ਆਪਣੇ ਬੱਚਿਆਂ ਦਾ ਭਵਿੱਖ ਚਾਹੁੰਦਾ ਹੈ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਘੱਟੋ ਘੱਟ ਨਾ ਤਾਂ ਅਮਨ ਸ਼ਾਂਤੀ ਰਹਿਣੀ ਹੈ, ਨਾ ਹੀ ਸਾਡੇ ਬੱਚਿਆਂ ਦਾ ਭਵਿੱਖ ਬਣ ਸਕਦਾ। ਬਿਲਕੁਲ ਦਸਾਂਝ ਸਾਹਿਬ, ਪਰ ਜਿਹੜਾ ਅਮਰੀਕਾ ਕੈਨੇਡਾ ਵਾਲਾ ਵੀ ਬਰਤਾਂਤ ਹੀ ਲੱਗਦਾ ਜੀ। ਇੱਥੇ ਦੇ ਜਿਹੜੇ ਲੋਕ ਬੈਠੇ ਉਹਨਾਂ ਨੂੰ ਪਤਾ ਹੈ ਕਿ ਕਿੰਨੇ ਕੁ ਲੋਕ ਨੇ ਪੰਜਾਬੀ ਜਾਂ ਸਿੱਖ ਜਿਹੜੇ ਚਾਹੁੰਦੇ ਨੇ ਕਿ ਕਿਸ ਤਰ੍ਹਾਂ ਦੀ ਕੋਈ ਸਟੇਟ ਵਾਸਤੇ ਕੰਮ ਕੀਤਾ ਜਾਵੇ। ਕੁਝ ਇੱਕ ਲੋਕ ਨੇ ਜਿਹੜੇ ਇਸ ਲਹਿਰ ਨੂੰ ਕਿਸੇ ਨਾ ਕਿਸੇ ਰੂਪ 'ਚ ਆਪਣੇ ਜਿਹੜੇ ਉਹਨਾਂ ਦੇ ਹਿੱਤ ਨੇ ਉਹਨਾਂ ਵਾਸਤੇ ਜਿੰਦਾ ਰੱਖ ਰਹੇ ਨੇ। ਸੋ ਕਾਫੀ ਹੋ ਗਿਆ ਜੀ, ਬਹੁਤ ਤੁਹਾਡਾ ਧੰਨਵਾਦ। ਪਰ ਮੈਂ ਇੱਕ ਚੀਜ਼ ਤੁਹਾਨੂੰ ਬਚਾਉਣੀ ਚਾਹੁੰਦਾ ਸੀ, ਇੱਕ ਤੁਸੀਂ ਖਬਰ ਖੁਦ ਹੀ ਭੇਜੀ ਆ ਕਿ ਆਂਧਰਾ ਪ੍ਰਦੇਸ਼ 'ਚ ਕਰੋਨਾ ਦਾ ਨਵਾਂ ਸਟ੍ਰੇਨ ਮਿਲਿਆ ਜਿਹੜਾ 15 ਗੁਣਾ ਜ਼ਿਆਦਾ ਘਾਤਕ ਹੈ। ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਇੰਡੀਆ ਦਾ ਜਿਹੜਾ ਹੈ ਉਹ ਡਬਲ ਹੈ ਜੀ, ਦੋ ਤਰ੍ਹਾਂ ਦੇ ਜਿਹੜੇ ਆ ਉਹ ਵਾਇਰਸ ਮਿਲ ਕੇ ਤੇ ਅਟੈਕ ਕਰਦੇ ਨੇ, ਉਹ ਵੀ ਬੜਾ ਖਤਰਨਾਕ ਹੈ। ਪਰ ਜਿਹੜਾ ਇਹ ਨਵਾਂ ਕੋਈ ਮਿਲਿਆ 15 ਗੁਣਾ ਜ਼ਿਆਦਾ ਕਹਿਤਾ, ਇਹ ਤੇ ਫਿਰ ਹੋਰ ਵੀ ਜ਼ਿਆਦਾ ਖਤਰਨਾਕ ਹੋਏਗਾ। ਬਿਲਕੁਲ ਆਈ ਹੈ ਖਬਰ, ਕਿਹਾ ਜਾ ਰਿਹਾ ਹੈ ਵੀ ਇੱਕ ਬੜੀ ਖਤਰਨਾਕ ਜਿਹੀ ਸਿਚੁਏਸ਼ਨ ਬਣ ਰਹੀ ਹੈ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਨਵਾਂ ਕਰੋਨਾ ਦਾ ਸਟ੍ਰੇਨ ਮਿਲਿਆ ਜਿਹਨੂੰ AP ਸਟ੍ਰੇਨ ਤੇ N440K ਦਾ ਨਾਮ ਦਿੱਤਾ ਗਿਆ ਹੈ। ਤੇ ਸੈਂਟਰ ਫਾਰ ਸੈਲੂਲਰ ਐਂਡ ਮਾਲੀਕੂਲਰ ਬਾਇਓਲੋਜੀ ਦੇ ਵਿਗਿਆਨੀ ਇਹ ਕਹਿ ਰਹੇ ਆ ਵੀ ਇਹ ਭਾਰਤ 'ਚ ਜਿਹੜਾ ਮੌਜੂਦਾ ਸਟ੍ਰੇਨ ਹੈ ਉਹਦੇ ਮੁਕਾਬਲੇ 15 ਗੁਣਾ ਜ਼ਿਆਦਾ ਖਤਰਨਾਕ ਹੈ। ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਮੌਤਾਂ ਦਿਖਾਈ ਦੇ ਰਹੀਆਂ ਉਹਦੀ ਵਜ੍ਹਾ ਵੀ ਇਹੀ ਹੈ। ਪਰ ਹਾਲੇ ਖਬਰ ਹੈ, ਹਾਲੇ ਉਹਨਾਂ ਨੇ ਥੋੜਾ ਇਹਨੂੰ ਦੱਸਿਆ, ਪਰ ਇਹਦੀ ਡਿਟੇਲ ਜਿਹੜੀਆਂ ਸਾਡੇ ਕੋਲ ਨਹੀਂ ਹੈ ਵੀ ਕੀ ਇਹ ਭਾਰਤ ਦੇ ਬਹੁਤੇ ਹਿੱਸਿਆਂ ਦੇ ਵਿੱਚ ਫੈਲ ਚੁੱਕਾ ਹੈ, ਜੇ 15 ਗੁਣਾ ਜ਼ਿਆਦਾ ਖਤਰਨਾਕ ਹੈ ਤੇ ਇਹਦਾ ਫਿਰ ਮੁਕਾਬਲਾ ਕਿਵੇਂ ਕੀਤਾ ਜਾਣਾ ਹੈ, ਸਾਡੇ ਕੋਲ ਕੀ
ਜਿਹੜੀਆਂ ਇਦਾਂ ਦੀਆਂ ਸਥਿਤੀਆਂ ਬਣ ਰਹੀਆਂ ਉਹਦਾ ਮੁਕਾਬਲਾ ਕਰਨ ਵਾਸਤੇ ਸਾਡੇ ਕੋਲ ਕਿਸ ਤਰ੍ਹਾਂ ਦਾ ਸਟਰਕਚਰ ਹੈ, ਕੀ ਅਸੀਂ ਅਪਗ੍ਰੇਡ ਹੈ ਇਹਨਾਂ ਸਾਰੇ ਚੀਜ਼ਾਂ ਦਾ ਮੁਕਾਬਲਾ ਕਰਨ ਵਾਸਤੇ, ਇਹ ਹਲੇ ਡਿਟੇਲਸ ਆਉਣਗੀਆਂ। ਸ਼ਾਇਦ ਅਸੀਂ ਕੱਲ੍ਹ ਇਹਦੇ ਤੇ ਥੋੜੀ ਹੋਰ ਜਾਣਕਾਰੀ ਤੁਹਾਨੂੰ ਦੇ ਸਕਾਂਗੇ ਜੀ। ਬਹੁਤ ਬਹੁਤ ਸ਼ੁਕਰੀਆ ਦਸਾਂਝ ਸਾਹਿਬ, ਬਹੁਤ ਧੰਨਵਾਦ। ਤੁਸੀਂ ਬੜੀ ਭਰਪੂਰ ਜਾਣਕਾਰੀ ਜਿਹੜੀ ਆ ਉਹ ਭਾਰਤ ਦੇ ਜਿਹੜੇ ਚੱਲ ਰਹੀਆਂ ਗੱਲਾਂ ਬਾਤਾਂ ਨੇ ਉੱਤੇ ਸਾਨੂੰ ਦਿੱਤੀ ਆ। ਤੇ ਕੱਲ ਨੂੰ 7 ਵਜੇ ਫੇਰ ਦੁਬਾਰਾ ਅਸੀਂ ਪ੍ਰੋਗਰਾਮ 'ਚ ਇਸ ਤਰ੍ਹਾਂ ਹੀ ਹੋਵਾਂਗੇ ਜੀ ਸ਼ਾਮਲ। ਤੁਸੀਂ ਸਾਡੇ ਨਾਲ ਹਰ ਰੋਜ਼ ਜੁੜਨਾ। ਹੁਣ ਸ਼ਾਮੀ 7 ਵਜੇ ਤੋਂ ਲੈ ਕੇ ਲਗਾਤਾਰ ਅਸੀਂ ਤੁਹਾਡੀ ਸੇਵਾ 'ਚ ਪ੍ਰਾਈਮ ਟਾਈਮ ਜਿਹੜਾ ਹੈ ਇਹ ਪੇਸ਼ ਕਰਦੇ ਹਾਂ। ਦੂਜੇ ਭਾਗ ਦੇ ਵਿੱਚ ਸਾਡੇ ਨਾਲ ਸੁਸ਼ੀਲ ਦਸਾਂਝ ਜੁੜਦੇ ਨੇ ਕਰੀਬ 8 ਵਜੇ ਦੇ ਕਰੀਬ। ਸੋ ਲਗਾਤਾਰ ਅਸੀਂ ਇਹ ਪ੍ਰੋਗਰਾਮ ਜਿਹੜਾ ਤੁਹਾਡੀ ਸੇਵਾ 'ਚ ਪੇਸ਼ ਕਰਦੇ ਰਵਾਂਗੇ। ਸੋ ਦਸਾਂਝ ਸਾਹਿਬ ਤੁਹਾਡਾ ਵੀ ਧੰਨਵਾਦ ਤੇ ਆਪਣੇ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਸੰਬੰਧੀ ਰਾਏ ਦੇਣ ਵਾਸਤੇ ਜਿਹੜੇ ਨੰਬਰ ਸਕਰੀਨ ਤੇ ਚੱਲਦੇ ਨੇ ਉਹਨਾਂ ਦੇ ਰਾਹੀਂ ਵੀ ਸਾਨੂੰ ਜਿਹੜੀ ਆ ਉਹ ਆਪਣੀ ਕੋਈ ਰਾਏ ਜਿਹਨੂੰ ਇੰਪਰੂਵ ਕਰਨ ਵਾਸਤੇ ਦੇ ਸਕਦੇ ਹੋ। ਸੁਸ਼ੀਲ ਦਸਾਂਝ ਇਹਨਾਂ ਦਾ ਨੰਬਰ ਵੀ ਸਾਡੇ ਇੱਥੇ ਬਹੁਤ ਸਾਰੇ ਦੋਸਤਾਂ ਕੋਲ ਹੈ। ਸੁਸ਼ੀਲ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਤੁਸੀਂ ਦੇਣੀ ਹੋਵੇ ਤੇ ਉਹਨਾਂ ਦਾ ਨੰਬਰ ਜੇ ਕਹੋ ਤਾਂ ਮੈਂ ਇੱਕ ਵਾਰੀ ਬੋਲ ਵੀ ਦੇਣਾ ਜੀ। ਉਹਨਾਂ ਨਾਲ ਵੀ ਤੁਸੀਂ ਗੱਲ ਕਰੋ। ਮੈਂ ਸਕਰੀਨ ਤੇ ਉਹਨਾਂ ਦਾ ਨੰਬਰ ਜਿਹੜਾ ਜੀ ਉਹ ਪਾ ਦਿਆਂਗਾ ਤਾਂ ਕਿ ਇੰਡੀਆ ਵਿੱਚ ਵੀ ਕੋਈ ਸੱਜਣ ਸਾਡੇ ਵੇਖਦੇ ਨੇ ਪ੍ਰੋਗਰਾਮ ਸੰਬੰਧੀ ਕੋਈ ਗੱਲ ਕਰਨੀ ਚਾਹਣ ਤਾਂ ਉਹ ਸੁਸ਼ੀਲ ਦਸਾਂਝ ਨਾਲ ਵੀ ਗੱਲ ਕਰ ਲੈਣ। ਸਾਡਾ ਨੰਬਰ ਹੈ ਜੀ ਸੁਸ਼ੀਲ ਦਸਾਂਝ ਇਹਨਾਂ ਦਾ ਚੰਡੀਗੜ੍ਹ ਸਟੂਡੀਓ ਦਾ 9887 99870 98887 99870 ਦੇ ਉੱਤੇ ਤੁਸੀਂ ਦਸਾਂਝ ਸਾਹਿਬ ਨਾਲ ਗੱਲਬਾਤ ਕਰਕੇ ਵੀ ਪ੍ਰੋਗਰਾਮ ਸੰਬੰਧੀ ਆਪਣੀ ਜਿਹੜੀ ਕੋਈ ਰਾਏ ਉਹ ਸਾਨੂੰ ਦੇ ਸਕਦੇ ਹੋ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਦਸਾਂਝ ਸਾਹਿਬ, ਤੁਹਾਡਾ ਫਿਰ ਇੱਕ ਵਾਰੀ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ।